how that prop expert started, why real estate? What happened? ਪ੍ਰੋਪ ਐਕਸਪਰਟਸ ਤੋਂ ਪਹਿਲਾਂ ਵੀ ਇੱਕ ਸਟੋਰੀ ਹੈ। ਤੁਸੀਂ ਭਾਜੀ ਇੰਡੀਆ ਕਿੱਥੋਂ ਬਿਲੋਂਗ ਕਰਦੇ ਹੋ? ਮੋਗਾ ਮੋਗਾ ਮੈਂ ਸੁਣਿਆ ਰਹਿੰਦਾ ਹੀ ਨਹੀਂ ਕੋਈ, ਸਾਰੇ ਬਾਹਰ ਹੀ ਨੇ। ਪਹਿਲੇ ਹੀ ਸਾਲ ਦੇ ਵਿੱਚ ਪੀਐਫ ਪ੍ਰੋਪਰਟੀ ਫॉर ਫਾਈਨੈਂਸ਼ੀਅਲ ਫਰੀडम ਚ ਮੈਂ 30+ ਕਲਾਇੰਟਸ ਕਰਤੇ ਜੀ। ਮੈਨੂੰ ਲੱਗਦਾ ਐਪੀਸੋਡ ਖਤਮ ਕਰਨ ਨੂੰ ਮੈਨੂੰ ਵੀ ਲਾਇਸੈਂਸ ਲੈਣਾ ਪੈਣਾ। ਭਾਜੀ ਕਿਹੜੀ 3 ਚੀਜ਼ਾਂ ਧਿਆਨ ਰੱਖਣੀ ਚਾਹੀਦੀ ਹੈ ਇੱਕ ਇਨਵੈਸਟਰ ਨੂੰ ਟੂ ਸਿਲੈਕਟ ਬਾਇਰ ਏਜੰਟ? ਖੁਦ ਦਾ ਉਹਨਾਂ ਦਾ ਪੋਰਟਫੋਲੀਓ ਉਹਨਾਂ ਨੇ ਕਿਵੇਂ ਕ੍ਰੀਏਟ ਕੀਤਾ ਹੈ, ਕਿ ਉਹਨਾਂ ਨੇ ਇੱਕ ਆਪਣੇ ਲੱਕ ਦੇ ਨਾਲ ਪੋਰਟਫੋਲੀਓ ਕ੍ਰੀਏਟ ਕੀਤਾ ਹੈ ਜਾਂ ਆਪਣੇ ਕੁਝ ਫੰਡਾਮੈਂਟਲਸ ਤੋਂ ਬਾਅਦ ਉਹਨਾਂ ਨੇ ਕ੍ਰੀਏਟ ਕੀਤਾ ਕਿ ਇਹਦੇ 7 ਕਰਨੇ, ਇਹਦੇ 6 ਕਰਨੇ, ਹਨਾ? ਹਾਂ, ਇਟ ਜਸਟ ਗੋਜ਼ ਆਊਟ ਆਫ ਦ ਹੈਡ। ਲੇਕਿਨ ਇੱਕ ਗੱਲ ਤਾਂ ਸਹੀ ਹੈ ਨਾ ਜੀ ਹਾਂ। ਕਿ ਫੰਕਸ਼ਨ ਤੇ ਵੀ ਪ੍ਰਾਪਰਟੀਆਂ ਦੀ ਗੱਲਾਂ ਹੁੰਦੀ ਹੈ। ਮੈਟਰੋ ਵਰਸਸ ਰੀਜਨਲ, ਵਿਚ ਇਨਵੈਸਟਮੈਂਟ ਇਜ਼ ਗੁੱਡ? ਗਰੋਥ ਆਲਮੋਸਟ ਲੌਂਗ ਟਰਮ ਤੇ 7% ਨਿਕਲਦੀ ਆ। ਇਨਵੈਸਟਮੈਂਟ ਥਰੂ SMSF ਜੀ ਕਿੱਦਾਂ ਪੋਸੀਬਲ ਹੈ ਭਾਜੀ? ਐਸਐਮਐਸ ਦੀ ਜੋ ਸਹੀ ਗਾਈਡੈਂਸ ਆਉਣੀ ਚਾਹੀਦੀ ਹੈ, ਇਟ ਸ਼ੁੱਡ ਬੀ ਕਮ ਫਰਮ ਅ ਫਾਈਨੈਂਸ਼ੀਅਲ ਪਲਾਨ। ਭਾਜੀ ਇਹਦਾ ਕੋਰਸ ਮਾਸਟਰਸ ਇਨ ਬਾਇਰ ਏਜੰਟ ਕਿੱਥੇ ਹੁੰਦਾ? ਇਹ ਤੇ ਕੰਮ ਚੱਲਦਾ ਭਾਜੀ। ਵਾਟ ਇਜ਼ ਦ ਰਾਈਟ ਟਾਈਮ ਟੂ ਇਨਵੈਸਟ ਭਾਜੀ? ਕਿ ਵੈਨ ਯੂ ਆਰ ਰੈਡੀ ਦੈਟ ਇਜ਼ ਦ ਬੈਸਟ ਟਾਈਮ। ਕੀ ਟਰਗਨੀਨਾ ਐਂਡ ਟਾਰਨੇਟ ਦੀ ਮਾਰਕੀਟ ਗਰੋ ਕਰਨੀ ਹੈ? ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਵੈਲਕਮ ਟੂ ਦ ਨਿਊ ਐਪੀਸੋਡ ਆਫ ਵੀ ਮਹਿਤਾ ਪ੍ਰੋਡਕਸ਼ਨ ਐਂਡ ਥੈਂਕ ਯੂ ਸੋ ਮਚ ਤੁਸੀਂ ਵੀ ਮਹਿਤਾ ਨੂੰ ਇੰਨਾ ਲਾਈਕ ਕਰ ਰਹੇ ਹੋ। ਅਤੇ ਅੱਜ ਤੁਹਾਡੇ ਵਾਸਤੇ ਇੱਕ ਨਵੇਂ ਗੈਸਟ ਆਪਾਂ ਲੈ ਕੇ ਆਏ ਹਾਂ। ਇੰਟਰੋਡਕਸ਼ਨ ਦੀ ਵੈਸੇ ਲੋੜ ਉਹਨਾਂ ਨੂੰ ਹੈਗੀ ਨਹੀਂ ਕਿਉਂਕਿ ਆਸਟ੍ਰੇਲੀਆ 'ਚ ਇੰਨੇ ਕੁ ਫੇਮਸ ਨੇ, ਤੁਸੀਂ ਸਾਰੇ ਉਹਨਾਂ ਨੂੰ ਜਾਣਦੇ ਹੋ, ਬਟ ਫਿਰ ਵੀ 2 ਲਾਈਨਾਂ ਮੇਰੇ ਦਿਲੋਂ ਆਉਂਦੀ। ਵਿਦ ਕੀਜ਼ ਇਨ ਹੈਂਡਸ ਐਂਡ ਹਾਰਟ ਅਲਾਈਨਡ, with keys in hand and heart aligned, there are millions of dreams which buyer agent finds. Through every door and every gate, they walk into the path where choices can wait. They know the market, they know the street, and the secret earns. They know the value of investment, which always earns. ਤੁਸੀਂ ਵੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਜੇ ਤੁਸੀਂ ਲੈਣੇ ਹੈ ਰੀਅਲ ਏਸਟੇਟ ਦੇ ਮਾਰਕੀਟ ਅਲਰਟ। ਵੈਲਕਮ ਕਰਦੇ ਹਾਂ ਜੀ ਆਸਟ੍ਰੇਲੀਆ ਦੀ ਨੰਬਰ 1 ਬਾਇਰ ਏਜੰਸੀ ਦੇ ਡਾਇਰੈਕਟਰ ਮਿਸਟਰ ਦਿਨੇਸ਼ ਗੋਇਲ ਐਂਡ ਮਨੀਸ਼ ਬਾਂਸਲ ਫਰੋਮ ਪ੍ਰੋਪ ਐਕਸਪਰਟਸ। ਥੈਂਕ ਯੂ ਭਾਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਫॉर ਹੈਵਿੰਗ ਅਸ ਟੁਡੇ। ਥੈਂਕ ਯੂ ਭਾਜੀ, ਥੈਂਕ ਯੂ ਤੁਸੀਂ ਸਾਡਾ ਇਨਵੀਟੇਸ਼ਨ ਐਕਸੈਪਟ ਕੀਤਾ ਐਂਡ ਇਟਸ ਬੀਨ ਆਨਰ ਟੂ ਸਿਟ ਇਨ ਫਰੰਟ ਆਫ ਯੂ ਗਾਇਜ਼। ਯੂ ਗਾਇਜ਼ ਆਰ ਡੂਇੰਗ ਵਰਕਿੰਗ ਵੈਰੀ ਵੈਲ ਇਨ ਆਸਟ੍ਰੇਲੀਆ ਅਤੇ ਥੈਂਕ ਯੂ ਸੋ ਮਚ ਵਨਸ ਅਗੇਨ। ਭਾਈ ਤੁਹਾਡੀ ਤਾਰੀਫ ਕਰਨਾ ਚਾਹੂੰਗਾ, ਬਹੁਤ ਪੋਡਕਾਸਟ ਦੇਖਿਆ ਤੁਹਾਡਾ ਮੈਨੇ। ਥੈਂਕ ਯੂ ਸੋ ਮਚ। ਵੈਰੀ ਗੁੱਡ ਵਰਕ। ਥੈਂਕ ਯੂ ਭਾਜੀ, ਥੈਂਕ ਜਦ ਤੁਸੀਂ ਮੈਨੂੰ ਰੀਚ ਆਊਟ ਕੀਤਾ ਅਤੇ ਓਪਰਚੁਨਿਟੀ ਦਿੱਤੀ ਆ, ਬਸ ਵੈਰੀ ਹੈਪੀ। ਨਹੀਂ ਭਾਜੀ, ਬਹੁਤ ਵਧੀਆ ਕੰਮ ਕਰ ਰਹੇ ਹੋ ਐਂਡ ਤੁਹਾਡਾ ਜਿਹੜਾ ਐਕਸਪੀਰੀਅੰਸ ਹੈ ਇਨ ਰੀਅਲ ਏਸਟੇਟ ਸਪੇਸ, real estate agents, of course there are a lot of real estate agents, but you both are very unique, especially Manish ji and you as well. You work in same kind of buyer agency domain. ਉਹਦੀ ਐਕਚੁਅਲੀ ਨੌਲੇਜ ਸਾਨੂੰ ਥੋੜ੍ਹੀ ਜਿਹੀ ਘੱਟ ਹੈ। ਸਭ ਤੋਂ ਪਹਿਲਾਂ ਮਨੀਸ਼ ਜੀ ਐਂਡ ਦਿਨੇਸ਼ ਜੀ, ਵੀ ਵਾਂਟ ਟੂ ਨੋ ਹਾਊ ਦੈਟ prop expert started, what motivates you, because you are engineer, right? Yes. And you worked in IT. So we just want to know why real estate? Yes. What happened? What triggered you? ਓਕੇ ਸੋ ਮੈਂ ਆਪਣੀ ਸਟੋਰੀ ਦੱਸੂੰਗਾ ਥੋੜ੍ਹੀ ਜੀ। ਜੀ ਪ੍ਰੋਪ ਐਕਸਪਰਟਸ ਤੋਂ ਪਹਿਲਾਂ ਵੀ ਇੱਕ ਸਟੋਰੀ ਹੈ ਜੀ। ਉਹ 2 ਪਾਰਟਸ ਨੇ। ਇੱਕ ਇਟਸ ਅ PFA which is Manish and property for financial freedom which is Dinesh. Then both like we discuss and come up with the prop experts as like product of both of these, right? ਤੇ ਉਹਦੇ ਬਾਰੇ ਥੋੜ੍ਹਾ ਜਿਹਾ ਪਹਿਲਾਂ ਮੈਂ ਆਪਣੀ ਬੈਕਗਰਾਊਂਡ ਦਿੰਦਾ। ਮੈਂ ਪਟਿਆਲੇ ਤੋਂ ਬਿਲੋਂਗ ਕਰਦਾ ਪਿੱਛੋਂ, ਹੈ ਨਾ, ਅਤੇ ਯੰਗ ਏਜ 2015 ਦੇ ਵਿੱਚ ਮੈਂ ਮਾਸਟਰਸ ਇਲੈਕਟ੍ਰੀਕਲ ਕਰਨ ਆਇਆ। ਇੱਥੋਂ RMIT ਯੂਨੀਵਰਸਿਟੀ ਤੋਂ ਮੈਂ ਮਾਸਟਰਸ ਕੀਤੀ ਹੈ। ਸਟੇਟ ਅਵੇ ਗੋਟ ਅ ਗੁੱਡ ਜੋਬਸ ਇਨ ਇੰਜੀਨੀਅਰਿੰਗ ਫੀਲਡਸ। ਦਾ ਕਰੀਅਰ ਬਹੁਤ ਵਧੀਆ ਸੀ, ਬਟ ਮੇਰੇ ਪੈਸ਼ਨ ਪ੍ਰੋਪਰਟੀ ਦਾ ਫਰੋਮ ਦ ਚਾਈਲਡਹੁੱਡ, ਜਸਟ ਬਿਕੋਜ਼ ਆਫ ਫੈਮਿਲੀ ਕਹੋ, ਆਈ ਆਲਵੇਜ਼ ਡ੍ਰੀਮ ਫॉर ਪ੍ਰੋਪਰਟੀ। ਤੁਹਾਡੀ ਫੈਮਿਲੀ 'ਚ ਕੋਈ ਕੰਮ ਕਰਦਾ ਸੀ? ਮੇਰੇ ਬ੍ਰਦਰ ਇਨ ਲਾਅ, ਮੇਰੀਆਂ ਸਿਸਟਰਸ ਨੇ। ਮੇਰੇ ਬ੍ਰਦਰ ਇਨ ਲਾਅ, ਮੇਰੇ ਫਾਦਰ ਸਾਹਿਬ ਚੰਗੇ ਟਾਈਮ 'ਚ ਉਹਨਾਂ ਨੇ ਕਾਫੀ ਪ੍ਰੋਪਰਟੀਆਂ ਜੋੜੀਆਂ, ਅਤੇ ਰੇਨੀ ਡੇਜ਼ ਦੇ ਵਿੱਚ ਉਹ ਪ੍ਰੋਪਰਟੀਆਂ ਨੇ ਅਸੀਂ ਦੈਟ ਵਾਜ਼ ਦ ਵੇ ਵੀ ਸਰਵਾਈਵ, ਰਾਈਟ? ਐਂਡ ਦੈਟ ਵਾਜ਼ ਵਿਦ ਮੀ ਫਰੋਮ ਦ ਚਾਈਲਡਹੁੱਡ ਕਿ ਪ੍ਰੋਪਰਟੀ 'ਚ ਕੁਛ ਕਰਨਾ, ਰਾਈਟ? ਈਵਨ ਦੋ ਮਾਸਟਰਸ ਕਰ ਰਿਹਾ ਸੀ, ਮੇਰੇ ਦੋਸਤ ਕਹਿੰਦੇ ਸੀ ਵੀ ਇਹ ਰੇਵਾਈਟ ਖੋਲੂਗਾ, ਰਾਈਟ? ਵੀ ਇਹ ਰੇਵਾਈਟ ਖੋਲੂਗਾ, ਇਹ ਕੋਈ ਏਜੰਸੀ ਲਊਗਾ। ਅਤੇ ਬਟ ਬਾਇਰ ਏਜੰਟ ਕੌਨਸੈਪਟ ਇੰਨਾ ਨਹੀਂ ਸੀਗਾ ਉਸ ਟਾਈਮ, ਰਾਈਟ? ਹੌਲੀ ਹੌਲੀ ਪਤਾ ਲੱਗਿਆ ਵੀ ਯੈਸ ਦਿਸ ਇਜ਼ ਸਮਥਿੰਗ ਵਿਚ ਵੀ ਕੈਨ ਡੂ, ਰਾਈਟ? ਅਤੇ ਉਹ ਮੇਰੀ ਜਰਨੀ, ਪਹਿਲਾਂ ਮੈਂ ਖੁਦ ਦੀਆਂ ਪ੍ਰੋਪਰਟੀਆਂ ਬਾਏ ਕੀਤੀਆਂ,
ਉਹ ਕਈ ਮਿਥਸ ਬ੍ਰੇਕ ਕੀਤੀਆਂ ਵੀ ਬਾਰਡਰਲੈਸ ਇਨਵੈਸਟਿੰਗ ਦੀ ਤਰਫ ਗਿਆ। ਆਪਣੀ ਮੈਲਬਨ ਪਹਿਲਾਂ ਲਿੱਤੀ ਪ੍ਰੋਪਰਟੀ, ਫਿਰ ਮੈਂ ਪਰਥ ਲਿੱਤੀ, ਰਾਈਟ, ਫਿਰ ਮੈਂ ਕੇਨਸ ਪ੍ਰੋਪਰਟੀ ਲਿੱਤੀ, ਰਾਈਟ, ਇਟ ਵਾਸ ਵਰਕਿੰਗ ਵੈਲ। ਮੈਂ ਕਿਹਾ ਦੈਟਸ ਸਮਥਿੰਗ ਆਈ ਕੈਨ ਡੂ, ਰਾਈਟ, ਐਂਡ ਆਈ ਕੈਨ ਹੈਲਪ ਪੀਪਲ। ਸੇਲਸ ਏਜੰਟ ਇਜ਼ ਅ ਬਿਗ ਇੰਡਸਟਰੀ, ਫਿਰ ਵਾਇਰ ਏਜੰਟ ਬਹੁਤ ਛੋਟੀ ਇੰਡਸਟਰੀ ਹੈ ਹਜੇ, ਰਾਈਟ, ਇਟਸ ਨੀਸ਼ ਇੰਡਸਟਰੀ। ਅਤੇ ਉਸ ਕਨਸੈਪਟ ਨੂੰ ਬਸ ਫਿਰ ਅਸੀਂ ਦੇਵਰ few institutes which helps you become a buyer agent, ਅਤੇ ਐਨਰੋਲ ਕੀਤਾ, ਫਿਰ ਹੋਰ ਸਟੱਡੀਜ਼ ਕੀਤੀਆਂ, ਸਟਰਕਚਰ ਸਮਝੇ। ਉੱਥੋਂ ਮੈਨੇ ਪਾਰਟ ਟਾਈਮ ਸ਼ੁਰੂ ਕੀਤੀ ਪ੍ਰੋਪਰਟੀ ਫॉर ਫਾਈਨੈਂਸ਼ੀਅਲ ਫਰੀडम, ਰਾਈਟ। ਅਤੇ ਉਹ ਕਿੱਥੋਂ ਸ਼ੁਰੂ ਹੋਈ ਹੈ? ਆਈ ਵਾਸ ਪਾਰਟ ਆਫ ਵਨ ਆਫ ਦ ਬਿਗੇਸਟ ਗਰੁੱਪਸ ਇਨ ਆਸਟ੍ਰੇਲੀਆ ਵਿਚ ਇਜ਼ PFA। ਉਹ ਮਨੀਸ਼ ਜੀ ਦੱਸਣਗੇ ਉਹਦੇ ਬਾਰੇ, ਰਾਈਟ। ਅਤੇ ਉਹ I'll ask Manish ji to introduce. Manish ji, what is PFA and how that started? What's your journey? ਵਿਸ਼ਾਲ ਜੀ, PFA ਜੋ ਦਾ ਫੁੱਲ ਫਾਰਮ ਹੈ ਪ੍ਰੋਪਰਟੀ ਫੋਰਮ ਆਸਟ੍ਰੇਲੀਆ, ਰਾਈਟ, ਠੀਕ ਹੈ। ਇਹਦੀ ਜਰਨੀ ਸਟਾਰਟ ਹੋਈ ਸੀ 2019 ਦੇ ਵਿੱਚ, ਜੀ, ਠੀਕ ਹੈ। ਐਂਡ ਉਸ ਤੋਂ ਵੀ ਪਹਿਲਾਂ ਅਗਰ ਮੈਂ ਇੱਕ ਸਟੈਪ ਬੈਕਵਰਡ ਜਾਵਾਂ, ਜੀ, ਮੇਰੀ ਖੁਦ ਦੀ ਜਰਨੀ, ਆਈ ਲੈਂਡਡ ਇਨ ਮੈਲਬਰਨ ਅਰਾਊਂਡ ਇਨ 2004। ਬਹੁਤ ਪੁਰਾਣੇ, ਬਹੁਤ ਪੁਰਾਣੇ। ਕਹਿੰਦੇ ਨੇ ਕਿ ਜਦੋਂ ਸਟੂਡੈਂਟ ਤੇ ਮੈਂ ਐਸ ਏ ਸਟੂਡੈਂਟ ਵੀਜ਼ਾ 'ਤੇ ਇੱਥੇ ਆਇਆ ਸੀਗਾ ਜੀ। ਕਈ ਵਾਰ ਫਲੈਸ਼ਬੈਕ ਕਰਦੇ ਆ ਕੀ ਲੈ ਕੇ ਆਏ ਸੀ ਇੱਥੇ, 2 ਟੈਚੀ 20 ਕਿਲੋ ਦੇ, 40 ਕਿਲੋ, ਇੱਕ ਹੱਥ 'ਚ ਬੈਗ 7 ਕਿਲੋ ਦਾ, 21 ਸਾਲ ਹੋ ਗਏ ਹੈ, ਕੀ ਬਣਾਇਆ ਇੱਥੇ, ਕੀ ਖੱਟਿਆ ਜੀ, ਦੇਖਦੇ ਆ, ਬਹੁਤ ਕੁਛ ਕਰ ਲਿਆ। ਲੇਕਿਨ ਹਾਂ, ਇੰਡੀਆ ਦੀ ਯਾਦ ਤਾਂ ਹਜੇ ਵੀ ਆਉਂਦੀ ਹੈ, ਰਾਈਟ, ਠੀਕ ਹੈ। ਬਟ ਇਸ ਪੂਰੀ ਜਰਨੀ ਦੇ ਵਿੱਚ ਮੇਰੀ ਜਿਹੜੀ ਫਸਟ ਪ੍ਰੋਪਰਟੀ ਮੈਂ ਬਾਏ ਕੀਤੀ ਹੈ ਆਪਣੀ, ਉਹ ਲੈਂਡ ਲੈ ਕੇ ਬਿਲਡ ਕੀਤੀ ਸੀ। That was 2009, right? So ਉਸ ਟਾਈਮ ਵੀ ਇੱਕ ਰੀਜ਼ਨ ਸੀਗਾ, ਆਸਟ੍ਰੇਲੀਆ ਵਾਸ ਅਬਾਊਟ ਟੂ ਹਿਟ ਇਨਟੂ GFC, ਅਤੇ ਗੌਰਮੈਂਟ ਨੇ ਕੁਛ ਸਟਾਰਟ ਕੀਤਾ ਪੋਲਿਸੀਜ਼, ਫਸਟ ਟਰਮ ਗ੍ਰੈਂਟ ਨੂੰ ਪੁਸ਼ ਕੀਤਾ, ਐਂਡ ਦੇ ਇੰਟਰੋਡਿਊਸ 32,000 ਗ੍ਰੈਂਟ ਫॉर द ਫਸਟ ਟਰਮ ਬਾਇਰ, ਰਾਈਟ। ਸੋ ਵਾਈ ਨਾਟ, ਵੀ ਸ਼ੁਡ ਕੈਪੀਟਲਾਈਜ਼ ਇਟ। ਤਾਂ ਮੈਂ ਲੈਂਡ ਲੈ ਕੇ ਬਿਲਡ ਕੀਤੀ। ਮੇਰੀ ਕੰਸਟਰਕਸ਼ਨ ਐਂਡ ਬਿਲਡ ਐਂਡ ਲੈਂਡ itself costed me 330, which means like I'm getting 32K from the grant, ਰਾਈਟ। ਉਹਦੇ ਨਾਲ ਮੇਰੀ ਐਂਟਰੀ, ਜਿਵੇਂ ਕਹਿੰਦੇ ਨੇ ਕਿ ਫਸਟ ਹੋਮ ਬਾਇਰਸ ਨੂੰ ਸਭ ਤੋਂ ਜ਼ਿਆਦਾ ਮੁਸ਼ਕਿਲ ਆਉਂਦੀ ਹੈ ਇੱਕ ਪਹਿਲਾ ਹਾਊਸ ਬਾਏ ਕਰਨ ਲਈ, ਹਾਂ, ਡਿਪੋਜ਼ਿਟ ਲਈ, ਠੀਕ ਹੈ। ਸਾਨੂੰ ਹੈਲਪ ਮਿਲੀ, ਮੈਂ ਐਂਟਰ ਕਰ ਗਿਆ। ਐਂਟਰ ਕਰਨ ਤੋਂ ਬਾਅਦ ਲੱਗਿਆ ਜੀ ਨਹੀਂ, ਚੀਜ਼ ਅੱਛੀ ਹੈ, ਪ੍ਰੋਪਰਟੀਜ਼ ਆਪਣੀ ਵੈਲਥ ਨੂੰ ਗਰੋ ਕਰ ਸਕਦੀ ਹੈ। ਪਰ ਤੁਸੀਂ IT 'ਚ ਕੰਮ ਕਰਦੇ ਸੀ ਨਾਲ ਨਾਲ? ਮੈਂ ਜਦੋਂ, ਮੇਰਾ ਬੈਕਗਰਾਊਂਡ ਇੰਡੀਆ ਦੇ ਵਿੱਚ ਸੀਗਾ IT ਦਾ। ਮੈਂ ਕਿਹਾ ਜ਼ਰੂਰ ਹੈ ਕਿ ਮੈਂ ਸਟੂਡੈਂਟ 'ਤੇ ਆਇਆ ਸੀਗਾ, ਬਟ ਬੈਕਗਰਾਊਂਡ ਕੀ ਸੀਗਾ, ਮੈਂ ਆਪਣੀ ਮਾਸਟਰ ਇੰਡੀਆ 'ਚ ਕਰ ਚੁੱਕਿਆ ਸੀਗਾ, ਮੈਂ ਪੜ੍ਹ ਰਿਹਾ ਸੀਗਾ। ਫਿਰ ਸੋਚਿਆ ਕਿ ਯਾਰ ਬਾਹਰ ਜਾਣਾ ਹੈ, ਕੀੜਾ ਉਛਲ ਗਿਆ ਬਾਹਰ ਜਾਣ ਦਾ। ਤੁਸੀਂ ਭਾਜੀ ਇੰਡੀਆ ਕਿੱਥੋਂ ਬਿਲੋਂਗ ਕਰਦੇ ਹੋ? ਪੰਜਾਬ, ਮੋਗੇ ਕੋਲੇ ਪਿੰਡ ਹੈ ਬਦਨੀ ਕਲਾਂ। ਮੋਗਾ ਮੈਂ ਸੁਣਿਆ ਰਹਿੰਦਾ ਹੀ ਨਹੀਂ ਕੋਈ, ਸਾਰੇ ਬਾਹਰ ਹੀ ਨੇ। ਇੱਦਾਂ ਹੈਗਾ ਗੱਲ? ਵੈਸੇ ਉੱਦਾਂ ਮੈਂ ਉੱਦਾਂ ਹੀ ਪੁੱਛ ਲਿਆ। ਵੈਸੇ ਮੈਨੂੰ ਕਹਿੰਦੇ ਇੰਡੀਆ ਉਹ ਮੋਗਾ ਰਹਿੰਦਾ ਨਹੀਂ ਹੈਗਾ ਕੋਈ। ਹੁਣ ਦੇਖੋ, ਓਵਰ ਦਾ ਟਾਈਮ ਚੀਜ਼ਾਂ ਥੋੜ੍ਹੀ ਜਿਹੀ ਜੋ ਕਹਿ ਰਹੇ ਹੋ ਸਹੀ ਕਹਿ ਰਹੇ ਹੋ, ਠੀਕ ਹੈ। ਲੋਕੀ ਕਾਫੀ ਮੂਵ ਆਊਟ ਹੋ ਚੁੱਕੇ ਹੈ। ਮੋਗੇ ਦੇ ਨਾਲ ਜਿੰਨੇ ਵੀ ਆਲੇ ਦੁਆਲੇ ਪਿੰਡ ਹੈਗੇ ਹੈ, ਪਿੰਡ ਵਿੱਚੋਂ ਕਾਫੀ ਬੱਚੇ ਬਾਹਰ ਆ ਗਏ, ਚਾਹੇ ਮੁੰਡੇ ਜਾਂ ਕੁੜੀਆਂ ਹੈਗੀਆਂ, ਠੀਕ ਹੈ। ਅਤੇ ਇਹ ਛੋਟੀ ਜਰਨੀ ਰਹੀ ਹੈ ਸਾਡੀ ਜੀ। ਅਤੇ ਲੇਕਿਨ ਜੋ ਬੈਕ ਸੀਗਾ PFA ਬਾਰੇ, ਠੀਕ ਹੈ, ਜੋ ਮੇਰੀ ਫਸਟ ਪ੍ਰੋਪਰਟੀ ਤੋਂ ਲੈ ਕੇ 2019 ਦੇ ਵਿੱਚ ਜੋ ਮੇਰੀ ਖੁਦ ਦੀ ਜਰਨੀ ਸੀ, ਕਿਵੇਂ ਮੈਂ ਆਪਣੇ ਆਪ ਨੂੰ ਗਰੋ ਕਰਕੇ ਕਿਵੇਂ ਲੋਕਾਂ ਦੀ ਹੈਲਪ ਕੀਤੀ ਹੈ, ਮੇਰੇ ਫਰੈਂਡਸ, ਮੇਰੇ ਫੈਮਿਲੀ ਮੈਂਬਰਸ, ਮੇਰੇ ਕਲੀਗਸ ਵਰਕ 'ਤੇ, ਠੀਕ ਹੈ। ਫਿਰ ਕੁਐਸਚਨ ਆਇਆ ਕਿ ਮਨੀਸ਼, ਇਫ ਯੂ ਕੈਨ ਹੈਲਪ ਸਮਵਨ ਜੋ ਤੁਹਾਡਾ ਨੋਨ ਹੈ, ਕਿਉਂ ਤੁਸੀਂ ਆਪਣੇ ਅਨਨੋਨ ਜਾਂ ਸਟ੍ਰੇਂਜਰਸ ਨੂੰ ਕਿਉਂ ਨਹੀਂ ਹੈਲਪ ਕਰ ਸਕਦੇ? ਮੇਕ ਸੈਂਸ। ਉਸ ਟਾਈਮ 'ਤੇ ਆ ਕੇ ਇਹ PFA ਦਾ ਬਰਥ ਹੋਇਆ 2 ਮਈ 2019 ਦੇ ਵਿੱਚ। ਹਾਂਜੀ, ਪਹਿਲਾਂ ਤਾਂ ਸਿੰਪਲ ਸੀਗਾ ਕਿ ਇੱਕ WhatsApp 'ਤੇ ਗਰੁੱਪ ਕ੍ਰੀਏਟ ਹੋਇਆ, ਕੋਈ ਸੋਚਿਆ ਨਹੀਂ ਸੀਗਾ ਕਿ ਕੀ ਨਾਮ ਦੇਣਾ ਹੈ, ਇੱਕ ਰੈਂਡਮ ਗਰੁੱਪ, ਜਿਵੇਂ ਆਪਣੇ ਆਪਾਂ ਫੈਮਿਲੀ ਦੇ ਇੱਕ ਗਰੁੱਪਸ ਬਣਾਉਂਦੇ ਹਾਂ। ਲੇਕਿਨ ਜਿਵੇਂ ਜਿਵੇਂ ਗਰੁੱਪ ਐਕਸਪੈਂਡ ਹੋਏ, 20 'ਚ ਕੋਵਿਡ ਆਇਆ, ਅਸੀਂ ਸੋਚਿਆ ਕਿ ਇਹਨੂੰ Facebook 'ਤੇ ਲੈ ਕੇ ਜਾਈਏ। ਉਦੋਂ ਇਹਦਾ ਰੀਬ੍ਰਾਂਡ ਕਰਕੇ ਇੱਕ ਪ੍ਰੋਪਰ ਨਾਮ ਦਿੱਤਾ ਗਿਆ, ਪ੍ਰੋਪਰਟੀ ਫੋਰਮ ਆਸਟ੍ਰੇਲੀਆ, ਨਿਕਨੇਮ ਐਸ PFA। ਕਿੰਨੇ ਕੁ ਮੈਂਬਰ ਨੇ ਭਾਜੀ ਇਹ ਪ੍ਰੋਪਰਟੀ? ਅੱਜ ਦੀ ਡੇਟ ਤੱਕ ਇਹ ਆਰਗੈਨਿਕਲੀ ਗਰੋ ਕਰ ਰਹੇ ਹੈ ਜੀ। ਲਾਸਟ ਜਦੋਂ ਮੈਂ ਚੈੱਕ ਕੀਤਾ ਸੀਗਾ, ਸੁਣਿਆ ਕਾਫੀ ਨੇ ਮੈਂਬਰਸ। Facebook ਇਟਸੈਲਫ 'ਤੇ 65,000 ਕ੍ਰੋਸ ਕਰ ਚੁੱਕੇ ਹੈ। ਅੱਛਾ ਜੀ। ਔਰ WhatsApp ਦੇ ਵਿੱਚ ਇਟਸੈਲਫ ਇਜ਼ ਅਰਾਊਂਡ 25 to 30K ਮੈਂਬਰਸ। ਜੀ। ਤਾਂ ਇਹਨਾਂ ਦੀ ਆਪਣੀ ਹੀ ਇੱਕ ਆਰਗੈਨਿਕਲੀ ਰੀਚ ਹੈ। ਉਹਦਾ ਰੀਜ਼ਨ ਵੀ ਕੀ ਹੈ? ਪ੍ਰੋਪਰਟੀ ਇੱਕ ਇੱਦਾਂ ਦਾ ਟੌਪਿਕ ਹੈ ਜੋ ਆਪਣੇ ਇੰਡੀਅਨਸ ਕਹਿ ਲਓ, ਦੇਸੀ ਕਹਿ ਲਓ, ਹਰ ਇੱਕ ਦੇ DNA 'ਚ ਹੈਗਾ। ਜੀ, ਠੀਕ ਹੈ, ਰਾਈਟ। ਸਵੇਰੇ ਜਾਓ, ਸ਼ਾਮ ਨੂੰ ਜਾਓ, ਕਿਸੇ ਨਾ ਕਿਸੇ ਟਾਈਮ 'ਤੇ ਉਹਨਾਂ ਨੇ ਪ੍ਰੋਪਰਟੀ ਡਿਸਕਸ਼ਨ ਕਰਨਾ ਹੀ ਕਰਨਾ ਹੈ, ਚਾਹੇ 24 ਘੰਟੇ ਦਿਮਾਗ 'ਚ ਰਹਿਣਾ, ਦਿਮਾਗ 'ਚ ਆ ਰਹਿੰਦਾ ਹੈ, ਠੀਕ ਹੈ। ਅਤੇ ਜਿਹਦੇ ਦਿਮਾਗ 'ਚ ਇੱਕ ਵਾਰ ਪ੍ਰੋਪਰਟੀ ਆ ਗਿਆ, ਅਤੇ ਜਿਹੜਾ ਅਗਰ ਕੋਈ WhatsApp ਜਾਂ Facebook ਦਾ ਯੂਜ਼ਰ ਹੈ, ਉਹ PFA ਦੇ ਵਿੱਚ ਪਾਰਟ ਉਹਨੇ ਬਣਨਾ ਹੀ ਬਣਨਾ ਹੈ।
ਮੇਕ ਸੈਂਸ ਭਾਜੀ ਠੀਕ ਹੈ। ਔਰ ਇਸੇ ਕੇਸ ਦੇ ਵਿੱਚ ਜੋ ਦਿਨੇਸ਼ ਨੇ ਪਹਿਲਾਂ ਕਹਿ ਰਹੇ ਸੀਗੇ, ਮੇਰੀ ਕੋਲੈਬੋਰੇਸ਼ਨ ਦਿਨੇਸ਼ ਦੇ ਨਾਲ ਇਸ PFA ਦੇ ਗਰੁੱਪ ਕਰਕੇ ਹੀ ਹੋਈ ਹੈ। ਰਾਈਟ ਸੋ ਮੈਂ ਅਗਲੀ ਸਟੋਰੀ ਥੋੜੀ ਜਿਹੀ ਮੈਂ ਦੱਸਦਾ। ਤੇ PFA ਇੱਕ ਮੈਂ ਜੁਆਇਨ ਕੀਤਾ ਰਫਲੀ 4 ਸਾਲ ਪਹਿਲਾਂ ਜੀ। ਅੱਛਾ ਜੀ। ਤੇ ਬੀਇੰਗ ਲਾਈਕ ਕੋਈ ਵੀ ਜੁਆਇਨ ਕਰ ਸਕਦਾ, ਮੈਂ ਜਿੱਦਾਂ ਮੈਂ ਜੁਆਇਨ ਕਰਨਾ, ਐਨੀਵਨ ਇਜ਼ ਇੰਟਰਸਟਿਡ ਇਨ ਪ੍ਰੋਪਰਟੀ ਕੈਨ ਜੁਆਇਨ ਹੈ ਨਾ। ਤੇ ਉਹਦੇ ਵਿੱਚ ਮੈਂ ਮੇਰੀ ਜਰਨੀ ਕਿਵੇਂ ਸ਼ੁਰੂ ਹੋਈ, ਕਿਉਂਕਿ ਮੈਂ ਕਾਫੀ ਸਟੱਡੀ ਕਰ ਰਿਹਾ ਸੀ ਇਸ ਬਾਰੇ। ਮੈਂ ਕਮੈਂਟਸ ਪਾਉਣੇ ਸ਼ੁਰੂ ਕਰਤੇ, ਮਤਲਬ ਫੋਰ ਐਗਜ਼ਾਮਪਲ ਕਿਸੇ ਨੇ ਪੁੱਛਿਆ ਮੇਰਾ 6 ਲੱਖ ਦਾ ਬਜਟ ਹੈ, ਮੈਂ ਕਿੱਥੇ ਬਾਏ ਕਰਾਂ, ਤੇ ਮੈਂ ਪੂਰਾ ਇੱਕ ਐਸੇ ਲਿਖ ਦੇਣਾ ਵੀ ਇੱਥੇ ਆਹ ਚੀਜ਼ ਵਧੀਆ। ਮੈਂ ਆਈ ਵਾਜ਼ ਵੈਰੀ ਪ੍ਰੋਐਕਟਿਵ ਇਨ ਦਾ ਗਰੁੱਪ। ਸਟਿਲ ਵੀ ਡੂ ਲੋਟ ਆਫ ਵੀਡੀਓਜ਼ ਦੇਅਰ, ਵੈਬਿਨਾਰਸ ਕਰਦੇ ਹਾਂ ਅਸੀਂ ਹੁਣ। ਤੇ ਤੁਹਾਡੇ ਵੈਬਿਨਾਰ ਬਹੁਤ ਫੇਮਸ ਨੇ ਮੈਲਬਨ 'ਚ। ਹਾਂਜੀ ਹਾਂ, ਥੈਂਕ ਯੂ। ਤੇ ਵੈਬਿਨਾਰ 'ਤੇ ਸਾਡੇ ਰਿਕਾਰਡ ਜਾ ਰਿਹਾ ਇਸ ਟਾਈਮ 'ਤੇ। ਜਦੋਂ ਵੀ ਅਸੀਂ ਵੈਬਿਨਾਰ ਦੀ ਇੱਕ ਅਨਾਊਂਸਮੈਂਟ ਕਰਦੇ ਹਾਂ, 500 ਰਜਿਸਟ੍ਰੇਸ਼ਨ ਸਾਡੀ ਹੋ ਰਹੀ ਹੈ ਹਮੇਸ਼ਾ। ਤੁਹਾਡਾ 1 ਸਤੰਬਰ 'ਚ ਮੈਂ ਰਜਿਸਟਰ ਕੀਤਾ ਉਹ ਉਹ ਬਹੁਤ ਵਧੀਆ ਟੌਪਿਕ ਹੈ। ਉਹ ਟੌਪਿਕ ਵੈਰੀ ਟੈਕਨੀਕਲ ਟੌਪਿਕ ਆ ਉਹ, ਵੀ ਟਰਸਟ ਸਟਰਕਚਰ। ਅਤੇ ਜਿਵੇਂ ਜਦ ਵੀ ਤੁਸੀਂ ਸੁਣਦੇ ਹੋ ਨਾ 8 ਪ੍ਰਾਪਰਟੀਆਂ ਕਿਸੇ ਦੀਆਂ, 10 ਪ੍ਰਾਪਰਟੀਆਂ, 15 ਪ੍ਰਾਪਰਟੀਆਂ, ਨੀਂਦਰ ਨਹੀਂ ਆਉਂਦੀ ਨਾ ਵੈਰੀ ਨਹੀਂ, ਮੈਨੂੰ ਤਾਂ ਵਧੀਆ ਆਉਂਦੀ ਹੈ ਭਾਜੀ। 7 ਪ੍ਰਾਪਰਟੀਆਂ ਹੋ ਗਈਆਂ, ਮੈਂ ਤਾਂ ਖੁਸ਼, ਹੁਣ ਤਾਂ ਖੁਸ਼ੀ ਨਾ। ਪਰ ਉਹਦੇ ਪਿੱਛੇ ਰੀਜ਼ਨ ਕੀ ਹੈ? ਪੀਪਲ ਯੂਜ਼ ਟਰਸਟ ਸਟਰਕਚਰਸ ਟੂ ਬਿਲਡ ਅ ਪੋਰਟਫੋਲੀਓ। ਠੀਕ ਹੈ, ਉਹ ਬਹੁਤ ਇੰਪੋਰਟੈਂਟ ਹੈ ਸਮਝਣਾ। ਜਦ ਵੀ ਤੁਸੀਂ ਐਂਪਲੀਫਾਈ ਕਰਨਾ ਪੋਰਟਫੋਲੀਓ ਨੂੰ, ਦੈਟਸ ਸਮਥਿੰਗ ਯੂ ਹੈਵ ਟੂ ਅੰਡਰਸਟੈਂਡ। ਅਤੇ ਉਸੇ ਤੋਂ ਅਸੀਂ ਆਪਣੇ ਜਿਹੜੇ ਆਪਣੀ ਕਮਿਊਨਿਟੀ ਆ, ਉਹਨਾਂ ਚੀਜ਼ਾਂ ਨੂੰ ਪਤਾ ਹੀ ਨਹੀਂ ਉਹਨਾਂ ਨੂੰ, ਹੈ ਨਾ। ਅਤੇ ਇਹ ਵੈਬੀਨਾਰਸ ਦੇ ਰਾਹੀਂ ਅਸੀਂ ਇਹੀ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਐਜ਼ ਮਚ ਐਜੂਕੇਟ ਵਟ ਵੀ ਕੈਨ ਡੂ, ਰਾਈਟ। ਅਤੇ ਹੁਣ ਉਹਦੇ ਵਿੱਚ ਮੈਂ ਪ੍ਰੋਐਕਟਿਵ ਸੀਗਾ ਗਰੁੱਪ ਦੇ ਵਿੱਚ। ਹਾਂ, ਅਤੇ ਆਈ ਵਾਜ਼ ਸਟਾਰਟ ਗੈਟਿੰਗ ਲੋਟ ਆਫ ਮੈਸੇਜਿਸ ਸੇਇੰਗ, ਦਿਨੇਸ਼ ਕੈਨ ਯੂ ਹੈਲਪ ਮੀ ਬਾਇੰਗ ਅ ਪ੍ਰੋਪਰਟੀ, ਰਾਈਟ। Then that's where I thought instead of sales agent, buyer agent is a better thing, right? Then I started thinking of it. Then I got the license and start working as a buyer agent. Manish ji haje bhi IT, giving lot of services to the group, but he was still IT, right? ਤੇ ਮੈਂ ਉਹਦੇ ਵਿੱਚ not only me, there was a lot of other buyer agents. Still there are a lot of buyer agents who are helping others and getting business out of this group. ਤੇ ਉਹਦੇ ਵਿੱਚੋਂ ਮੈਨੂੰ ਕਾਫੀ ਉਸ ਗਰੁੱਪ 'ਚੋਂ ਕਲਾਇੰਟਸ ਆਉਣੇ ਸ਼ੁਰੂ ਹੋਏ। ਦੈਟਸ ਵੇਅਰ ਮੇਰੀ ਪਹਿਲੇ ਹੀ ਸਾਲ ਦੇ ਵਿੱਚ PF ਪ੍ਰੋਪਰਟੀ ਫॉर ਫਾਈਨੈਂਸ਼ੀਅਲ ਫਰੀडम 'ਚ ਮੈਂ 30+ ਕਲਾਇੰਟਸ ਕਰਤੇ ਜੀ, ਰਾਈਟ, ਐਜ਼ ਅ ਪਾਰਟ ਟਾਈਮਰ। ਅੱਛਾ, ਐਜ਼ ਅ ਪਾਰਟ ਟਾਈਮਰ the paycheck was more than my salary. ਮੈਨੂੰ ਲੱਗਦਾ ਐਪੀਸੋਡ ਖਤਮ ਕਰਨ ਨੂੰ ਮੈਨੂੰ ਵੀ ਲਾਇਸੈਂਸ ਲੈਣਾ ਪੈਣਾ। ਬਾਈ ਲਓ ਲਾਇਸੈਂਸ ਲਓ ਪੱਕਾ, ਹੈ ਨਾ। ਤੇ ਉਹ ਕਰਦੇ ਇੰਨੇ ਕਲਾਇੰਟ ਕਰਤੇ। ਅਤੇ ਮੈਂ ਕਿਹਾ ਆਪਣੇ ਸੀਨੀਅਰਸ ਨਾਲ ਡਿਸਕਸ ਕੀਤਾ, ਮੈਂ ਕਿਹਾ ਦਿਸ ਇਜ਼ ਮਾਈ ਪੈਸ਼ਨ ਐਂਡ ਆਈ ਐਮ ਗੈਟਿੰਗ ਵੈਰੀ ਬਿਜ਼ੀ ਇਨ ਟੂ ਦਿਸ। ਇੱਥੋਂ ਕਲਾਇੰਟ ਨਹੀਂ ਰੁਕ ਰਿਹਾ। ਅਤੇ ਇੱਧਰ ਕਿਉਂ ਨਹੀਂ ਭਾਜੀ ਇੰਟਰਸਟ ਸੀ ਸਿਗਨਲ? ਮੈਂ ਆਈ ਲਵ ਸਿਗਨਲਿੰਗ, ਹੈ ਨਾ। ਬਟ ਜੇ ਹੁਣ ਦੋਨਾਂ ਨੂੰ ਤਰਾਜੂ 'ਚ ਪਾਓ ਵੀ ਪ੍ਰੋਪਰਟੀ ਜਾਂ ਸਿਗਨਲਿੰਗ, ਤਾਂ ਫਿਰ ਪ੍ਰੋਪਰਟੀ ਇਜ਼ ਮਾਈ ਫਸਟ ਪ੍ਰੈਫਰੈਂਸ, ਹੈ ਨਾ। ਪਰ ਐਂ ਨਹੀਂ ਹੈ ਵੀ ਮੈਨੂੰ ਸਿਗਨਲਿੰਗ ਪਸੰਦ ਨਹੀਂ ਸੀ, ਰਾਈਟ। ਮੈंने ਮਾਸਟਰਸ ਕੀਤੀ, ਮੈਨੂੰ ਗੌਰਮੈਂਟ ਨੇ ਪਿਕ ਕੀਤਾ। ਦੇ ਸਪੈਂਡ ਅਰਾਊਂਡ $100,000 ਫਰਦਰ ਔਨ ਮਾਈ ਸਟੱਡੀਜ਼ ਫॉर ਡਿਪਲੋਮਾ ਇਨ ਰੇਲਵੇ ਸਿਗਨਲਿੰਗ। ਆਈ ਵਾਜ਼ ਵਨ ਆਫ ਦ 8 ਕੈਡੇਟਸ ਇਨ ਹੋਲ ਸਟੇਟ, ਰਾਈਟ। ਅਤੇ 3 ਸਾਲ ਮੈਂ ਫਰਦਰ ਸਟੱਡੀ ਕੀਤੀ ਮਾਸਟਰਸ ਤੋਂ ਬਾਅਦ, ਰਾਈਟ। ਉਹ ਕਰ ਕੇ ਬਸ ਛੱਡਤੀ। ਫਿਰ ਹੁਣ Cert 4 ਤੇ ਕੰਮ ਕਰ ਰਹੇ ਹਾਂ। ਫਿਰ ਲਿੱਤਾ ਆਪਾਂ Cert 4 ਇਨ ਰੀਅਲ ਸਟੇਟ, ਲਾਇਸੈਂਸ ਲਿੱਤਾ ਅਤੇ ਉਹ 'ਤੇ ਕੰਮ ਕਰ ਰਹੇ ਹਾਂ ਹੁਣ। ਨਹੀਂ ਭਾਜੀ, ਬਹੁਤ ਸੋਹਣੀ ਜਰਨੀ ਹੈ ਤੁਹਾਡੀ। ਹਾਊ ਦੈਟ ਪ੍ਰੋਪ ਐਕਸਪੋਰਟਸ ਸਟਾਰਟਿਡ, ਇਟਸ ਅ ਬਿਊਟੀਫੁਲ ਇੰਸਪੀਰੇਸ਼ਨ ਟੂ ਪੀਪਲ ਹੂ ਰੀਅਲੀ ਵਾਂਟਸ ਟੂ ਕਮ ਇਨ ਟੂ ਦਿਸ ਸਪੇਸ। ਕਿਉਂਕਿ ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ is it the right time to enter into the industry? What are the complications and will they survive? Will they make enough money for survival? So it's a great journey you have. ਪਤਾ ਕੀ ਹੈ ਭਾਜੀ, ਇਹ ਇੰਡਸਟਰੀ ਕੋਈ ਵੀ ਸਰਵਿਸ ਬੇਸਡ ਇੰਡਸਟਰੀ ਹੈ ਨਾ, ਉਸ 'ਚ ਤੁਹਾਨੂੰ ਜੇ 100 ਦੇਖੋਗੇ 15-20 ਜਾਣੇ ਕਾਮਯਾਬ ਦਿਖੇਂਗੇ। ਇਸ ਇੰਡਸਟਰੀ ਲਾਈਕ ਐਂਟਰੀ ਪੁਆਇੰਟ ਇਜ਼ ਈਜ਼ੀ, anyone can do Cert 4 and spend some time with a licensed person and get a full license. So there you get license and then entry point is not that difficult, right? ਤੇ ਉਹਦੇ ਵਿੱਚ ਹੁਣ ਉਹ 'ਚ ਕਾਮਯਾਬ ਕਈ ਬਾਰ ਏਜੰਟਸ ਨੂੰ ਉਹ ਅੱਛੀ ਨੌਲੇਜ ਹੀ ਨਹੀਂ ਹੈਗੀ। then they said like industry is not good. But the thing is, if you know what you're doing, same like in mortgage broking, you will find 100 mortgage brokers, but not everyone is successful. Similarly, you find 100 buyer agents, not everyone is successful. But if you know what you're doing, it's the best industry to be in. Amazing ਭਾਜੀ। ਦੇਖੋ ਬਾਇਸ ਏਜੰਟ ਦੇ ਵਿੱਚ ਜੋ ਇੱਕ ਮੇਜਰ ਚੀਜ਼ ਆ ਰਹੀ ਹੈ ਜੀ, ਬਾਇਸ ਏਜੰਟ ਜੋ ਪਰਸਨ ਹੈ ਉਹ ਆਪਣੀ ਇੱਕ ਸਰਵਿਸ ਦੇ ਰਹੇ ਹੈ, ਠੀਕ ਹੈ। ਇਵੈਂਚੁਅਲੀ ਦੂਸਰੇ ਲੋਕ
ਬਾਇਸ ਏਜੰਟ ਤੇ ਵਿਸ਼ਵਾਸ ਕਰਕੇ ਇੱਕ ਪੈਸਾ ਲਗਾ ਰਹੇ ਹਾਂ, ਠੀਕ ਹੈ। ਤੇ ਅਲਟੀਮੇਟਲੀ ਸਾਡਾ ਮੇਨ ਰੋਲ ਹੈ ਕਿ ਉਹਨਾਂ ਦਾ ਜਿੱਥੇ ਪੈਸਾ ਲੱਗ ਰਿਹਾ ਉਹ ਗਰੋ ਕਰੇ। ਤਾਂ ਤੁਸੀਂ ਇਮੇਜਿਨ ਕਰੋ ਅਸੀਂ ਇਸ ਟਾਈਮ ਤੇ ਇੰਨੇ ਲੋਕਾਂ ਦੀ ਹੈਲਪ ਕਰ ਰਹੇ ਹਾਂ, ਲੇਕਿਨ ਬੈਕ ਆਫ ਦਾ ਮਾਈਂਡ ਜਦੋਂ ਅਸੀਂ ਸੁਣਦੇ ਹਾਂ ਦਿਮਾਗ ਤੇ ਇਹ ਰਹਿੰਦਾ ਯਾਰ ਮੇਰੇ ਉਸ ਪਰਸਨ ਨੇ, ਜਿਵੇਂ ਵਿਸ਼ਾਲ ਸਾਡੇ ਤੋਂ ਪ੍ਰੋਪਰਟੀ ਲੈਣ ਗਏ, ਅਗਰ ਅਸੀਂ ਉਹਨਾਂ ਦਾ ਪੈਸਾ ਲਗਵਾ ਰਹੇ ਹਾਂ ਤੇ ਪ੍ਰੋਪਰਟੀ ਜੋ ਤੱਕ ਉਹਨਾਂ ਦੀ ਗਰੋ ਨਹੀਂ ਕਰਦੀ, ਉਹ ਅੰਦਰੋਂ ਇੰਨਾ ਜਿਹੜੀ ਫੀਲਿੰਗ ਹੈ ਨਾ ਸੈਟਿਸਫੈਕਸ਼ਨ ਨਹੀਂ ਮਿਲਦੀ, ਠੀਕ ਹੈ। ਤਾਂ ਅਸੀਂ ਉਹਨਾਂ ਨੂੰ ਕਲੋਜ਼ਲੀ ਮੋਨੀਟਰ ਕਰਦੇ ਹਾਂ 3 ਮਹੀਨੇ 6 ਮਹੀਨੇ, ਜਦੋਂ ਪ੍ਰੋਪਰਟੀ ਗਰੋ ਕਰ ਗਈ, ਯੈਸ ਇਟਸ ਅ ਗ੍ਰੇਟ ਥਿੰਗ, ਵੀ ਹੈਵ ਡਨ ਵਾਟ ਵੀ ਆਰ ਏਮ ਫॉर ਟੂ ਡੂ। ਨਹੀਂ, ਮੈਨੂੰ ਇਹ ਲੱਗ ਰਿਹਾ ਤੁਹਾਡੀ ਜਿਹੜੀ ਵੀ ਹਾਲੇ ਤੱਕ ਕਨਵਰਸੇਸ਼ਨ ਹੋਈ ਹੈ, ਯੂ ਕਾਈਂਡ ਆਫ ਹਾਰਡ ਵਰਕਿੰਗ ਡੈਡੀਕੇਟਿਡ ਗਾਈ ਟੂਵਰਡਸ ਦ ਵਰਕ, ਹੈ ਨਾ। ਪਰ ਇੱਕ ਕੁਐਸਚਨ ਮੇਰਾ ਇਹ ਹੈ, ਜਿੱਦਾਂ ਬਾਇਰ ਏਜੰਟ, ਚਲੋ ਹੁਣ ਗੱਲ ਖੁੱਲ੍ਹ ਗਈ ਹੈ, ਤੁਸੀਂ ਬਾਇਰ ਏਜੰਟ ਹੋ, ਹੈ ਨਾ, ਆਸਟ੍ਰੇਲੀਆ ਦੀ ਨੰਬਰ 1 ਕੰਪਨੀ ਹੋ ਬਾਇਰ ਏਜੰਸੀ। ਪਰ ਕਿਹੜੀ 3 ਚੀਜ਼ਾਂ ਧਿਆਨ ਰੱਖਣੀ ਚਾਹੀਦੀ ਹੈ ਇੱਕ ਇਨਵੈਸਟਰ ਨੂੰ ਟੂ ਸਿਲੈਕਟ ਬਾਇਰ ਏਜੰਟ? ਮਨੀਸ਼ ਜੀ, ਤੁਸੀਂ ਕੀ ਕਹਿਣਾ ਚਾਹੋਗੇ? ਜੀ ਦੇਖੋ, 3 ਚੀਜ਼ਾਂ ਵਿੱਚੋਂ ਬਾਇਸ ਏਜੰਟ ਦਾ ਖੁਦ ਦਾ ਸਭ ਤੋਂ ਪਹਿਲਾਂ ਕਿ ਖੁਦ ਦਾ ਉਹਨਾਂ ਦਾ ਪੋਰਟਫੋਲੀਓ ਉਹਨਾਂ ਨੇ ਕਿਵੇਂ ਕ੍ਰੀਏਟ ਕੀਤਾ ਹੈ, ਠੀਕ ਹੈ। ਕਿ ਉਹਨਾਂ ਨੇ ਇੱਕ ਆਪਣੇ ਲੱਕ ਦੇ ਨਾਲ ਪੋਰਟਫੋਲੀਓ ਕ੍ਰੀਏਟ ਕੀਤਾ ਹੈ ਜਾਂ ਆਪਣੇ ਕੁਝ ਫੰਡਾਮੈਂਟਲਸ ਤੋਂ ਬਾਅਦ ਉਹਨਾਂ ਨੇ ਕ੍ਰੀਏਟ ਕੀਤਾ ਹੈ, ਠੀਕ ਹੈ। ਮੇਕ ਸੈਂਸ। ਪ੍ਰੋਪਰਟੀ ਕਿੱਦਾਂ ਦੀ ਚੀਜ਼ ਹੈ, ਜਿਵੇਂ ਫੋਰ ਐਗਜ਼ਾਮਪਲ ਮੈਂ ਪ੍ਰੋਪਰਟੀ ਨਾਲ ਕੰਪੇਅਰ ਨਹੀਂ ਕਰਦਾ, ਬਟ ਅਗਰ ਆਪਾਂ ਲੱਕ ਦੀ ਗੱਲ ਕਰਦੇ ਹਾਂ, ਕਾਫੀ ਸਕਸੈਸਫੁਲ ਇਨਵੈਸਟਰ ਹੈਗੇ ਆ ਜਿਨ੍ਹਾਂ ਨੇ ਲੱਕ ਦੇ ਬੇਸਿਸ 'ਤੇ ਆਪਣਾ ਵੈਲਥ ਜਨਰੇਟ ਕ੍ਰੀਏਟ ਕੀਤੀ ਹੈ। ਕੁਝ ਇਨਵੈਸਟਰਸ ਹੈ ਉਹਨਾਂ ਨੇ ਕ੍ਰੀਏਟ ਕੀਤੀ ਹੈ ਫੰਡਾਮੈਂਟਲ ਦੇ ਹਿਸਾਬ ਨਾਲ, ਠੀਕ ਹੈ। ਅਗਰ ਤੁਸੀਂ ਪਹਿਲਾ ਵਰਡ ਲੱਕ ਯੂਜ਼ ਕੀਤਾ? ਲੱਕ, ਓਕੇ, ਠੀਕ ਹੈ। ਲੱਕ ਮਤਲਬ ਸਮਝ ਗਿਆ। ਮੇਰੇ ਤਾਂ ਇੰਡੀਆ 'ਚ ਆਉਂਦਾ ਸੀਗਾ ਨਾ ਕਿ ਉਹ ਰੋਡ ਨੂੰ ਜ਼ਮੀਨ ਲੱਗ ਗਈ, ਉਹ ਬਿਲਕੁਲ ਰੇਟ ਵੱਧ, ਉਹ ਲੱਕ ਕਹਿ ਰਹੇ ਹੋ ਐਗਜ਼ੈਕਟਲੀ। ਜਾਂ ਜਿਵੇਂ ਕਹਿ ਦਿਓ ਆਪਾਂ ਟੇਬਲ 'ਤੇ ਬੈਠੇ ਹਾਂ, ਮੇਰੇ ਇੱਕ ਦੋਸਤ ਨੇ ਪ੍ਰੋਪਰਟੀ ਲੈ ਲਈ, ਤੂੰ ਵੀ ਲੈ ਲਾ, ਮੈਂ ਵੀ ਲੈ ਲਈ, ਵੱਧ ਗਈ, ਠੀਕ ਹੈ। ਲੇਕਿਨ ਅਗਰ ਆਪਾਂ ਸਮਾਰਟ ਵੇਚ ਪ੍ਰੋਪਰਟੀ ਲਿੱਤੀ ਹੈ ਤਾਂ ਉਹ ਵਧੀ ਨਹੀਂ ਹੈ, ਉਹ ਡਬਲ ਟ੍ਰਿਪਲ ਹੋਈ ਹੈ, ਠੀਕ ਹੈ। ਮੇਰੀ ਖੁਦ ਪ੍ਰੋਪਰਟੀਜ਼ ਵੀ ਇੱਦਾਂ ਦੀ ਹੈਗੀ ਹੈ ਜਿਹੜੀ 2-2 ਸਾਲ 'ਚ ਡਬਲ ਹੋ ਚੁੱਕੀ ਹੈ, ਠੀਕ ਹੈ। ਤਾਂ ਉਹ ਸਮਾਰਟ ਬਾਇੰਗ ਹੈ, ਠੀਕ ਹੈ। ਤਾਂ ਇਹ ਜਿਹੜੀ ਚੀਜ਼ ਹੈ ਤੁਹਾਨੂੰ ਬਾਇਰ ਏਜੰਟ ਵਿੱਚ ਐਸ ਅ ਪਰਸਨ ਉਹਨਾਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਬਾਇਰ ਏਜੰਟ ਦਾ ਖੁਦ ਦਾ ਪੋਰਟਫੋਲੀਓ ਕਿੱਥੇ ਸਟੈਂਡ ਕਰਦਾ ਹੈ, ਉਹਨਾਂ ਨੇ ਖੁਦ ਨੇ ਪੋਰਟਫੋਲੀਓ ਕਿੰਨੀ ਦੇਰ 'ਚ ਬਣਾਇਆ ਹੈ, ਠੀਕ ਹੈ। ਪ੍ਰੋਪਰਟੀ ਆਪਾਂ ਕਹਿੰਦੇ ਹਾਂ, ਹਮੇਸ਼ਾ ਕਹਿੰਦੇ ਆ ਕਿ ਇਟਸ ਅ ਲੌਂਗ ਟਰਮ ਹੋਲਡ, ਜਾਂ ਹਰ ਲੌਂਗ ਟਰਮ ਹੋਲਡ ਦੇ ਵਿੱਚ ਹਰ ਬੰਦਾ ਬਣਾ ਲੂਗਾ। 10 ਸਾਲ ਤੋਂ ਤੁਹਾਡੀ ਪ੍ਰੋਪਰਟੀ ਵਧੂਗੀ, ਸਾਡੀ ਵੀ ਵਧੂਗੀ, ਲੇਕਿਨ ਉਹ ਪ੍ਰੋਪਰਟੀ ਅਗਰ ਆਪਾਂ 4 ਜਾਂ 3 ਸਾਲ 'ਚ ਵਧਾ ਰਹੇ ਹਾਂ, ਇਹਦਾ ਮਤਲਬ ਦੈਟਸ ਅ ਸਮਾਰਟ ਬਾਇੰਗ, ਠੀਕ ਹੈ। ਸੋ ਦੈਟਸ ਦ ਫਰਸਟ ਪਾਰਟ, ਰਾਈਟ? ਹਾਂਜੀ ਹਾਂਜੀ। What's the second one? I asked you. ਮੈਂ ਸਾਰੀ ਇਨਫੋਰਮੇਸ਼ਨ ਲੈ ਲੈਣੀ ਅੱਜ ਤੇ ਫਿਰ ਕੋਰਸ ਕਰ ਲੈਣਾ ਜਾ ਕੇ। ਨਹੀਂ ਬਿਲਕੁਲ ਅਸੀਂ ਤੁਹਾਨੂੰ ਹਾਇਰ ਕਰ ਲੈਣਾ ਭਾਜੀ। ਨਹੀਂ, ਗੁੱਡ। ਸੈਕਿੰਡ ਚੀਜ਼ ਦੇਖੋ, ਬਾਇਰ ਏਜੰਟ ਇੱਕ ਸਰਵਿਸ ਦੇ ਰਿਹਾ ਹੈ, ਠੀਕ ਹੈ। ਤਾਂ ਸਰਵਿਸ ਦੇਣ ਵਾਲਾ ਬੰਦਾ ਕੀ ਉਹ ਫੁੱਲ ਟਾਈਮ ਦੇ ਰਿਹਾ ਹੈ ਕਿ ਪਾਰਟ ਟਾਈਮ ਦੇ ਰਿਹਾ ਹੈ, ਠੀਕ ਹੈ। ਕਿਉਂਕਿ ਇਹ ਇੰਡਸਟਰੀ ਇੱਦਾਂ ਦੀ ਹੈ, ਕੁਝ ਬਾਇਰ ਏਜੰਟ ਜੋ ਆਪਣੇ ਐਂਟਰੀ ਪੁਆਇੰਟ ਕਰਕੇ ਉਹ ਜਲਦੀ ਐਂਟਰ ਤਾਂ ਕਰ ਚੁੱਕੇ ਹੈ, ਪਰ ਦੇ ਆਰ ਡੂਇੰਗ ਇਟ ਐਸ ਅ ਪਾਰਟ ਟਾਈਮ, they're not active, very active। ਤਾਂ ਉਹ ਕਲਾਇੰਟ ਨੂੰ ਸਰਵਿਸ ਉਦੋਂ ਦੇ ਪਾਣਗੇ ਜਦੋਂ ਉਹ ਫ੍ਰੀ ਹੈ, ਲੇਕਿਨ ਰਿਐਲਿਟੀ ਵਿੱਚ ਕੀ ਹੈ, ਤੁਸੀਂ ਸਰਵਿਸ ਦੇ ਰਹੇ ਹੋ, ਕਲਾਇੰਟ ਤੁਹਾਨੂੰ ਕਿਸੇ ਵੀ ਟਾਈਮ ਤੇ ਕਾਲ ਕਰ ਸਕਦਾ ਹੈ। ਅਗਰ ਤੁਸੀਂ ਫੁੱਲ ਟਾਈਮ ਹੋ ਤਾਂ ਹੀ ਤੁਸੀਂ ਉਹਨੂੰ ਕਲਾਇੰਟ ਨੂੰ ਐਂਟਰਟੇਨ ਕਰ ਪਾਓਗੇ, ਠੀਕ ਹੈ। ਮੇਕ ਸੈਂਸ। ਤਾਂ ਇਹ ਬਹੁਤ ਜ਼ਰੂਰੀ ਹੈ। some people do on weekends, is it what you are saying? weekends and after hours, yeah, right? if let's ਜਿੱਦਾਂ say ਉਬਰ ਚਲਾਉਂਦੇ ਲੋਕੀ ਭਾਜੀ, ਮੈਂ 1 ਸਾਲ ਕੀਤਾ ਮੈਂ ਜੀ। ਅੱਛਾ। ਪਰ ਗੱਲ ਇਹ ਹੈ ਵੀ I've done like, ਪਰ you are not giving time to family, it's how passionate you are। ਮੈਂ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 2-2 3-3 ਵਜੇ ਤੱਕ ਫੁੱਲ ਟਾਈਮ ਜੌਬ ਵੀ ਕਰਨੀ ਆ ਤੇ ਰਾਤ ਨੂੰ ਸ਼ਾਮ ਨੂੰ ਕਲਾਇੰਟਸ ਵੀ ਕਰਨੇ ਆ। ਪਰ ਫੈਮਿਲੀ ਇੱਥੇ ਤੁਹਾਡੀ ਭਾਜੀ? ਉਹ ਭਾਜੀ ਨਹੀਂ, ਤੁਸੀਂ 7 ਤੋਂ 2 ਪਰ ਤੂੰ ਬਿਜ਼ੀ ਭਾਜੀ। ਚੰਗੀ ਗੱਲ ਸੀ ਕੋਵਿਡ। ਨਾ ਕਈ ਵਾਲੀ ਕੋਵਿਡ, ਆਈ ਵੋਂਟ ਸੇ ਕਿ ਕੋਵਿਡ ਦੇ ਵਿੱਚ ਚੰਗੀ ਗੱਲ ਹੈ, ਬਟ ਕੋਵਿਡ ਦੇ ਵਿੱਚ ਬੈਨੀਫੀਸ਼ੀਅਲ ਐਵੇਂ ਸੀ, ਆਫਿਸ ਤੁਸੀਂ ਜਾਣਾ ਨਹੀਂ, ਠੀਕ ਹੈ। ਮੇਰਾ ਕੰਮ ਸੀਗਾ ਡਿਜ਼ਾਈਨ ਦਾ, ਉਹ ਡਿਜ਼ਾਈਨ ਦਾ ਕੰਮ ਮੈਂ ਰਾਤ ਨੂੰ ਵੀ ਕਰ ਸਕਦਾ ਸੀ, ਰਾਈਟ। ਵੇਅਰਐਵਰ ਆਈ ਗੈਟ ਓਪਰਚੁਨਿਟੀ, ਮੇਰੇ ਡਿਲੀਵਰੇਬਲਸ ਹੁੰਦੇ ਸੀ, ਹੈ ਨਾ। ਉਹ ਮੈਂ ਇੱਕ ਦਿਨ 'ਚ 20 ਘੰਟੇ ਬੈਠ ਕੇ ਕਰਾਂ ਜਾਂ ਮੈਂ 2 ਹਫ਼ਤਿਆਂ 'ਚ ਕਰਾਂ, ਹੈ ਨਾ। ਅਤੇ ਉਹ ਦੈਟਸ ਵਾਟ ਮੇਰੀ ਖੁਦ ਦੀ ਚੋਇਸ ਸੀਗੀ। ਅਤੇ ਉਹ ਫਲੈਕਸੀਬਿਲਿਟੀ ਕਰਕੇ ਨਾ ਦੈਟ ਗਿਵਸ ਮੀ ਟਾਈਮ ਕਿ ਮੈਂ ਸ਼ਾਮ ਨੂੰ ਕਲਾਇੰਟ ਕਰ ਰਿਹਾ, ਨਾ ਸਵੇਰੇ ਵੀ ਕਾਲਸ ਲੈ ਰਿਹਾ, ਅਤੇ ਦੈਟ ਗਿਵਸ ਮੀ ਓਪਰਚੁਨਿਟੀ। ਅਤੇ ਪਰ ਅੱਜ ਦੇ ਟਾਈਮ ਦੇ ਵਿੱਚ ਜੇ ਤੁਸੀਂ ਆਫਿਸ ਵੀ ਜਾਣਾ ਹੈ ਅਤੇ ਉੱਪਰ ਦੀ ਕਲਾਇੰਟਸ ਪ੍ਰੋਪ ਐਕਸਪਰਟ ਦਾ ਪੁਆਇੰਟ ਕੁੱਕ, ਰਾਈਟ? ਪੁਆਇੰਟ ਕੁੱਕ ਅਸੀਂ ਹਜੇ ਇੱਕ ਹੋਰ ਓਪਨ ਕਰ ਰਹੇ ਹਾਂ ਵਿਲੀਅਮਸ ਲੈਂਡਿੰਗ ਦੇ ਵਿੱਚ। ਇਟ ਵਿਲ ਬੀ ਵੈਰੀ ਸੂਨ। ਇੱਕ ਨਵਾਂ ਆਫਿਸ ਕ੍ਰੀਏਟ ਕਰ ਰਹੇ ਹਾਂ, 2 ਅਜੇ ਚੱਲ ਰਿਹਾ ਹੈ। ਅਗਸਤ, ਸੈਪਟੈਂਬਰ, ਅਕਤੂਬਰ ਤੱਕ ਅਸੀਂ ਓਪਨ ਕਰ ਦਾਂਗੇ। ਜੀ ਜੀ, ਠੀਕ ਹੈ। ਵੈਸੇ ਸਾਡੇ ਕਲਾਇੰਟਸ ਰਿਮੋਟ ਹੈ,
ਦੇ ਆਰ ਨਾਟ ਲਿਮਿਟਡ, ਮਤਲਬ ਕਿ ਸਿਰਫ ਉਹ ਮੈਲਬਨ 'ਚ ਨਹੀਂ ਹੈ, ਸਾਡੇ ਕਲਾਇੰਟ ਤਾਂ ਪੂਰੇ ਆਸਟ੍ਰੇਲੀਆ 'ਚ ਕਿਸੇ ਪਾਸੇ ਵੀ ਅਸੀਂ ਉਹਨਾਂ ਨੂੰ ਮੈਂ ਦੇਖਿਆ ਭਾਜੀ ਤਾਂ ਉਦਾਂ ਹੀ ਕੇਨਸ ਕੂਨਸ ਪਰਥ ਪ੍ਰੋਪਰਟੀ। ਮੈਂ ਤਾਂ ਬਹੁਤ ਟੂਰ ਕਰਕੇ ਮੈਨੂੰ ਔਨ ਗਰਾਊਂਡ ਵੀਡੀਓਜ਼ ਕਰਕੇ ਬਹੁਤ ਮਜ਼ਾ ਆਉਂਦਾ ਹੈ ਨਾ। ਭਾਜੀ 2 ਪੁਆਇੰਟ ਹੋ ਗਏ, ਇੱਕ ਫੰਡਾਮੈਂਟਲ ਸਟਰੋਂਗ ਹੋਣੇ ਚਾਹੀਦੇ, ਸੈਕਿੰਡ ਇਟ ਸ਼ੁੱਡ ਬੀ ਫੁੱਲ ਟਾਈਮ, ਦ ਲਾਸਟ ਵਨ ਭਾਜੀ what we need to consider। बायस एजेंट किसी क्लाइंट की हेल्प कर रहे हैं क्योंकि वो काफ़ी स्टडी खुद करते हैं, ठीक है, और देयर इज़ अ रीज़न कि वो स्टडी क्यों करते हैं, क्योंकि ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਸਬਬ ਜਾਂ ਕਿਹੜੀ ਸਟੇਟ ਜ਼ਿਆਦਾ ਗਰੋ ਹੋਣ ਵਾਲੀ ਹੈ, ਠੀਕ ਹੈ। ਤਾਂ ਇੱਕ ਬਾਇਸ ਏਜੰਟ ਜੋ ਇੰਟਰੋਡਕਸ਼ਨ ਠੀਕ ਬਣਾਈ ਹੈ ਮੈਂ ਤੁਹਾਡੀ, ਹੈ ਨਾ, ਦੇ ਨੋ ਦ ਸੀਕ੍ਰੇਟ ਟਰਨਸ। ਹਾਂਜੀ ਠੀਕ ਹੈ। ਅਬ ਹੁਣ ਮਾਰਕੀਟ ਦੇ ਵਿੱਚ ਕੀ ਹੈ ਕਿ ਕੋਈ ਨਾ ਕੋਈ ਬੰਦਾ ਤਾਂ ਪਹਿਲ ਕਰੂਗਾ, ਉਹ ਬੰਦਾ ਪਹਿਲ ਕੌਣ ਕਰੂਗਾ, ਜਿਹਨੂੰ ਸਟੱਡੀ ਐਕਟਿਵਲੀ ਕਰ ਰਿਹਾ, ਡੀਪ ਸਟੱਡੀ ਕਰ ਰਿਹਾ, ਠੀਕ ਹੈ। ਤਾਂ ਅਗਰ ਤੁਹਾਡਾ ਕਲਾਇੰਟ ਲਈ ਇੱਕ ਬਾਇਸ ਏਜੰਟ ਉਹ ਚੂਜ਼ ਕਰ ਰਹੇ ਹੈ ਜਿਹੜੀ ਮਲਟੀਪਲ ਸਟੱਡੀਜ਼ ਕਰ ਰਹੇ ਹੈ ਬੈਕ ਐਂਡ 'ਤੇ, ਇਹ ਨਹੀਂ ਹੈ ਅੱਜ ਮੈਂ ਸਟੱਡੀ ਕਰ ਲਈ, ਹੁਣ 6 ਮਹੀਨੇ ਬਾਅਦ ਮੈਂ ਇਹ ਸਬਬ ਆਇਡੈਂਟੀਫਾਈ ਕਰ ਲਏ, ਹੁਣ ਮੈਂ ਨਵੇਂ ਸਬਬ ਆਇਡੈਂਟੀਫਾਈ ਹੀ ਨਹੀਂ ਕਰਨੇ, ਕਿਉਂਕਿ ਮਾਰਕੀਟ ਠੀਕ ਹੈ। ਔਰ ਉਹਦੇ ਕਾਫੀ ਐਗਜ਼ਾਮਪਲਸ ਹੈ। ਅਸੀਂ ਜਿਵੇਂ ਲਾਸਟ ਈਅਰ ਮੈਲਬਨ, ਸਭ ਨੂੰ ਪਤਾ ਕਿ ਮੈਲਬਨ ਗਰੋ ਨਹੀਂ ਕਰ ਰਿਹਾ ਸੀਗਾ, ਅਸੀਂ ਆਪਣੇ ਕਲਾਇੰਟਸ ਲਈ ਹੁਣ ਕਰਦਾ ਭਾਜੀ ਮੈਲਬਨ ਗਰੋ, ਉਦਾਂ ਹੀ ਪੁੱਛ ਰਿਹਾ ਮੈਂ। ਦੇਖੋ ਹੁਣ ਕਰ ਰਹੇ, ਲੇਕਿਨ ਇਹ ਨਹੀਂ ਹੈ ਕਿ ਆਪਾਂ ਮੈਲਬਨ ਦਾ ਮੈਪ ਲਈਏ, ਇੱਕ ਡਾਟ ਆਪਾਂ ਕਿਸੇ ਵੀ ਸਬਬ ਤੇ ਪਾਤਾ, ਜਿੱਥੇ ਉਹ ਲੈਂਡ ਕਰ ਗਿਆ ਉਹ ਗਰੋ ਕਰ ਜਾਊਗਾ, ਨਹੀਂ। ਕੁਝ ਸਬਬ ਹੈ ਫੰਡਾਮੈਂਟਲਸ, ਵੀ ਹੈਵ ਟੂ ਬਾਏ ਓਨਲੀ ਔਨ ਦੋਸ ਸਬਬਸ, ਉਹ ਗਰੋ ਕਰ ਰਹੇ ਹੈ। ਤੁਹਾਡਾ ਨਾਮ ਭਾਜੀ ਡਾਕਟਰ ਮਨੀਸ਼ ਬੰਸਲ ਰੱਖਦੇ ਸੀ? ਨਹੀਂ ਇੱਦਾਂ ਲੱਗਦਾ ਭਾਜੀ PhD ਕਰ ਰੱਖੀ ਤੁਸੀਂ। ਨਹੀਂ ਦੇਖੋ PhD ਦੀ ਗੱਲ ਹੈ, ਅਗਰ ਪ੍ਰੋਪਰਟੀ ਕਰਨੀ ਹੈ, ਹਾਂ, ਅਗਰ ਤੁਸੀਂ ਖੂਨ ਕੱਢੋਗੇ ਤਾਂ ਕਿਸੇ ਪਾਸੇ PROPIT ਲਿਖਿਆ ਹੋਇਆ, ਪਤਾ ਲੱਗਿਆ ਕੰਟਰੈਕਟ ਨਿਕਲ ਜਾਣਾ ਕਿੱਥੋਂ। ਨਹੀਂ ਭਾਜੀ, ਥੈਂਕ ਯੂ ਸੋ ਮਚ, ਤੁਸੀਂ ਆਨਸਰ ਕੀਤਾ। ਭਾਜੀ ਇੱਕ ਕੁਐਸਚਨ ਮੇਰਾ ਹੈ ਕਿ ਸਪੋਜ਼ ਕਰੋ ਤੁਸੀਂ ਇੱਕ ਪ੍ਰੋਪਰਟੀ ਬਾਏ ਕਰ ਲਈ ਜੀ, ਤੁਸੀਂ ਮੇਰਾ ਐਗਜ਼ਾਮਪਲ ਲੈ ਲਓ। ਹਾਂਜੀ, ਕਿ ਮੈਂ ਤੁਹਾਡੇ ਕੋਲ ਆਇਆ ਕਿ ਮੈਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨੀ, ਰਾਈਟ, ਐਂਡ ਯੂ ਆਇਡੈਂਟੀਫਾਈਡ ਸਬਬ, ਤੇ ਉਹ ਕੰਟਰੈਕਟ ਸਾਈਨ ਹੋ ਗਿਆ। what is the process or what is the role of a buyer agent after settlement? ਪੂਰੀ ਬਾਇਰ ਦੀ ਜਰਨੀ ਤੁਹਾਨੂੰ ਸ਼ੇਅਰ ਕਰਦਾ, ਨੋਟ ਓਨਲੀ ਆਫਟਰ ਸੈਟਲਮੈਂਟ। ਤਾਂ ਫੋਰ ਐਗਜ਼ਾਮਪਲ ਤੁਸੀਂ ਕੋਈ ਆਉਂਦਾ ਵੀ ਸਾਡੇ ਕੋਲ, ਸਪੋਜ਼ ਕਰੋ ਆਪਾਂ ਵਿਲੀਅਮ ਲੈਂਡਿੰਗ ਬੈਠੇ ਹਾਂ ਕੈਫੇ, ਹਾਂਜੀ ਠੀਕ ਹੈ, ਮੈਂ ਦੱਸਦਾ ਤੁਹਾਨੂੰ ਮੇਰਾ 600K ਦਾ ਬਜਟ, ਤੁਸੀਂ ਮੈਨੂੰ ਦੱਸਿਆ 600K ਦਾ ਬਜਟ ਹੈ, ਅਤੇ ਪਹਿਲਾ ਕੰਮ ਮੇਰਾ ਇਹ ਹੋਊਗਾ ਵੀ ਤੁਹਾਡਾ ਲੌਂਗ ਟਰਮ ਗੋਲ ਕੀ ਹੈ, ਰਾਈਟ। ਆਰ ਯੂ ਲੁਕਿੰਗ ਟੂ ਬਾਈ ਮਲਟੀਪਲ ਪ੍ਰੋਪਰਟੀਜ਼ ਡਾਊਨ ਦ ਲਾਈਨ, ਬਾਇੰਗ ਜਸਟ ਵਨ ਪ੍ਰੋਪਰਟੀ ਨਾਓ, ਡੋਂਟ ਵਾਂਟ ਟੂ ਕੰਪਲੀਕੇਟ, ਬਿਕੋਜ਼ ਪ੍ਰੋਪਰਟੀ ਡਿਫਰੈਂਟ ਸਟਰਕਚਰਸ 'ਚ ਬਾਏ ਕੀਤੀ ਜਾਂਦੀ ਹੈ। It's not like 6 ਲੱਖ ਦੀ ਪ੍ਰੋਪਰਟੀ ਤੁਸੀਂ ਆਪਣੇ ਨਾਮ ਤੇ ਲੈ ਲਈ, there are multiple other options to buy those properties. You can decide to buy in a trust structure, you can buy in a SMSF, there's multiple ways. ਤਾਂ ਤੁਹਾਨੂੰ ਪਹਿਲਾਂ ਐਂਡ ਗੋਲ ਸਮਝਣ ਦੀ ਲੋੜ ਹੈ ਵੀ ਤੁਹਾਡਾ ਐਂਡ ਗੋਲ ਕੀ ਆ, ਰਾਈਟ। ਅਤੇ ਤੁਸੀਂ ਦੱਸਿਆ ਵੀ ਹਾਂ ਠੀਕ ਹੈ ਮੈਂ 4 ਪ੍ਰੋਪਰਟੀਆਂ ਲੈਣੀਆਂ, 3 ਲੈਣੀਆਂ, ਜਾਂ ਇੱਕੋ ਲੈਣੀ ਹੈ। ਬੇਸਡ ਔਨ ਦੈਟ ਸਾਨੂੰ ਉਹ ਵੀ ਦੇਖਣਾ ਵੀ ਤੁਹਾਡੇ ਕਰੰਟ ਪੋਰਟਫੋਲੀਓ 'ਚ ਹੈ ਕੀ ਆ। ਜੇ ਕਹੋਗੇ ਮੇਰੇ ਕੋਲ ਮੈਲਬਨ ਆਲਰੇਡੀ 3 ਨੇ, ਤੁਸੀਂ ਓਵਰ ਕੈਪੀਟਲਾਈਜ਼ਡ ਆਲਰੇਡੀ ਹੋ ਇੱਕ ਮਾਰਕੀਟ ਦੇ ਵਿੱਚ, ਵੀ ਵਿਲ ਟੈਲ ਯੂ ਇੱਕ ਡਿਵਰਸੀਫਾਈ ਕਰੋ। ਅਤੇ ਉਹਦਾ ਫਾਇਦਾ ਮੈਂ ਤੁਹਾਨੂੰ ਦੱਸਦਾ, ਮੈਲਬਨ 4 ਸਾਲ 'ਚ ਗਰੋ ਹੀ ਨਹੀਂ ਕਰਿਆ, ਮੇਰੀ ਪਰਥ ਵਾਲੀ ਪ੍ਰੋਪਰਟੀ ਡਬਲ ਹੋ ਗਈ। ਆਈ ਬੋਟ ਫॉर 380K, ਲਾਸਟ ਵੈਲਿਊਏਸ਼ਨ ਕੇਮ 770 in 4 years, right? Not only me, we bought 100 properties there for clients, ਨਾ, ਸਭ ਦੀ 1.5-2 ਲੱਖ। ਜੇ ਅਸੀਂ ਉਹੀ ਪੈਸੇ ਮੈਲਬਨ ਚ ਲਾਉਂਦੇ। ਤੁਸੀਂ ਪਰਥ ਕਿੱਦਾਂ ਚੂਜ਼ ਕੀਤਾ ਭਾਜੀ ਬੈਠੇ ਇੱਦਾਂ ਹੀ ਮੈਂ ਕੁਐਸਚਨ ਪਾਪਾ ਜੀ ਫੰਡਾਮੈਂਟਲਸ, ਦਿਸ ਇਜ਼ ਲੋਟ ਆਫ ਡਾਟਾ ਪੁਆਇੰਟਸ ਦੇਰ ਅੱਜ ਦੇ ਟਾਈਮ ਦੇ ਵਿੱਚ, ਹਾਂ, ਅਤੇ ਅੱਜ ਦੇ ਦਿਨ ਦੇ ਵਿੱਚ there is a lot of platforms where you can put the criterias, you ਇੱਕ ਡਿਮਾਂਡ ਐਂਡ ਸਪਲਾਈ ਮੈਟ੍ਰਿਕਸ ਦੇਖਣੇ ਤੁਹਾਨੂੰ, ਜਿੱਥੇ ਡਿਮਾਂਡ ਅਪ ਜਾ ਰਹੀ ਹੈ, ਸਪਲਾਈ ਸ਼ਾਰਟ ਹੈ, ਪ੍ਰਾਈਸ ਉੱਥੇ ਹੀ ਗਰੋ ਕਰਨੇ ਆ। ਦੂਜੇ ਫੰਡਾਮੈਂਟਲਸ ਕੀ ਪ੍ਰੋਜੈਕਟਸ ਆ ਰਹੇ ਨੇ, ਲੋਕਲ ਅਫੋਰਡੇਬਿਲਿਟੀ ਕਿੰਨੀ ਹੈ, ਠੀਕ ਹੈ, ਐਨੂਅਲ ਹਾਊਸ ਹੋਲਡ ਇਨਕਮ ਕੀ ਹੈ, ਅਤੇ ਉਹ ਸਾਰੀ ਚੀਜ਼ ਨੂੰ ਮੈਰੀ ਕਰਨਾ ਹੁੰਦਾ। ਅਤੇ ਤੁਸੀਂ ਇਸ ਤੋਂ ਨਹੀਂ ਡਰਨਾ ਵੀ ਪਿਛਲੇ 10 ਸਾਲ 'ਚ ਗਰੋ ਕੀਤੀ ਹੈ ਮਾਰਕੀਟ ਕਿ ਨਹੀਂ ਕੀਤੀ। ਜੇ ਮਾਰਕੀਟ ਨਹੀਂ ਗਰੋ ਕੀਤੀ, ਦੈਟਸ ਪੋਜ਼ੀਟਿਵ ਨਾਟ ਨੈਗੇਟਿਵ। ਜਿਹੜੇ ਬੰਦੇ ਤੋਂ ਮੈਂ 382 ਦੀ ਪ੍ਰੋਪਰਟੀ ਬਾਈ ਕੀਤੀ, ਉਸ ਵੀ ਬੰਦੇ ਨੇ 2000 ਆਲਮੋਸਟ 10 ਸਾਲ ਪਹਿਲਾਂ ਸੇਮ ਪ੍ਰਾਈਸ 'ਤੇ ਬਾਈ ਕੀਤੀ। ਹੁਣ ਲੋਕ ਕਹਿੰਦੇ ਵੀ 10 ਸਾਲ ਤੋਂ ਗਰੋ ਹੀ ਨਹੀਂ ਕੀਤੀ ਯਾਰ, ਮੈਂ ਇੱਥੇ ਕਿਉਂ ਲਵਾਂ। ਪਰ that's the bottom of the market to pick up if the data points are aligning, ਹੈ ਨਾ। ਅਤੇ ਉੱਥੇ ਅਸੀਂ ਪਰਥ ਪਿਕ ਕੀਤਾ। ਸਿਮਿਲਰ ਵੇ ਵੀ ਪਿਕ ਅਪ ਮੈਲਬਨ ਲਾਸਟ ਈਅਰ ਅਕਤੂਬਰ ਦੇ ਵਿੱਚ, ਰਾਈਟ। ਸਾਨੂੰ ਜਦ ਵੀ ਤੁਸੀਂ ਐਸੀ ਨਵੀਂ ਮਾਰਕੀਟ 'ਚ ਘੁਸਦੇ ਹੋ ਨਾ, ਤੁਹਾਨੂੰ ਲੋਕ ਮਿਲਣਗੇ ਵੀ ਕਹਿਣ ਵਾਲੇ ਵੀ ਯਾਰ ਕਿਉਂ, ਵਾਈ, ਬਟ ਇਫ ਯੂਰ ਫੰਡਾਮੈਂਟਲਸ ਆਰ ਸਟਰੋਂਗ, ਥੀਸ ਮਾਰਕੀਟਸ ਡੂ ਵੈਰੀ ਵੈਲ। ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਪਿਛਲੇ ਸਾਲ ਅਕਤੂਬਰ ਦੇ ਵਿੱਚ ਵੀ ਸਟਾਰਟਿਡ ਬਾਇੰਗ ਇਨ ਮਾਰਕੀਟਸ ਲਾਈਕ ਕ੍ਰੈਗੀਬਨ 422 properties, 6.5 ਲੱਖ ਦੀ ਭਾਜੀ। That was a real bottom of the market. Now the market is 730, 740.
8-9 ਮਹੀਨੇ ਦੇ ਵਿੱਚ 70-80 ਹਜ਼ਾਰ ਦੀ ਗਰੋਥ ਆ। ਕਰੇਗੀ ਬੋਨ ਤਾਂ ਹਾਂ ਉੱਦਾਂ ਮਿਲਦੀ ਨਹੀਂ ਸਾਡੇ ਹਾਂ, ਤੇ ਉਹ ਅਸੀਂ ਉਸ ਟਾਈਮ ਲਿਟਰਲੀ ਓਪਨ ਹਾਊਸ ਤੇ ਕੋਈ ਮਤਲਬ ਇਟ ਵਾਜ਼ ਜਸਟ ਸਟਾਰਟਿੰਗ ਅਪ। ਸਿਮਿਲਰ ਵੇ ਮੈਂ ਤੇ ਮਨੀਸ਼ ਜੀ ਹੁਣ ਪਿੱਛੇ ਜੇ ਗਏ ਸੀ ਬੈਲਰੇਟ ਘੁੰਮਣ ਜੀ, ਰਾਈਟ। ਬੈਲਰੇਟ ਅਸੀਂ ਮਾਰਕੀਟ ਸਟੱਡੀ ਕਰਨ ਗਏ ਸੀ। ਅਸੀਂ ਜਦ ਵੀ ਕੋਈ ਮਾਰਕੀਟ ਉੱਥੇ ਏਜੰਟਸ ਨੂੰ ਮਿਲਣਾ ਹੁੰਦਾ, ਸਮਝਣਾ ਹੁੰਦਾ ਕਿਹੜੇ ਸਬਬ ਠੀਕ ਨੇ, ਕੀ ਹੈ ਕੀ ਨਹੀਂ। ਅਸੀਂ ਦੋਨੋਂ ਗਏ, ਅਸੀਂ ਕੁਛ ਪ੍ਰੋਪਰਟੀ ਮੈਨੇਜਰਸ ਨੂੰ ਮਿਲੇ। we started buying when no one was buying. It was declining from last 3-4 years. ਅਸੀਂ ਪ੍ਰੋਪਰਟੀਆਂ ਪਿਕ ਕੀਤੀਆਂ 540 530। ਭਾਜੀ ਕੁਐਸਚਨ ਹੈ ਮੇਰਾ, ਹਾਂਜੀ, ਤੁਸੀਂ ਪ੍ਰਾਪਰਟੀ ਪਹਿਲਾਂ ਬਾਏ ਕਰਕੇ ਫਿਰ ਲੋਕਾਂ ਨੂੰ ਸੈਲ ਕਰਦੇ ਹੋ ਜਾਂ ਨਹੀਂ, ਕਲਾਇੰਟ ਕਮਸ we- ਦੈਨ ਯੂ ਵੀ ਆਰ ਕਮਿਸ਼ਨ ਏਜੰਟਸ। ਓਕੇ ਲਾਈਕ ਜਿਵੇਂ ਪ੍ਰੋਪਰਟੀ ਤੁਸੀਂ ਓਨ ਕਰਦੇ ਹੋ, ਤੁਸੀਂ ਸੇਲ ਕਰਨੀ ਹੈ, ਤੁਸੀਂ ਸੇਲਸ ਏਜੰਟ ਹਾਇਰ ਕੀਤਾ, ਦੇ ਚਾਰਜ 2% ਟੂ ਯੂ ਐਂਡ ਦੈਟਸ ਦੇਅਰ ਫੀਸ। ਸਿਮਿਲਰ ਵੇ ਅਸੀਂ ਆਪਣੇ ਬਾਇਰ ਤੋਂ ਚਾਰਜ ਕਰਦੇ ਹਾਂ, ਰਾਈਟ। ਤੁਸੀਂ ਮੇਰੇ ਕੋਲ ਆਏ ਹੋ, ਤੁਸੀਂ ਮੇਰੇ ਨਾਲ ਕੈਫੇ 'ਚ ਬੈਠੇ ਹੋ, ਤੁਸੀਂ 6 ਲੱਖ ਦਾ ਬਜਟ ਦਿੱਤਾ ਮੈਨੂੰ ਟੂ ਵਰਕ ਵਿਦ, ਅਤੇ ਤੁਸੀਂ ਮੈਨੂੰ ਫੀਸ ਦੇਣੀ ਹੈ। ਮਾਈਂਡ ਬਹੁਤ ਸ਼ਾਰਪ ਹੈ, ਤੁਸੀਂ ਯਾਦ ਰੱਖਿਓ ਕੈਫੇ 'ਚ ਤੇ ਉਹੀ ਹੈ, ਤੁਸੀਂ ਮੈਨੂੰ ਫੀਸ ਦੇਣੀ ਹੈ ਭਾਅ ਜੀ, ਅਤੇ ਮੈਂ ਤੁਹਾਡੇ ਤੋਂ ਫੀਸ ਲੈਣੀ ਹੈ। ਪਰ ਉਹ ਫੀਸ ਦੇ ਵਿੱਚ ਇੱਕ ਤਾਂ ਤੁਹਾਨੂੰ ਰਹੀ ਸਹੀ ਮਾਰਕੀਟ, ਸਹੀ ਪ੍ਰਾਈਸ, ਪੂਰੇ ਪ੍ਰੋਸੈਸ ਦੇ ਵਿੱਚ ਆਫਰ ਪਾਣੀ, ਫਿਰ ਬਿਲਡਿੰਗ ਐਂਡ ਪੈਸਟ ਨੈਗੋਸ਼ੀਏਟ ਕਰਨੀ, ਫਿਰ ਫਾਈਨੈਂਸ ਦਾ, ਫਿਰ ਫਾਈਨਲ ਇੰਸਪੈਕਸ਼ਨ ਕਰਨੀ, ਫਿਰ ਸੈਟਲ ਕਰਨੀ, ਉਹ ਸਾਰੀ ਜ਼ਿੰਮੇਵਾਰੀ ਤੁਸੀਂ ਨਹੀਂ ਚੱਕਣੀ, ਉਹ ਅਸੀਂ ਚੱਕਣੀ ਆ। So you are saying you are specialist in identifying the property which can grow in period of time Yes, for buyers, is that right? that's correct. Okay. Right? ਇਸ ਦੇ ਵਿੱਚ ਥੋੜਾ ਐਡ ਕਰਨਾ ਹੈ। ਹਾਂਜੀ, ਪ੍ਰੋਪਰਟੀ ਤੋਂ ਪਹਿਲਾਂ ਜੋ ਆਇਡੈਂਟੀਫਾਈ ਕਰਨਾ ਹੈ ਉਹ ਕਰਨਾ ਹੈ ਸਬਬ, right. ਕਿ ਸਬਬ ਕਿੱਥੇ ਹੈ, ਐਂਡ ਦੈਟਸ ਡਿਪੈਂਡ ਅਪਨ ਕਿ ਤੁਹਾਡਾ ਪੋਰਟਫੋਲੀਓ ਦੇ ਵਿੱਚ ਕਿੰਨੀਆਂ ਪ੍ਰੋਪਰਟੀਜ਼ ਹੈ। ਠੀਕ ਹੈ, ਜੋ ਇਹ ਬਾਇਰਸ ਏਜੰਟ ਦੇ ਕਨਸੈਪਟ ਆਉਣ ਤੋਂ ਬਾਅਦ ਲੋਕਾਂ ਨੂੰ ਹੈਲਪ ਮਿਲ ਰਹੀ ਹੈ। ਪਹਿਲਾਂ ਕੀ ਸੀਗਾ, ਜਿਵੇਂ ਚਲੋ ਮੈਂ 2004 ਤੋਂ ਇੱਥੋਂ ਹੈਗਾ, ਪਹਿਲਾਂ ਕੀ ਸੀਗਾ, ਇਹ ਭਾਜੀ ਨਵੀਂ ਚੀਜ਼ ਹੈ ਨਾ, ਬਾਇਰ ਏਜੰਟ ਹੈ ਨਾ, ਜ਼ਿਆਦਾ ਪੁਰਾਣੀ ਨਹੀਂ ਗਈ ਨਾ, ਬਿਲਕੁਲ ਨਵੀਂ ਹੈ। ਅਤੇ ਇਸ ਕਨਸੈਪਟ ਦੇ ਨਾਲ ਲੋਕਾਂ ਦੀ ਵੈਲਥ ਜੋ ਬਣ ਰਹੀ ਹੈ ਇਸ ਟਾਈਮ 'ਤੇ, ਕਿਉਂ ਬਣ ਰਹੀ ਹੈ? ਕਿਉਂਕਿ ਪਹਿਲਾਂ ਮਾਈਂਡ 'ਚ ਕੀ ਸੀਗਾ, ਯਾਰ ਮੈਂ ਟਾਰਨੇਟ ਰਹਿ ਰਿਹਾ, ਡੋਨੀਬਰੁਕ ਰਹਿ ਰਿਹਾ, ਠੀਕ ਹੈ, ਪੈਕਨਮ ਰਹਿ ਰਿਹਾ, ਮੈਂ ਤਾਂ ਇੱਥੇ ਬਾਈ ਕਰਨਾ ਹੈ। ਕਿਉਂ? ਮੇਰੇ ਗੁਆਂਢੀ ਨੇ ਲਿੱਤਾ ਹੈ ਜਾਂ ਮੇਰੇ ਦੋਸਤ ਨੇ ਲਿੱਤਾ, ਇਦਾਂ ਹੁੰਦਾ ਭਾਜੀ। ਹਾਂਜੀ, ਠੀਕ ਹੈ ਨਾ। ਤੇ ਮੈਂ ਵੀ ਇਦਾਂ ਹੀ ਲਿਆ ਤੁਸੀਂ ਲੇਕਿਨ ਬਾਇਰਸ ਏਜੰਟ ਦੇ ਥਰੂ ਉਹ ਉਹਨਾਂ ਨੂੰ ਹੈਲਪ ਕਰ ਸਕਦੇ। ਤੁਸੀਂ ਸਾਈਕੋਲੋਜੀ ਵੀ ਕਰਦੇ ਹੋ ਮੈਨੂੰ ਲੱਗਦਾ। ਅਸੀਂ ਭਾਈ ਟੈਕਨੋਲੋਜੀ ਨਾਲ ਬਾਈ ਨਹੀਂ ਕਰਦੇ ਕਲਾਇੰਟ ਵਾਸਤੇ। ਨਹੀਂ, ਲੇਕਿਨ ਇੱਕ ਬੈਨੀਫਿਟ ਆਉਂਦਾ ਬਾਇਰਸ ਏਜੰਟ ਥਰੂ, ਕਿਉਂਕਿ ਉਹ ਉਹਨਾਂ ਨੂੰ ਹੈਲਪ ਕਰ ਸਕਦੇ ਆ ਇੰਟਰਸਟੇਟ। ਬੰਦਾ ਲੋਕਲ ਬੈਠਾ ਹੈ, ਬਾਈ ਕਰ ਰਿਹਾ ਮੈਲਬਨ ਪਰਥ ਦੇ ਵਿੱਚ, ਤਾਂ ਉਹ ਇੱਕ ਉਹਨਾਂ ਦੀ ਐਡਡ ਐਡਵਾਂਟੇਜ ਮਿਲਦੀ ਹੈ। That's the difference. No, that's very good. ਦੇਖੋ ਉਹੀ ਹੈ ਕਨਸੈਪਟ ਦੇਖਣਾ, ਸਪਲਾਈ ਡਿਮਾਂਡ ਦਾ, ਲੈਂਡ ਕਿੰਨੀ ਕੁ ਸਪਲਾਈ ਆ ਰਹੀ ਆ। ਜਿਵੇਂ ਫੋਰ ਐਗਜ਼ਾਮਪਲ ਕੋਈ ਸਬਬ ਹੈ ਜਿੱਥੇ, ਜਿਵੇਂ ਹੁਣ ਕਲਕਾਲੋ ਨਾਰਥ ਦੇ ਵਿੱਚ ਆ, ਜਿਵੇਂ ਹੁਣ ਮੈਂ ਕਹਿ ਰਿਹਾ ਸੀ ਵੈਸਟ ਦੇ ਵਿੱਚ ਆਪਣਾ ਟਾਨੇ ਟੈਗਨੀਨਾ, ਉਹ ਤਾਂ ਸਪਲਾਈ ਬਹੁਤ ਜ਼ਿਆਦਾ ਲੈਂਡ ਦੀ, ਅਤੇ ਸਪਲਾਈ ਇਜ਼ ਐਨੀਮੀ ਫੋਰ ਡਿਮਾਂਡ, ਰਾਈਟ। ਜੇ ਸਪਲਾਈ ਜ਼ਿਆਦਾ ਹੈ ਥੋੜ੍ਹੇ ਪ੍ਰਾਈਸ ਕਿਵੇਂ ਵਧਣਗੇ, ਜੇ ਡਿਮਾਂਡ ਘੱਟ ਹੈ ਪ੍ਰਾਈਸ ਕਿਵੇਂ ਵਧਣਗੇ। ਇੰਸਟੈਡ ਯੂ ਗੋ ਇਨ, ਤੁਸੀਂ ਸਟੱਡੀ ਜਿਹੜੀ ਹੈਗੀ ਆ, ਹਾਂਜੀ, ਤੁਸੀਂ ਸਪਲਾਈ ਦੀ ਗੱਲ ਕਰ ਰਹੇ ਹੋ, ਸਟੱਡੀ ਜਿਹੜੀ ਹੈਗੀ, ਤੁਸੀਂ ਸਪੋਜ਼ ਕਰੋ ਤੁਸੀਂ ਸਬਬ ਬਾਰੇ ਰੀਡ ਕਰਨਾ, ਹਾਂਜੀ, ਐਗਜ਼ਾਮਪਲ ਯੂ ਮੈਂਸ਼ਨ ਕੈਲਕੈਲੋ ਐਂਡ ਉਹ ਕਿੰਨੀ ਪੁਰਾਣੀ ਇੱਕ ਸਟੱਡੀ ਹੁੰਦੀ ਹੈ, ਮੈਂ ਅੰਡਰਸਟੈਂਡ। ਦੇਖੋ ਇਹ ਜਿਹੜੇ ਟੂਲਸ ਨੇ ਨਾ, ਉਹ ਲਾਈਕ ਫੋਰ ਐਗਜ਼ਾਮਪਲ ਆਈ ਨੇਮ ਸਮ ਟੂਲਸ ਲਾਈਕ TSR, ਸਬਬਸ ਫਾਈਂਡਰ, ਅਤੇ ਇਹ ਟੂਲ ਕਾਫੀ ਦੇਰ ਤੋਂ ਮਾਰਕੀਟ ਦੇ ਵਿੱਚ ਨੇ। ਉਹ ਸਟੱਡੀ ਕਿਵੇਂ ਆ ਹੁਣ, ਕਿਉਂਕਿ ਇੰਨਾ ਐਕਸਪੀਰੀਅੰਸ ਹੋਇਆ, ਅਸੀਂ ਸਬਬ ਦਾ ਨਾਮ ਪਾਇਆ, ਦੇਖਿਆ ਸਪਲਾਈ 4% ਨੋ ਗੋ ਸਟੇਟ ਟੂ ਅਸ, ਰਾਈਟ। ਪਰ ਤੁਸੀਂ ਫਿਲਟਰਸ ਲਾ ਸਕਦੇ ਹੋ, ਜਿਵੇਂ 15,000 ਸਬਬ ਆ ਆਸਟ੍ਰੇਲੀਆ ਦੇ ਵਿੱਚ, ਤੁਸੀਂ ਫਿਲਟਰ ਲਾਓਗੇ ਕਿ ਮੈਂ ਉਹ ਸਬਬ ਦੇਖਣੇ ਤੇ ਸਪਲਾਈ 2% ਹੈ। ਜੇ ਮੈਂ ਉਹ ਸਬਬ ਦੇਖਣਾ ਵੈਕੈਂਸੀ 2% ਤੋਂ ਘੱਟ ਹੈ, ਮੈਂ ਉਹ ਸਬਬ ਦੇਖਣੇ ਆ ਜਿੱਥੇ ਪ੍ਰੋਪਰਟੀਆਂ ਬਹੁਤ ਛੇਤੀ ਵਿਕ ਰਹੀਆਂ, ਦੈਟਸ ਕਾਲਡ ਡੇਜ਼ ਔਨ ਮਾਰਕੀਟ, ਰਾਈਟ। ਉਹ ਫਿਲਟਰ ਲਾ ਕੇ ਨਾ 15,000 ਤੋਂ ਤੁਹਾਨੂੰ 100 ਸਬਬ ਨਿਕਲੂਗਾ। ਜਦੋਂ 100 ਸਬਬ ਆ ਗਿਆ, ਉਹ 'ਤੇ ਵੀ ਫਿਲਟਰ ਲੱਗਦੇ ਨੇ, ਰਾਈਟ। ਉਹਦੇ ਕਿਵੇਂ, ਜੇ ਫੋਰ ਐਕਸਪਰਟ ਹੋ ਤੁਸੀਂ, ਫਿਲਟਰ ਹੀ ਲਾਣੇ ਭਾਜੀ, ਅਸੀਂ ਫਿਲਟਰ ਲਾ ਕੇ ਅਸੀਂ ਸਬਬ ਕੱਢ ਲੈਣੇ। ਹੁਣ ਜੇ ਅਸੀਂ ਕਹੋਗੇ 6 ਲੱਖ ਇੰਸਟਾਗ੍ਰਾਮ 'ਤੇ ਫਿਲਟਰ ਤੁਸੀਂ ਪ੍ਰਾਪਰਟੀ ਦੀ, ਹਾਂ ਉਹੀ ਹੈ। ਲੇਕਿਨ ਅਸੀਂ ਉਹ ਵਾਲੇ ਫਿਲਟਰ ਨਹੀਂ ਲਗਾਉਂਦੇ ਕਿ ਫੋਟੋਆਂ ਚੇਂਜ ਕਰਦੀ ਹੈ। ਹਾਂ, ਅਤੇ ਉਹੀ ਹੈ ਜਿਵੇਂ ਹੁਣ 6 ਲੱਖ 'ਤੇ ਆਪਾਂ ਦੁਬਾਰਾ ਆਉਂਦੇ ਹਾਂ। ਹੁਣ 6 ਲੱਖ ਦੇ ਵਿੱਚ ਹੁਣ ਤੁਸੀਂ ਕਹੋਗੇ ਮੈਂ ਨਵਾਂ ਘਰ ਲੈਣਾ, ਮੈਂ ਪੁਰਾਣੇ ਦੇ ਹੈਡਕ ਨਹੀਂ ਲੈਣਾ। ਜੀ, 2 ਮਾਰਕੀਟਸ ਮੈਂ ਨਾਮ ਲੈਣਾ, ਜਿਵੇਂ ਇੱਕ ਅੱਜ ਕੱਲ੍ਹ ਹੋਬਾਰਟ ਮਾਰਕੀਟ, ਆਈ ਐਮ ਵਰਕਿੰਗ ਵੈਰੀ ਹਾਰਡ ਔਨ ਦੈਟ, ਇਟ ਇਜ਼ ਵੈਰੀ ਗੁੱਡ ਔਨ ਮਾਰਕੀਟ, ਗੁੱਡ ਮਾਰਕੀਟ ਟੂ ਇਨਵੈਸਟ, ਬਟ you don't find a newish asset in 600K, right? Whereas a Ballarat you find newish asset in 600K. ਤੇ ਉੱਤੇ ਕ੍ਰਾਈਟੇਰੀਆ ਤੁਹਾਡਾ ਕੀ ਹੈ, ਤੁਸੀਂ ਨਵਾਂ ਲੈਣਾ, ਪੁਰਾਣਾ ਲੈਣਾ, ਤੁਸੀਂ ਬਾਅਦ 'ਚ ਗ੍ਰੈਨੀ ਫਲੈਟ ਪਲਾਨ ਕਰ ਰਹੇ ਹੋ, ਵਟ ਇਜ਼ ਯੂਰ ਲੌਂਗ ਟਰਮ ਪਲਾਨ, ਉਹਦੇ ਬੇਸ 'ਤੇ ਅਸੀਂ ਦੱਸਾਂਗੇ ਪੂਰੇ ਆਸਟ੍ਰੇਲੀਆ ਦੇ ਵਿੱਚ
ਇਹ ਸਬਬਸ ਆਰ ਗੁੱਡ ਔਨ ਬੇਸਡ ਔਨ ਯੂਰ ਕ੍ਰਾਈਟੇਰੀਆ। ਅਤੇ ਉਸ ਸਬਬਸ ਦੇ ਵਿੱਚ ਫਿਰ ਅਸੀਂ ਸਾਡੇ ਰਿਲੇਸ਼ਨਸ਼ਿਪ ਬਿਲਡ ਕਰਦੇ ਹਾਂ ਅਸੀਂ ਏਜੰਟਸ ਨਾਲ, ਆਫ ਮਾਰਕੀਟ ਸਟਾਕ ਲੈ ਕੇ ਆਉਂਦੇ ਹਾਂ, ਨੈਗੋਸ਼ੀਏਟ ਕਰਦੇ ਹਾਂ ਪ੍ਰਾਈਸ 'ਤੇ, ਦੈਨ ਇਟ ਆਲ ਗੋਜ਼ ਔਨ ਫਰੋਮ ਦੇਅਰ। ਅਤੇ ਆਫਟਰ ਸੈਟਲਮੈਂਟ ਕੀ ਹੈ ਜੀ, ਇੱਕ ਤਾਂ ਅਸੀਂ ਆਪਣਾ ਗਰੁੱਪ ਕ੍ਰੀਏਟ ਕੀਤਾ, ਸਾਰੇ ਕਲਾਇੰਟਸ ਨੂੰ ਅਸੀਂ ਐਜ਼ ਅ ਟਰਾਂਸਪੇਰੈਂਟ ਇੱਕ ਗਰੁੱਪ ਕਰਕੇ ਸਭ ਨੂੰ ਪਾਇਆ ਹੋਇਆ ਵਿੱਚ, ਅਤੇ ਅਸੀਂ ਅਪਡੇਟ ਕਰਦੇ ਰਹਿੰਦੇ ਵੀ ਇੱਥੇ ਜਾਓ, ਐਵੇਂ ਜਾਓ। ਅੱਜ ਹੀ ਮੈਂ ਅਪਡੇਟ ਦਿੱਤਾ, ਮੈਂ ਆਪਣੀ 7th ਪ੍ਰੋਪਰਟੀ ਬਾਈ ਕੀਤੀ ਹੈ ਵੈਰੀਬੀ ਦੇ ਵਿੱਚ, ਵਿਚ ਇਜ਼ ਅ ਲੈਂਡ ਲਾਸਟ ਵੀਕ ਬਾਈ ਕੀਤੀ ਭਾਅ ਜੀ। ਅਤੇ ਉਹਦੇ ਵਿੱਚ ਮੈਂ 9 ਬੈਡਰੂਮ ਰੂਮਿੰਗ ਹਾਊਸ ਪਲਾਨ ਕਰ ਰਿਹਾ, ਵੈਰੀ ਫਸਟ ਟਾਈਮ ਆਈ ਐਮ ਡੂਇੰਗ ਦਿਸ ਕਾਈਂਡ ਆਫ ਕੰਸਟਰਕਸ਼ਨ। ਅਤੇ ਉਹ ਤੁਸੀਂ ਆਪਣਾ ਘਰ ਬਣਾ ਰਹੇ ਹੋ 9 ਬੈਡਰੂਮ ਭਾਅ ਜੀ, ਹਰ ਕਮਰਾ ਆਪਾਂ ਕਿਰਾਏ 'ਤੇ ਦੇਣਾ ਸੈਪਰੇਟਲੀ। Okay. So every bedroom will have a bathroom ensuite and every ਛੋਟੀ ਜਿਹੀ ਕਿਚਨ। ਤੋਂ ਬੱਸ ਭਰ ਕੇ ਆਣੀ। ਹਾਂ, ਆਪਾਂ ਬਦਲੀ ਕਰਾਂ ਤੋਂ ਬੱਸ ਲਿਆਣੀ ਐ ਸਿੱਧਾ, ਹੈ ਨਾ। ਅਤੇ ਆਪਾਂ ਅਤੇ ਉਹਦਾ ਕੌਨਸੈਪਟ ਹੁੰਦਾ ਵੀ ਤੁਸੀਂ ਯੂਨੀ ਦੇ ਕੋਲ ਬਣਾ ਲਓ ਜਾਂ ਫਿਰ ਤੁਸੀਂ ਹੋਸਪੀਟਲ ਦੇ ਕੋਲ ਬਣਾ ਲਓ, ਅਤੇ ਯੂ ਗੈਟ ਦ ਸਟਾਫ ਔਰ ਸਟੂਡੈਂਟਸ, ਉਹਨਾਂ ਦੇ ਰਿਕੁਆਇਰਮੈਂਟ ਦੇ ਹਿਸਾਬ ਨਾਲ ਕੰਸਟਰਕਸ਼ਨ ਕਰੋ ਤੁਸੀਂ। ਅਤੇ ਦੈਟਸ ਵੇਅਰ ਆਈ ਐਮ ਗੋਇੰਗ। ਮਨੀਸ਼ ਜੀ ਤੋਂ ਕਾਫੀ ਕੁਛ ਸਿੱਖਦਾ ਮੈਂ, ਲਾਈਕ ਹੀ ਇਜ਼ ਡੂਇੰਗ ਲੋਟ ਆਫ ਡਿਵੈਲਪਮੈਂਟਸ ਐਜ਼ ਵੈਲ। ਤਾਂ ਆਈ ਐਮ ਗੋਇੰਗ ਵੈਰੀ ਫਸਟ ਟਾਈਮ ਇਨ ਟੂਵਰਡਸ ਦੈਟ, ਰਾਈਟ। ਅਤੇ ਐਵੇਂ ਕਰਕੇ ਅਸੀਂ ਕਲਾਇੰਟਸ ਦੇ, ਅਤੇ ਚੰਗੀ ਗੱਲ ਇਹ ਹੈ ਅਸੀਂ ਹਰ 6 ਮਹੀਨੇ 8 ਮਹੀਨੇ ਬਾਅਦ ਕਲਾਇੰਟ ਨੂੰ ਅਪਡੇਟ ਦਿੰਦੇ ਹਾਂ ਵੀ ਭਾਈ ਤੁਸੀਂ ਪ੍ਰੋਪਰਟੀ 6 ਲੱਖ ਦੀ ਲਈ ਸੀ, ਅੱਜ 6-70 ਦੀ ਆ, ਯੂ ਮਾਈਟ ਗੈਟ $50,000 ਆਊਟ ਆਫ ਇਟ, ਅਤੇ ਯੂ ਕੈਨ ਬਾਈ ਅਨਦਰ ਵਨ। ਯਕੀਨ ਮੰਨੋਗੇ ਫਰੋਮ ਸਕਰੈਚ ਸਮ ਕਲਾਇੰਟਸ ਦੇ ਬਾਇੰਗ 8th or 9th ਪ੍ਰੋਪਰਟੀ ਵਿਦ ਅਸ ਫਰੋਮ ਸਕਰੈਚ। $1 million ਪਲੱਸ ਇਕੁਇਟੀ ਗੇਨਸ ਕਰ ਚੁੱਕੇ ਨੇ ਕਈ। ਕਿੰਨਾ ਕੁ ਸਾਡਾ ਬਿਜ਼ਨਸ ਪੁਰਾਣਾ, 3-3.5 ਸਾਲ ਪੁਰਾਣਾ ਬਿਜ਼ਨਸ ਹੈ ਸਾਰਾ। ਇਹਨਾਂ ਦਾ ਕਹਿਣ ਦਾ ਜੋ ਮਤਲਬ ਹੈ ਨਾ ਕਿ ਆਫਟਰ ਸੈਟਲਮੈਂਟ ਜੋ ਤੁਸੀਂ ਕੁਐਸਚਨ ਪੁੱਛਿਆ, ਯੈਸ ਮੈਂ ਵੇਟ ਕਰ ਰਿਹਾ ਸੀ ਉਹ ਆਨਸਰ ਕਦੋਂ ਆਉਣਾ। ਕਿਉਂਕਿ ਦੇਖੋ ਕਲਾਇੰਟ ਨੇ ਸਾਡੇ ਤੋਂ ਪ੍ਰੋਪਰਟੀ ਲਿੱਤੀ, ਠੀਕ ਹੈ, ਠੀਕ, ਫੀਸ ਇਨਵੋਲਵ ਹੈ, ਉਹਨਾਂ ਨੇ ਫੀਸ ਦਿੱਤੀ, ਅਸੀਂ ਪ੍ਰੋਪਰਟੀ ਬਾਏ ਕਰਕੇ ਦਵਾਤੀ, ਦੇ ਆਰ ਹੈਪੀ, ਵੀ ਆਰ ਹੈਪੀ। ਪਰ ਅਲਟੀਮੇਟਲੀ ਗੋਲ ਕੀ ਹੈ, ਪ੍ਰੋਪਰਟੀ ਵਧੇ, ਠੀਕ ਹੈ। ਤੁਸੀਂ ਤਾਂ ਪ੍ਰੋਪਰਟੀ ਲੈ ਕੇ ਤੁਸੀਂ ਉਹਨੂੰ ਇੰਨੇ ਜ਼ਿਆਦਾ ਮੋਨੀਟਰ ਨਹੀਂ ਕਰ ਪਾ ਰਹੇ, ਦੇਖ ਪਾ ਰਹੇ, ਉਹ ਸਾਡਾ ਕੰਮ ਹਜੇ ਵੀ ਹੈ ਕਿ ਪਰਚੇਸ ਕਰਨ ਤੋਂ ਬਾਅਦ ਅਸੀਂ ਤੁਹਾਡੇ ਨਾਲ ਹਜੇ ਵੀ ਰਿਲੇਸ਼ਨ ਬਣਾ ਕੇ ਰੱਖਿਆ ਹੋਇਆ ਹੈ। ਮਤਲਬ ਬੈਕਐਂਡ 'ਤੇ ਅਸੀਂ ਇੱਕ ਪ੍ਰੋਪਰਟੀ ਨੂੰ ਮੋਨੀਟਰ ਕਰ ਰਹੇ ਹਾਂ ਕਿ ਉਹਦੀ ਗਰੋਥ ਕਿਵੇਂ ਜਾ ਰਹੀ ਹੈ। ਜਿਵੇਂ ਪ੍ਰੋਪਰਟੀ ਗਰੋ ਕਰ ਰਹੀ ਹੈ, ਜਦੋਂ ਤੁਸੀਂ ਸਾਡੇ ਤੋਂ ਇੱਕ ਫੋਨ ਕਾਲ ਤੋਂ ਜਾਂ ਮੈਸੇਜ ਤੋਂ ਸੁਣੋਗੇ, ਇਹ ਵਿਸ਼ਾਲ ਤੁਹਾਡੀ ਪ੍ਰੋਪਰਟੀ ਜੋ ਤੁਸੀਂ ਇਸ ਟਾਈਮ ਬਾਏ ਕੀਤੀ ਸੀ 6 ਲੱਖ ਦੀ, ਅੱਜ 6 ਮਹੀਨੇ ਬਾਅਦ 7 ਲੱਖ ਦੀ ਹੋ ਚੁੱਕੀ ਹੈ, ਡੈਫੀਨਿਟਲੀ ਤੁਹਾਡਾ ਕੌਨਫੀਡੈਂਸ ਲੈਵਲ ਤੁਹਾਨੂੰ ਅੰਦਰੋਂ ਹੀ ਖੁਸ਼ੀ ਤਾਂ ਮਿਲਣੀ ਹੈ, ਠੀਕ ਹੈ। ਤਾਂ ਉਹ ਆਫਟਰ ਸਪੋਰਟ ਸਾਡਾ ਇੱਕ ਕੰਮ ਹੈਗਾ। ਔਰ ਇਸੇ ਰੀਜ਼ਨ ਕਰਕੇ ਜੋ ਦਿਨੇਸ਼ ਨੇ ਅਜੇ ਕਿਹਾ ਹੈ ਕਿ ਜਦੋਂ ਅਲਟੀਮੇਟਲੀ ਗੋਲ ਕੀ ਹੈ ਕਿ ਆਪਣੀ ਪ੍ਰੋਪਰਟੀ ਅਪ ਹੋਵੇ, ਇਕੁਇਟੀ ਬਣੇ, ਇਕੁਇਟੀ ਨੂੰ ਯੂਜ਼ ਕਰਕੇ ਆਪਾਂ ਨੈਕਸਟ ਪਰਚੇਸ ਕਰੀਏ, ਐਂਡ ਦੈਟਸ ਹਾਊ ਦ ਸਾਈਕਲ ਕੀਪਸ ਗੋਇੰਗ ਔਨ। ਤਾਂ ਸੁਣਨ ਨੂੰ ਲੱਗਦਾ ਹੈ, ਲੇਕਿਨ ਹਾਂ ਇੱਦਾਂ ਦੇ ਵੀ ਕਲਾਇੰਟ ਹੈਗੇ ਜਿਹੜੀ 9ਵੀਂ ਪ੍ਰੋਪਰਟੀ ਲੈ ਰਹੇ ਹੈ। ਇੱਕ ਦਿਨੇਸ਼ ਨੇ ਖੁਦ ਵੀਡੀਓ ਬਣਾਈ ਸੀ, ਪਹਿਲੇ ਇਹਨਾਂ ਦੇ ਕੁਝ ਕਲਾਇੰਟ ਸੀਗੇ, ਆਈ ਥਿੰਕ ਦਿਨੇਸ਼ ਵਿਲ ਬੀ ਬੈਟਰ ਟੂ ਸੇ ਇਟ। ਹਾਂ, ਸੋ ਵਨ ਕਲਾਇੰਟ ਵੈਰੀ ਸਪੈਸ਼ਲ ਫॉर मी, ਰਾਈਟ। ਸੋ ਹੀ ਕੇਮ ਟੂ ਮੀ ਐਟ ਦ ਸਟਾਰਟ ਆਫ ਦ ਬਿਜ਼ਨਸ, ਰਾਈਟ। ਉਹ ਕਹਿੰਦਾ ਵੀ ਭਾਜੀ ਮੈਂ 10 ਪ੍ਰੋਪਰਟੀਆਂ ਲੈਣੀਆਂ। ਮੈਂ ਕਿਹਾ ਮਜ਼ਾਕ ਕਰਦਾ, ਉਹ 10 ਕਿੱਥੋਂ ਲੈ ਲਏਗਾ ਤੂੰ, ਹੈਂ, ਮਜ਼ਾਕ। ਬਟ ਹੀ ਵਾਜ਼ ਡੈਮ ਸੀਰੀਅਸ। ਅਤੇ ਉਹ ਉਹਦੇ ਲਈ 6 ਪ੍ਰੋਪਰਟੀਆਂ ਅਸੀਂ ਲੈ ਚੁੱਕੇ ਹਾਂ, 7ਵੀਂ ਅਤੇ 8ਵੀਂ 'ਤੇ ਕੰਮ ਚੱਲ ਰਿਹਾ। 7th ਦੀ ਆਫਰ ਐਕਸੈਪਟ ਹੋ ਗਈ ਆ, 8ਵੀਂ ਅਸੀਂ ਆਲਰੇਡੀ ਲਾਈਨ ਅਪ ਕਰਨੀ ਸ਼ੁਰੂ ਕਰਤੀ ਆ, ਰਾਈਟ। ਕਿੱਥੇ ਬਾਏ ਕੀਤੀਆਂ ਅਸੀਂ, ਪਹਿਲਾਂ ਜਦ ਪਰਥ ਦਾ ਸਾਈਕਲ ਸੀ, ਪਰਥ ਬਾਏ ਕੀਤੀਆਂ, ਫਿਰ 2 ਬ੍ਰਿਸਬੇਨ ਕੀਤੀਆਂ, ਫਿਰ ਅਸੀਂ ਟਾਊਨਸਵਿਲ ਚਲੇ ਗਏ, ਟਾਊਨਸਵਿਲ ਕੀਤੀ। ਐਵੇਂ ਕਰਦੇ ਅਸੀਂ ਕਮਰਸ਼ੀਅਲ ਪ੍ਰੋਪਰਟੀ ਕੈਫੇ ਬਾਏ ਕਰਕੇ ਦਿੱਤਾ, ਵਿੱਚ ਗਿਵਿੰਗ ਲਾਈਕ 8-9% ਰੈਂਟਲ ਈਲਡ, ਅਤੇ ਇੱਕ ਡਿਵਰਸ ਪੋਰਟਫੋਲੀਓ ਉਹਦਾ ਬਣਾਇਆ, ਰਾਈਟ। ਸੇਮ ਇੱਕ ਹੋਰ ਕਲਾਇੰਟ ਹੈ, ਉਹਦੀਆਂ 6 ਪ੍ਰੋਪਰਟੀਆਂ ਹੋ ਗਈਆਂ, ਵੀ ਆਰ ਵਰਕਿੰਗ ਔਨ 7th, ਰਾਈਟ। 3-4 ਵਾਲੇ ਦਾ ਮਲਟੀਪਲ ਕਲਾਇੰਟਸ। ਮੈਂ ਵੀ ਕਦੀ ਭਾਜੀ ਸੁਣਦਾ ਹੈ, ਜਦੋਂ ਸਪੋਜ਼ ਕਰੋ ਕਿਸੇ ਫੰਕਸ਼ਨ 'ਤੇ ਜਾਂਦੇ ਆ ਨਾ ਕਿ ਇਹਦੇ 7 ਘਰ ਨੇ, ਇਹਦੇ 6 ਘਰ ਨੇ, ਹੈ ਨਾ, ਇਟ ਜਸਟ ਗੋਜ਼ ਆਊਟ ਆਫ ਦ ਹੈਡ। ਲੇਕਿਨ ਇੱਕ ਗੱਲ ਤਾਂ ਸਹੀ ਹੈ ਨਾ ਜੀ ਕਿ ਫੰਕਸ਼ਨ 'ਤੇ ਵੀ ਪ੍ਰੋਪਰਟੀਆਂ ਦੀ ਗੱਲਾਂ ਹੁੰਦੀ ਹੈ। ਇਹ ਭਾਜੀ ਹਰ ਆਤੇ ਹੀ ਹੈ। ਅਤੇ 7 ਪ੍ਰੋਪਰਟੀਆਂ ਵਾਲੇ 2 ਬੈਠੇ ਤੁਹਾਡੇ ਨਾਲ। ਹਾਂ, ਨਹੀਂ ਉਹ ਨਹੀਂ ਪਤਾ ਹੈ। ਅਤੇ ਮੈਂ ਮਨੀਸ਼ ਦਾ ਤਾਂ ਕਾਊਂਟ ਭੁੱਲ ਜਾਂਦਾ ਬੰਦਾ, ਪਰ ਮੇਰੇ 7 ਹੋ ਗਈਆਂ ਮੇਰੀਆਂ ਭਾਜੀ। ਨਹੀਂ ਭਾਜੀ, ਥੈਂਕ ਯੂ ਸੋ ਮਚ, ਤੁਸੀਂ ਆਨਸਰ ਕੀਤਾ। ਮੈਨੂੰ ਲੱਗਦਾ ਇਸ ਤੋਂ ਵਧੀਆ ਬਾਇਰ ਏਜੰਟ ਦਾ ਰੋਲ ਮੈਂ ਹੋਰ ਵੀ ਕੀਤੇ ਨੇ ਪੋਡਕਾਸਟ, ਬਟ ਆਈ ਥਿੰਕ ਇਟਸ ਕਲੀਅਰਲੀ ਅੰਡਰਸਟੂਡ ਨਾਓ ਕਿ ਵਾਟ ਬਾਇਰ ਏਜੰਟ ਡਜ਼। ਭਾਜੀ ਇੱਕ ਇਨਵੈਸਟਮੈਂਟ ਜੇ ਗੱਲ ਪੁੱਛਾਂ ਤੁਹਾਨੂੰ, ਨੋਟ ਇੰਟਰਸਟੇਟ ਜੀ, I just want to ask कि metro versus regional, which investment is good? What do you think? I can answer that. ਦੇਖੋ ਭਾਜੀ, ਮੈਨੂੰ ਦੋਨੇ ਵਧੀਆ ਲੱਗਦੇ ਨੇ। ਐਗਜ਼ਾਮਪਲ ਤੁਸੀਂ ਮੈਲਬਨ ਦਾ ਲੈ ਲਓ ਭਾਜੀ। ਮੈਂ ਤੁਹਾਨੂੰ ਐਗਜ਼ਾਮਪਲਸ ਮਲਟੀਪਲ ਦੇ ਦੇਣਾ, ਠੀਕ ਹੈ। ਮੈਂ ਜਦ ਆਪਣੀ ਜਰਨੀ ਸ਼ੁਰੂ ਕੀਤੀ, ਰਾਈਟ, ਐਜ਼ ਆਈ ਸੈਡ ਮੈਂ ਪਰਥ ਬਾਏ ਕੀਤੀ, ਨੈਕਸਟ ਆਈ ਬੋਟ ਇਨ ਕੇਨਸ।
ਹੁਣ ਕੇਨਸ ਕੀ ਇੱਕ ਹੈ ਰੀਜਨਲ ਹੈ ਬਟ ਇਟਸ ਅ 200K ਪੋਪੂਲੇਸ਼ਨ ਰਾਈਟ। ਉੱਥੇ ਟੂਰਿਜ਼ਮ ਹੈ, ਉੱਥੇ ਐਗਰੀਕਲਚਰ ਹੈ, ਉੱਥੇ ਹੌਸਪੀਟਲਸ ਕਾਫੀ ਵੱਡੇ ਨੇ, ਨੇਵਲ ਬੇਸ ਹੈ, ਤੇ ਦੈਟਸ ਵੈਰੀ ਡਿਵਰਸ ਇਕੋਨਮੀ ਐਂਡ ਦੇਰ ਇਜ਼ ਨੋ ਹਾਰਮ ਗੋਇੰਗ ਦੇਅਰ ਰਾਈਟ। ਜਿੱਥੇ ਪੋਪੂਲੇਸ਼ਨ ਵੱਡੀ ਹੈ, ਡਿਵਰਸ ਇਕੋਨਮੀ ਹੈ। ਅਤੇ ਮੈਂ ਪ੍ਰੋਪਰਟੀ ਬਾਏ ਕੀਤੀ 4,20,000 ਦੀ, ਅਤੇ ਰੈਂਟਲ ਉਹਦਾ ਸੀਗਾ ਉਸ ਟਾਈਮ $500 ਠੀਕ ਹੈ। ਹੁਣ 3 ਸਾਲਾਂ ਦੇ ਵਿੱਚ 4,20,000 ਦੀ ਪ੍ਰੋਪਰਟੀ 7 ਲੱਖ ਦੀ ਹੈ, ਰੈਂਟਲ ਹੈਗਾ ਅਰਾਊਂਡ $700 per week ਰਾਈਟ। ਅਤੇ eventually ਜੋ ਡਾਟਾ ਵਟ ਸੇਜ਼ ਕੈਪੀਟਲ ਅਤੇ ਰੀਜਨਲ ਮੇਜਰ ਰੀਜਨਲ ਹਬਸ ਗਰੋਥ ਆਲਮੋਸਟ ਲੌਂਗ ਟਰਮ 'ਤੇ 7% ਨਿਕਲਦੀ ਆ ਜੀ। ਸੋ ਡਜ਼ਨਟ ਮੈਟਰ, ਇਟ ਮੈਟਰਸ ਕਿ ਤੁਹਾਡਾ ਬਜਟ ਕਿੱਥੇ ਅਲਾਓ ਕਰਦਾ ਬਾਏ ਕਰਨ ਤੋਂ ਰਾਈਟ। ਯੂ ਕੈਨ ਗੋ ਕੈਪੀਟਲ, ਯੂ ਕੈਨ ਗੋ ਰੀਜਨਲ, ਵੇਰ ਐਵਰ। ਲਾਈਕ ਆਈ ਹੈਵ ਪ੍ਰੋਪਰਟੀ ਇਨ ਸੈਕਿੰਡ, ਇੱਕ ਹੋਰ ਮੈਂ ਰੀਜਨਲ ਖੁਦ ਲਈ ਬਾਏ ਕੀਤੀ, ਅਤੇ ਲੋਟ ਆਫ ਕਲਾਇੰਟਸ ਜਦ ਹੁਣ ਰੀਜਨਲ ਕੁਇਨਸਲੈਂਡ ਦਾ ਸਾਈਕਲ ਸੀ ਨਾ ਭਾਅ ਜੀ, ਪੂਰੇ ਕੁਇਨਸਲੈਂਡ ਦਾ ਮੈਂ ਪੂਰਾ ਟੂਰ ਕੀਤਾ। ਗੋਲਡ ਕੋਸਟ ਤੋਂ ਬ੍ਰਿਸਬੇਨ ਤੋਂ ਡਰਾਈਵ ਸਟਾਰਟ ਕੀਤੀ, ਆਈ ਵੈਂਟ ਟਿਲ ਮਕਾਏ, ਕਿਉਂਕਿ ਪੂਰੀ ਬੈਲਟ 'ਚ ਅਸੀਂ ਪ੍ਰੋਪਰਟੀਜ਼ ਬਾਏ ਕਰ ਰਹੇ ਸੀਗੇ। ਵੀ ਬੋਟ ਹੀਪਸ ਆਫ ਪ੍ਰੋਪਰਟੀਜ਼ ਇਨ ਗਲੈਡਸਟਨ, ਰੌਕਹੈਂਪਟਨ, ਮਕਾਏ, ਟਾਊਨਸਵਿਲ, ਕੇਨਸ, ਹੈ ਨਾ। ਸਾਰੀਆਂ ਪ੍ਰੋਪਰਟੀਆਂ $2-2.5 ਲੱਖ ਵਧੀਆਂ ਵਿਦਿਨ 2 years। ਅਮੇਜ਼ਿੰਗ ਰਾਈਟ। ਅਸੀਂ ਮੈਂ ਮਕਾਏ ਦੀ ਐਗਜ਼ਾਮਪਲ ਦੇਣਾ, ਆਈ ਬੋਟ ਅ ਪ੍ਰੋਪਰਟੀ ਮਾਈ ਸੈਲਫ ਐਟ 560K। ਕੁਛ ਕਲਾਇੰਟਾਂ ਨੂੰ ਮੈਂ 490, 480 ਦੀਆਂ ਇੱਥੇ ਸਬਬ ਕੋਲ ਬਲੈਕਸ ਬੀਚ ਮਕਾਏ 'ਚ ਦਵਾਈਆਂ। ਅੱਜ 7 ਲੱਖ ਦੀ ਵੀ ਪ੍ਰੋਪਰਟੀ ਮਿਲਦੀ ਨਹੀਂ ਭਾਅ ਜੀ, 1.5 ਸਾਲ ਹੋਇਆ ਅੱਜ। ਸਿਮਿਲਰ ਪ੍ਰੋਪਰਟੀਜ਼ ਨੈਕਸਟ ਡੋਰਸ ਆਰ ਸੈਲਿੰਗ ਫॉर 700K। ਕਿੱਥੋਂ ਆ ਰਿਹਾ ਸਾਰਾ ਪੈਸਾ ਨਾ ਹੈ ਤੁਹਾਡੇ ਮੇਰੇ ਵਰਗੇ ਅਸੀਂ ਐਜੂਕੇਟ ਕਰਦੇ ਹਾਂ, ਬਾਹਰ ਇਕੱਠੇ ਕਰਦੇ ਹਾਂ, ਤਾਂ ਉੱਥੋਂ ਲਾਈਕ ਅਗੇਨ ਇਹ ਨਾਲੇ ਇਹਦੀ ਇਸ ਚੀਜ਼ ਦੀ ਪੋਪੂਲੈਰਿਟੀ ਪਹਿਲਾਂ ਟਾਈਮ ਇਜ਼ ਗੈਟਿੰਗ ਚੇਂਜਡ। ਹੁਣ ਇੰਨੇ ਡਾਟਾ ਟੂਲਸ ਹੈ, ਨਵਾਂ ਟਰੈਂਡ ਹੈ AI, ਪਤਾ ਨਹੀਂ ਸੀਗਾ ਪਹਿਲਾਂ ਕੁਛ ਪਤਾ ਨਹੀਂ ਸੀ, ਹੁਣ ਅਵੇਅਰਨੈਸ ਬਹੁਤ ਆ ਜੀ ਜੀ। ਦੇयर ਇਜ਼ ਅ ਲੋਟ ਆਫ ਅਵੇਅਰਨੈਸ। ਅਤੇ ਅੱਜ ਕੱਲ੍ਹ ਐਜੂਕੇਸ਼ਨ ਲੋਕ ਇੰਨੇ ਐਜੂਕੇਸ਼ਨ ਕੋਰਸਿਸ ਨੇ, ਤੁਸੀਂ ਟਾਈਮ ਜਿਹਦੇ ਕੋਲ ਤੁਹਾਡੇ ਕੋਲ ਟਾਈਮ ਹੈ, ਪੈਸਾ ਹੈ, ਯੂ ਡੋਂਟ ਈਵਨ ਨੀਡ ਅ ਬਾਇਰ ਏਜੰਟ, ਪਰ ਉਹਦੇ ਲਈ ਬਹੁਤ ਟਾਈਮ, ਪੇਸ਼ੈਂਸ, ਤੁਹਾਨੂੰ ਸਿੱਖਣਾ ਪੈਂਦਾ ਸਾਰਾ ਕੁਛ, ਦੈਨ ਯੂ ਗੋ ਐਂਡ ਬਾਏ ਪ੍ਰੋਪਰਟੀਜ਼। ਤੁਸੀਂ ਫਾਈਨੈਂਸ਼ੀਅਲ ਫਰੀਡਮ ਦੀ ਬਹੁਤ ਗੱਲ ਕਰਦੇ ਹੋ। ਹਾਂਜੀ ਪਰ in normal terms, what do you think, what financial freedom defines for you? What is the definition for you for is it different for different everyone has a different financial freedom। मेरे लिए जो financial freedom ਦੀ term ਹੈ, there was a time ਮੈਂ 16 ਘੰਟੇ ਵੀ ਕੰਮ ਕੀਤਾ ਰਾਈਟ। ਜੇ ਤੁਸੀਂ ਆਪਣੀ ਫੈਮਿਲੀ ਨੂੰ ਟਾਈਮ ਦੇ ਪਾ ਰਹੇ ਹੋ ਡਾਊਨ ਦਾ ਲਾਈਨ, ਔਰ ਯੂ ਪਲੈਨਿੰਗ ਕਿ ਹਾਂ ਮੈਂ ਅਗਲੇ 2 ਸਾਲ 5 ਸਾਲ ਹਾਰਡ ਵਰਕ ਕਰਕੇ ਆਈ ਵਾਂਟ ਟੂ ਸਪੈਂਡ ਟਾਈਮ ਵਿਦ ਮਾਈ ਫੈਮਿਲੀ, ਅਤੇ ਮੈਂ ਆਪਣੀ ਟਰਮਸ 'ਤੇ ਕੰਮ ਕਰਾਂ ਰਾਈਟ, ਦੈਟ ਇਜ਼ ਕਾਲਡ ਅ ਟਰੂ ਫਾਈਨੈਂਸ਼ੀਅਲ ਫਰੀਡਮ। ਹੁਣ ਉਹ ਕਿਵੇਂ ਆਊਗੀ ਜੇ ਤੁਹਾਡੇ ਕੋਲ ਕੋਈ ਪੈਸਿਵ ਇਨਕਮ ਹੋਊਗੀ ਰਾਈਟ। ਹੁਣ ਜਸਟ ਐਨ ਐਗਜ਼ਾਮਪਲ, ਮੈਂ ਆਪਣੇ ਰਿਲੇਟਿਵ ਦੀ ਐਗਜ਼ਾਮਪਲ ਦੇਣਾ, ਹੀ ਇਜ਼ ਇਨ ਏਜ ਆਫ 40, ਹੋਲਡ ਮਲਟੀਪਲ ਐਸੈਟਸ, ਮਲਟੀਪਲ ਬਿਜ਼ਨਸਿਸ, ਅਤੇ ਉਹ ਲਿਟਰਲੀ ਔਨ ਹਿਜ਼ ਟਰਮਸ ਕੰਮ ਕਰਦੇ ਨੇ। ਇਨ ਏਜ ਆਫ 40 ਹੀ ਪਲੇਜ਼ ਟੈਨਿਸ 2 days, ਕ੍ਰਿਕਟ ਬਹੁਤ ਵਧੀਆ ਖੇਲਦੇ ਨੇ, ਹੀ ਇਜ਼ ਫਿਜ਼ੀਕਲੀ ਫਿਟ, ਦੈਟ ਇਜ਼ ਕਾਲਡ ਅ ਫਾਈਨੈਂਸ਼ੀਅਲ ਫਰੀਡਮ। ਜਦ ਮੇਰੀ ਇੱਛਾ ਹੈ ਤਾਂ ਮੈਂ ਕੰਮ ਕਰਾਂ, ਨਹੀਂ ਹੈ ਤਾਂ ਨਹੀਂ ਕਰਾਂ ਰਾਈਟ। ਆਈ ਹੈਵ ਅ ਫਰੀਡਮ। ਅਤੇ ਸਾਡੇ ਵੀ ਵੀ ਆਰ ਵੈਰੀ ਆਕੂਪਾਈਡ ਦੀਸ ਡੇਜ਼, ਪਰ ਐਟਲੀਸਟ ਵੀ ਫਲੈਕਸੀਬਿਲਿਟੀ ਹੈਗੀ ਹੈ ਐਟ ਦਿਸ ਸਟੇਜ ਕਿ ਹਾਂ ਅਸੀਂ ਆਫਿਸ ਨਹੀਂ ਜਾਣਾ, ਛੁੱਟੀ ਮੰਗਣ ਦੀ ਲੋੜ ਨਹੀਂ, ਛੁੱਟੀ ਮੰਗਣ ਦੀ ਲੋੜ ਨਹੀਂ ਹੈਗੀ। ਦੈਟ ਇਜ਼ ਸਮਥਿੰਗ ਯੂ ਨੋ। ਬਟ ਇਨ ਟਰਮਸ ਆਫ ਤੁਹਾਨੂੰ ਜੇ ਫਾਈਨੈਂਸ਼ੀਅਲ ਫਰੀਡਮ ਗੋਲ 'ਤੇ ਅਚੀਵ ਕਰਨਾ, ਪਹਿਲਾਂ ਤੁਹਾਨੂੰ ਫਿਗਰ ਆਊਟ ਕਰਨਾ ਪਊਗਾ ਵੀ ਕਿੰਨੇ ਪੈਸੇ ਤੁਹਾਨੂੰ ਚਾਹੀਦੇ ਨੇ ਟੂ ਰੀਚ ਦੈਟ ਗੋਲ। ਮੇਰੇ ਲਈ 100K ਮੋਰ ਵੱਧ ਹੋ ਸਕਦੇ ਨੇ, ਤੁਹਾਡੇ ਲਈ ਸ਼ਾਇਦ 2 ਲੱਖ 3 ਲੱਖ ਹੋਵੇ, ਹੈ ਨਾ। ਅਤੇ ਤੁਹਾਡਾ ਪੋਰਟਫੋਲੀਓ ਉਸ ਹਿਸਾਬ ਨਾਲ ਬਿਲਡ ਹੋਣਾ ਚਾਹੀਦਾ ਰਾਈਟ। ਇੱਕ ਸਿੰਪਲ ਮੈਥ ਹੈ, 7% ਪ੍ਰੋਪਰਟੀ ਗਰੋ ਕਰਦੀ ਹੈ, ਤੁਸੀਂ 5 ਲੱਖ ਦਾ ਐਸੈਟ ਲੈਂਦੇ ਹੋ, 11 ਸਾਲ ਦੇ ਵਿੱਚ ਕੰਪਾਊਂਡ ਕਰਕੇ ਡਬਲ ਹੋ ਜਾਂਦੀ ਹੈ ਪ੍ਰੋਪਰਟੀ। ਸਿੰਪਲ ਮੈਥ ਹੈ ਰਾਈਟ। ਅੰਟਿਲ ਅਨਲੈਸ ਯੂ ਗੋ ਇਨ ਅ ਵੈਰੀ ਬੈਡ ਮਾਰਕੀਟ, ਅਤੇ ਕਿਸੇ ਮੈਲਬਰਨ ਅਪਾਰਟਮੈਂਟ ਲੈ ਲਿਆ ਵਿਚ ਇਜ਼ ਨੋਟ ਗਰੋਇੰਗ ਫਰੋਮ 10 years, ਦੈਟਸ ਅ ਡਿਫਰੈਂਟ ਸਟੋਰੀ। ਅਗਰ ਚੰਗਾ ਐਸੈਟ ਚੱਕਿਆ ਤਾਂ ਉਹਨੇ 11 ਸਾਲ 'ਚ ਮੋਸਟ ਲਾਈਕਲੀ ਡਬਲ ਹੋ ਜਾਣਾ, ਹੈ ਨਾ। ਹੁਣ ਤੁਹਾਡੇ 4 ਪ੍ਰੋਪਰਟੀਆਂ ਲਿੱਤੀਆਂ 5 ਲੱਖ ਦੀਆਂ ਜੀ, ਠੀਕ ਹੈ, $2 million ਦੇ ਐਸੈਟ ਹੋ ਗਏ ਜੀ। ਫਾਸਟ ਫੋਰਵਰਡ ਤੁਸੀਂ ਪ੍ਰੋਪਰਟੀਆਂ ਐਵੇਂ ਚੂਜ਼ ਕਰਨੀਆਂ ਵੀ ਤੁਹਾਡੀ ਕੈਸ਼ ਫਲੋ 'ਤੇ ਬੇਅਰੇਬਲ ਹੋਣ ਨਾ। 1 point 'ਤੇ ਪੋਜ਼ੀਟਿਵ ਹੋ ਜਾਂਦੀਆਂ ਪ੍ਰੋਪਰਟੀਜ਼, ਬਟ ਇਨੀਸ਼ੀਅਲੀ ਦੇ ਆਰ ਨੈਗੇਟਿਵ ਗੇਟ, ਹੈ ਨਾ। ਅਤੇ ਡਿਪੈਂਡਿੰਗ ਔਨ ਦਾ ਇੰਟਰਸਟ ਰੇਟ ਐਟ ਦੈਟ ਪੁਆਇੰਟ। ਅਤੇ ਫਾਸਟ ਫੋਰਵਰਡ 11 ਸਾਲ, ਉਹ 2 million ਦੀਆਂ ਪ੍ਰੋਪਰਟੀਜ਼ ਬਿਕਮਸ $4 million ਪ੍ਰੋਪਰਟੀਜ਼। ਥੋੜ੍ਹਾ ਡੈਟ ਤਾਂ $2 million ਹੀ ਆ। Now, one is acquisition phase when you're adding properties, then is a holding phase. You want to hold those properties for 10 years.
ਦੈਨ ਆਪਣਾ ਕੰਸੋਲੀਡੇਸ਼ਨ ਫੇਸ ਦੇ ਵਿੱਚ ਹੈ ਬੇਸਡ ਔਨ ਯੂਰ ਟੈਕਸ ਪਲੈਨਿੰਗ, ਕਿਉਂਕਿ ਤੁਸੀਂ ਚਾਰੋਂ ਪ੍ਰੋਪਰਟੀਆਂ ਇੱਕ ਸਾਲ 'ਚ ਵੇਚਤੀਆਂ, ਤੁਸੀਂ ਕੈਪੀਟਲ ਗੇਨ ਟੈਕਸ ਹੀ ਬਹੁਤ ਦੇ ਦੇਣਾ ਟੂ ਸਟਾਰਟ ਸੈਲਿੰਗ ਐਸੈਟਸ, ਰਾਈਟ? ਤੁਸੀਂ ਹੁਣ 4 ਪ੍ਰੋਪਰਟੀਆਂ ਹੋ ਗਈਆਂ ਮਿਲੀਅਨ ਦੀਆਂ, 2 ਵੇਚ ਦਿਓ, ਪੇ ਆਫ ਦਾ ਡੈਟ। ਹੁਣ ਤੁਹਾਡੇ ਕੋਲ 2 ਪ੍ਰੋਪਰਟੀਆਂ ਨੇ ਫੁੱਲੀ ਪੇਡ, ਕਿਰਾਇਆ ਤੁਹਾਡਾ ਹੋ ਗਿਆ ਪੈਸਿਵ ਇਨਕਮ, ਤੇ ਵੱਡਾ ਨਜ਼ਾਰੇ ਹੈ ਨਾ। ਟੂ ਮਚ ਐਕਚੁਅਲੀ ਇਹਦੇ 'ਚ ਕੀ ਹੈ, ਮਲਟੀਪਲ ਫਲੇਵਰਸ ਹੈ, ਠੀਕ ਹੈ। ਫਿਰ ਸਾਹਮਣੇ ਵਾਲਾ ਬੰਦਾ ਇਸ ਟਾਈਮ ਤੇ ਆਪਣੀ ਕਿਸ ਏਜ ਤੇ ਹੈ, ਠੀਕ ਹੈ। ਜੋ ਪਰਸਨ 30 ਈਅਰ ਦੀ ਏਜ ਦੇ ਵਿੱਚ ਹੈ, ਔਰ ਇਨਫੈਕਟ ਕੱਲ੍ਹ ਦੀ ਇੱਕ ਬਹੁਤ ਹੀ ਡਿਫਰੈਂਟ ਟਾਈਪ ਦੀ ਪੋਸਟ ਆਈ ਸੀ PFA ਦੇ ਵਿੱਚ। ਦੇਰ ਵਾਸ ਇੱਕ ਕਪਲ 28 ਸਾਲ ਦਾ, 28 ਹਸਬੈਂਡ ਹੈ, 27 ਸਾਲ ਦੀ ਲੜਕੀ ਸੀਗੀ। ਉਹਨਾਂ ਦੋਨਾਂ ਦਾ ਪੈਕੇਜ, ਟੱਚਵੁੱਡ ਕੀ ਕਹਿ ਸਕਦੇ ਆਪਾਂ, ਥੋੜ੍ਹੇ ਸਰਪ੍ਰਾਈਜ਼ਿੰਗ ਮੈਨੂੰ ਵੀ ਹੋਇਆ, ਬਟ ਰਿਐਲਿਟੀ ਹੈ ਕਿ ਦੋਨਾਂ ਦਾ ਪੈਕੇਜ 400K ਇਸ ਟਾਈਮ 'ਤੇ, 28 ਸਾਲ ਦੀ ਉਮਰ ਦੇ ਵਿੱਚ 4 ਪ੍ਰੋਪਰਟੀਜ਼ ਉਹ ਖਰੀਦ ਕੇ ਬੈਠੇ ਇਸ ਟਾਈਮ 'ਤੇ, ਠੀਕ ਹੈ। ਉਹਨਾਂ ਵਾਸਤੇ ਫਾਈਨੈਂਸ਼ੀਅਲ ਫਰੀਡਮ ਦੀ ਜੋ ਏਜ ਹੈਗੀ ਹੈ, ਉਹ ਸ਼ਾਇਦ ਦੂਸਰੇ ਵਾਸਤੇ ਨਹੀਂ ਹੋਗੀ, ਕਿਉਂਕਿ ਉਹ 40-45 ਤੇ ਅਚੀਵ ਕਰ ਲੈਣਗੇ। ਮੇਕ ਸੈਂਸ ਠੀਕ ਹੈ। ਤਾਂ ਤੁਸੀਂ ਕਿਸ ਟਾਈਮ ਤੇ ਐਂਟਰੀ ਕਰ ਰਹੇ ਹੋ, ਉਹ ਮੈਟਰ ਕਰਦਾ ਹੈ, ਠੀਕ ਹੈ। ਲੇਕਿਨ ਮੇਰਾ ਇੱਕ ਕਹਿਣਾ ਹੋਗਾ, ਆਪਾਂ ਸਾਰੇ ਲੋਕੀ ਇੰਡੀਆ ਤੋਂ ਜੋ ਆਏ ਹੈ, ਮਾਈਂਡ ਵਿੱਚ ਇੱਕ ਹਮੇਸ਼ਾ ਇਹ ਰਹਿੰਦਾ ਯਾਰ, ਇੰਡੀਆ ਦੇ ਵਿੱਚ ਆਪਾਂ ਕੋਈ ਚੀਜ਼ ਕਰ ਲਿੱਤਾ, ਕੋਈ ਵੀ ਚੀਜ਼ ਲਿੱਤੀ, ਠੀਕ ਹੈ, ਉਸ 'ਤੇ ਡੈਪਟ ਹੈਗਾ, ਮਾਈਂਡ 'ਚ ਆਉਂਦਾ ਯਾਰ ਇਹ ਡੈਪਟ ਫਟਾਫਟ ਖ਼ਤਮ ਕਰਨਾ, ਤਾਂ ਹੀ ਆਪਾਂ ਕੁਛ ਹੋਰ ਸੋਚਾਂਗੇ, ਠੀਕ ਹੈ। ਇਸ ਜਗ੍ਹਾ 'ਤੇ ਆਸਟ੍ਰੇਲੀਆ ਦੇ ਵਿੱਚ ਜੋ ਕੰਸੈਪਟ ਹੈ ਕਿ ਜੋ ਏਜ ਹੈ ਤੁਹਾਡੀ, ਏਜ ਦੇ ਹਿਸਾਬ ਨਾਲ ਤੁਸੀਂ ਉਸ ਡੈਪਟਸ ਨੂੰ ਲੈਣਾ ਚਾਹੀਦਾ ਹੈ। ਮੋਰ ਡੈਪਟ ਯੂ ਹੈਵ ਇਟ, ਮੋਰ ਯੂ ਕੈਨ ਗਰੋ, ਲੇਕਿਨ ਇੱਕ ਟਾਈਮ ਦੇ ਹਿਸਾਬ ਨਾਲ। ਜੋ ਅਭੀ ਦਿਨੇਸ਼ ਨੇ ਪਹਿਲਾਂ ਕਹੀ ਸੀ ਐਕੁਜੀਸ਼ਨ, ਅਗਰ ਆਪਣੀ ਏਜ ਉਹ ਹੈ, ਤੁਸੀਂ ਅਕਵਾਇਰ ਕਰਦੇ ਰਹੋ, ਫਿਰ ਜਿਵੇਂ ਆਪਣੀ ਏਜ ਬਦਲੂਗੀ, ਤੁਸੀਂ ਉਹਨੂੰ ਹੋਲਡਿੰਗ ਕਰੋ, ਉਹਨੂੰ ਹੌਲੀ ਹੌਲੀ ਰਿਮੂਵ ਕਰੋ। ਭਾਜੀ ਕੁਐਸਚਨ ਹੈ ਮੇਰਾ ਜੀ, ਇਜ਼ ਇਟ ਟੂ ਰਿਸਕੀ ਐਂਡ ਸਟ੍ਰੈਸਫੁਲ ਵੈਨ ਯੂ ਆਰ ਇਨ ਅ ਹੋਲਡਿੰਗ ਫੇਸ? ਅਗਰ ਕੈਲਕੂਲੇਟਿਡ ਮੂਵਸ ਨੇ ਨਾ ਫਿਰ ਨਹੀਂ ਹੈ ਜੀ, ਰਾਈਟ? ਹੁਣ ਕਿਵੇਂ, ਜਿਵੇਂ ਮੈਂ ਆਪਣਾ ਮੇਰੇ ਐਸੈਟਸ, ਜਿਵੇਂ ਮਨੀਸ਼ ਜੀ ਹੈਵ ਸੀਨ ਸੇਮ ਥਿੰਗ, ਟਾਈਮ ਦੇ ਨਾਲ ਪੋਜ਼ੀਟਿਵ ਹੁੰਦੇ ਜਾ ਰਹੇ ਨੇ। ਜਦੋਂ ਪੋਜ਼ੀਟਿਵ ਹੀ ਹੈ, ਮੈਨੂੰ ਕਿਸ ਚੀਜ਼ ਦਾ ਸਟ੍ਰੈਸ ਹੈ, ਰਾਈਟ? ਹੁਣ ਮੇਰੀ ਪਰਥਲੀ 380 ਦੀ ਲਿੱਤੀ ਸੀ, 600 650 ਕਰਾਇਆ ਉਹਦਾ, ਕੇਨਸ ਵਾਲੀ ਦਾ 700 ਕਰਾਇਆ, ਮਕਾਏ ਵਾਲੀ ਦਾ 700 ਕਰਾਇਆ। ਹੁਣ ਉਹ ਜਦ ਕਰਾਇਆ, ਕਿਸ਼ਤ ਸਾਰਾ ਕੁਝ ਹੀ ਪੇ ਕਰ ਰਿਹਾ, ਮੈਨੂੰ ਸਟ੍ਰੈਸ ਕਿਸ ਚੀਜ਼ ਦਾ? ਸਟ੍ਰੈਸ ਤਾਂ ਹੈ ਵੀ ਮੇਰੇ 10-20 ਹਜ਼ਾਰ ਮਹੀਨੇ ਦੇ ਜਾ ਰਹੇ ਨੇ, ਅਤੇ ਆਮ ਫ੍ਰੀਕਿੰਗ ਆਊਟ ਕਿ ਮੈਂ ਕਿੱਥੋਂ ਪੈਸੇ ਪੂਰੇ ਕਰਾਂ, ਹੈ ਨਾ। ਅਤੇ ਹਾਂ, ਹੁਣ ਮੇਰੀ ਵਾਈਫ ਜਿਵੇਂ ਕਹਿ ਰਹੀ ਸੀ, ਆਪਾਂ ਘਰ ਅਪਗ੍ਰੇਡ ਕਰਾਂਗੇ ਕਿਸੇ 1-2 ਸਾਲ ਦੇ ਵਿੱਚ, ਇਹ ਐਸਿਡ ਮੈਂ ਕਿਉਂ ਜੋੜੇ ਨੇ? ਆਈ ਸੈਲ ਕਪਲ ਆਫ ਮਾਈ ਪ੍ਰੋਪਰਟੀਜ਼, ਰਾਈਟ? ਅਤੇ ਕਪਲ ਆਫ ਪ੍ਰੋਪਰਟੀਜ਼ ਕਰੂੰਗਾ ਦੈਟ ਆਈ ਹੈਵ ਮਨੀ ਐਂਡ ਆਈ ਵਿਲ ਬਾਈ ਮਾਈ ਐਸਿਡ, ਜੈਸੇ ਵੀ ਮੈਨੂੰ ਚਾਹੀਦਾ ਹੋਊਗਾ ਉਸ ਟਾਈਮ ਨਾਲ, ਜਿਸ ਨਾਲ ਫੈਮਿਲੀ ਗਰੋ ਕਰ ਰਹੀ ਹੈ, ਆਈ ਵਿਲ ਬਾਈ ਮਾਈ ਪ੍ਰੋਪਰਟੀ। ਇਹੀ ਚੀਜ਼ ਲੋਟ ਆਫ ਸਿਡਨੀ ਸਾਈਡਰਸ, ਕਿਉਂਕਿ ਸਿਡਨੀ ਦੇ ਵਿੱਚ ਘਰ ਹੋ ਗਏ ਜੀ 1.4-1.5 ਮਿਲੀਅਨ ਤੋਂ ਘੱਟ ਚੱਜਦਾ ਮਿਲਦਾ ਨਹੀਂ ਕੁਛ। ਜੀ। ਹੁਣ ਕਿੰਨੇ ਹੀ ਕਲਾਇੰਟ ਡੂਇੰਗ ਰੈਂਟ ਵੈਸਟਿੰਗ ਕੀ ਕਰਦੇ ਨੇ, ਉੱਥੇ ਬੈਠੇ ਨੇ। ਕੀ ਟਰਮ ਹੈ ਭਾਜੀ? ਰੈਂਟ ਵੈਸਟਿੰਗ। ਹਾਂ, ਅੱਛਾ ਜੀ। ਤੁਸੀਂ ਆਪ ਖੁਦ ਰੈਂਟ ਤੇ ਰਹੋ ਜੀ, ਰਾਈਟ? ਹਾਂ, ਹੁੰਦਾ ਇਦਾਂ। ਇਟ ਇਜ਼ ਵੈਰੀ ਗੁੱਡ ਫॉर ਟੈਕਸ ਪਰਪਸਿਸ ਐਜ਼ ਵੈਲ, ਬਿਕੋਜ਼ ਫॉर IPs ਯੂ ਕੈਨ ਕਲੇਮ ਐਵਰੀਥਿੰਗ, ਆਲ ਮੇਨਟੇਨੈਂਸ, ਇੰਟਰਸਟਡ, ਐਵਰੀਥਿੰਗ। ਫॉर PPOR ਯੂ ਕਾਂਟ, ਓਨਰ ਆਕੂਪਾਈਡ ਯੂ ਕਾਂਟ, ਰਾਈਟ? ਅਤੇ ਉਹ ਕੀ ਕਰ ਰਹੇ ਨੇ, ਇੱਕ ਐਂਟਰੀ ਪੁਆਇੰਟ ਬਣਾਉਣ ਵਾਸਤੇ, ਉੱਥੇ ਹੁਣ ਐਂਟਰੀ ਮਿਲ ਹੀ ਨਹੀਂ ਰਹੀ। ਕਈ ਕਲਾਇੰਟਸ ਨੇ 3-4 ਪ੍ਰੋਪਰਟੀਆਂ ਉੱਥੇ ਬੈਠ ਕੇ ਬਾਏ ਕੀਤੀਆਂ, ਸਿਡਨੀ 'ਚ ਹੀ ਬੈਠੇ ਨੇ, ਪੂਰੇ ਆਸਟ੍ਰੇਲੀਆ 'ਚ ਹਰ ਜਗ੍ਹਾ ਪ੍ਰੋਪਰਟੀਆਂ ਜਿੱਥੇ ਡਾਟਾ ਸਟਰੋਂਗ ਹੈ ਬਾਏ ਕਰਦੇ ਨੇ, ਦੇ ਬਿਲਡ ਦੇਅਰ ਵੈਲਥ। ਅਤੇ ਹੁਣ ਉਹਨਾਂ ਕੋਲ ਚੋਇਸ ਹੈ, ਜੇ ਉਹ ਉਸੀ 'ਤੇ ਵੇਟ ਕਰੇ 1.4 ਮਿਲ, ਮੈਂ $2 ਲੱਖ ਜੋੜਨਾ, ਉਹ ਜੁੜਦਾ ਹੀ ਨਹੀਂ। ਜਦੋਂ 2 ਲੱਖ ਜੁੜਦਾ, ਉਹ 1.6 ਦਾ ਹੋ ਜਾਂਦਾ। ਤਾਂ ਯੂ ਆਰ ਇਨ ਅ ਕੈਚ 22 ਬੇਸਿਕਲੀ, ਰਾਈਟ? ਅਤੇ ਉਹ ਕਈ ਬਹੁਤ ਸਮਾਰਟ ਮੂਵ ਹੈ ਕਿ ਤੁਸੀਂ ਆਪਣਾ ਉੱਥੇ ਹੀ ਰੈਂਟ ਕਰੋ, ਲਾਈਫ ਸਟਾਈਲ ਮੇਨਟੇਨ ਕਰੋ, ਅਤੇ ਆਪਣੇ ਐਸੈਟਸ ਬਿਲਡ ਕਰਨੇ ਸ਼ੁਰੂ ਕਰੋ। ਹੁਣ ਕਿੰਨੀਆਂ ਟਰੂ ਸਟੋਰੀਜ਼ ਨੇ ਭਾਅ ਜੀ, ਉਹਨਾਂ ਨੇ ਕਈਆਂ ਨੇ ਪ੍ਰੋਪਰਟੀਆਂ ਵੇਚੀਆਂ ਪਹਿਲੀਆਂ ਦੂਜੀਆਂ, ਅਤੇ ਦੇ ਬੋਟ ਦੇਅਰ ਓਨਰ ਆਕੂਪਾਈਡ ਇਨ ਸਿਡਨੀ, ਰਾਈਟ? ਕਈ ਆਪਣੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਜੋੜਦੇ ਜਾ ਰਹੇ ਨੇ, ਕਹਿੰਦੇ ਸਾਨੂੰ ਜ਼ਰੂਰਤ ਹੀ ਨਹੀਂ ਹੈ, ਵੀ ਆਰ ਇੰਜੋਇੰਗ ਰੈਂਟਿੰਗ ਹੇਅਰ ਐਂਡ ਵੀ ਹੈਵ ਅ ਪ੍ਰੋਪਰਟੀਜ਼ ਵੇਅਰ ਵੀ ਵਾਂਟ ਟੂ, ਰਾਈਟ? ਅਤੇ ਹਰ ਇੱਕ ਦੀ ਉਹ ਐਟਲੀਸਟ ਇੱਕ ਐਂਟਰੀ ਮਿਲ ਜਾਂਦੀ ਹੈ ਤੁਹਾਨੂੰ। ਸੋ ਤੁਸੀਂ ਇਹ ਕਹਿ ਰਹੇ ਹੋ ਕਿ ਇਟਸ ਨਾਟ stressful, it has to be calculative. Yes, if it can be stressful if you don't go with calculations. It can be stressful. ਥੋੜ੍ਹੇ ਬਫਰਸ ਹੋਣੇ ਚਾਹੀਦੇ ਨੇ ਤੁਹਾਡੇ ਐਪੇਟਾਈਟ ਦੇ ਹਿਸਾਬ ਨਾਲ, ਹੈ ਨਾ। ਮਾਰਕੀਟ ਸਿਲੈਕਸ਼ਨ ਦਾ ਵੀ ਰਿਸਕ ਐਪੇਟਾਈਟ ਹੁੰਦਾ। ਹੁਣ ਕਈ ਮਾਰਕੀਟਸ ਇਹੋ ਜਿਹੀਆਂ ਨੇ, ਅਸੀਂ 4-4 ਲੱਖ ਦੀਆਂ ਪ੍ਰੋਪਰਟੀ ਲੈ ਰਹੇ ਹਾਂ ਭਾਅ ਜੀ, 650-600 ਕਰਾਇਆ, ਬਟ ਦੇ ਆਰ ਲਾਈਕ ਫੋਰ ਐਗਜ਼ਾਮਪਲ एग्रीकल्चर बेस्ड इकोनॉमी है या फिर माइनिंग प्लस एग्रीकल्चर है, इट्स नॉट वेरी डाइवर्स इकोनॉमी. You if you are taking that decision, you need to know what's the risk associated to that, right? तो
it can be like eventually end 'ਚ any investment comes with some sort of risk ਹੈ ਨਾ. ਸਾਡੀ ਜੋਬ ਐਜ਼ ਅ ਬਾਇਰ ਏਜੰਟ ਕੀ ਹੈ, ਉਹ ਰਿਸਕ ਨੂੰ ਜਿੰਨਾ ਅਸੀਂ ਘਟਾ ਸਕਦੇ ਹਾਂ ਟੂ ਮਿਨੀਮਾਈਜ਼ ਦੈਟ ਰਿਸਕ ਸੋ ਦੈਟ you see some results. ਭਾਜੀ ਕੁਐਸਚਨ ਹੈ ਫॉर ਯੈਸ ਪਲੀਜ਼. ਤੁਸੀਂ ਸਟ੍ਰੈਸਫੁਲ ਦੀ ਗੱਲ ਕਰੀ ਸੀ ਨਾ ਜੀ, ਜੋ ਆਸਟ੍ਰੇਲੀਆ ਇਸ ਟਾਈਮ ਤੇ ਹੈ, ਕਿਉਂਕਿ ਮੈਨੂੰ 21 ਸਾਲ ਹੋ ਗਏ ਇੱਥੇ ਆਏ, ਬਹੁਤ ਪੁਰਾਣੇ ਜੀ, ਬਹੁਤ ਪੁਰਾਣੇ ਹੋ ਗਏ, ਠੀਕ ਹੈ. ਜੋ ਮੈਂ ਐਸੇ ਆਬਜ਼ਰਵ ਕੀਤਾ ਹੈ ਜੀ, ਬੰਦਾ ਇਹ ਸੋਚਦਾ ਹੈ ਕਿ ਪ੍ਰੋਪਰਟੀ ਲੈ ਕੇ ਸਟ੍ਰੈਸ ਹੋਊਗਾ ਕਿ ਨਹੀਂ ਹੋਊਗਾ. ਇਸ ਟਾਈਮ ਤੇ ਇਹ ਹੈ ਕਿ ਬੰਦਾ ਇਹ ਸੋਚਦਾ ਹੈ ਕਿ ਮੈਂ ਨਹੀਂ ਲਊਂਗਾ ਤਾਂ ਵੀ ਸਟ੍ਰੈਸ ਹੋ ਰਿਹਾ. ਹਾਂ, ਉਹ ਕਿਉਂ ਹੋ ਰਿਹਾ? ਕਿਉਂਕਿ ਉਹਦੀ ਆਪਾਂ ਇੰਡੀਆ ਦੀ ਗੱਲ ਕਰਦੇ ਹਾਂ, ਇੰਡੀਆ ਦੇ ਵਿੱਚ ਆਪਣੀ ਵੈਲਥ ਗਰੋ ਕਰਨ ਦੇ ਬਹੁਤ ਆਪਸ਼ਨਸ ਹੈਗੇ ਆ, ਠੀਕ ਹੈ. ਤੁਸੀਂ ਕੰਮ ਕਰ ਤੋਂ ਇਲਾਵਾ ਕਿਸੇ ਤਰ੍ਹਾਂ ਬਿਜ਼ਨਸ ਕਰ ਲਿਆ, ਕਿਸੇ ਨੇ ਕੁਝ ਹੋਰ ਚੀਜ਼ ਕਰ ਲਈ, ਕਿਸੇ ਨੇ 10 ਪੈਸੇ, ਕਿਸੇ ਨੇ 20 ਪੈਸੇ, ਕਿਸੇ 30 ਪੈਸੇ ਪਾ ਲਏ. ਇੱਥੇ ਬਿਜ਼ਨਸ ਇੱਕ ਟੋਟਲੀ ਡਿਫਰੈਂਟ ਕੈਟੇਗਰੀ ਹੈ, ਤੁਹਾਨੂੰ ਫੁੱਲ ਟਾਈਮ ਇਨਵੋਲਵ ਹੋਣਾ ਪਊਗਾ. ਪ੍ਰੋਪਰਟੀ ਇੱਕ ਇੱਦਾਂ ਦੀ ਚੀਜ਼ ਹੈ, ਤੁਸੀਂ ਆਪਣੇ ਮੇਨ ਕੰਮ ਤੋਂ ਨਾਲ ਵੀ ਪ੍ਰੋਪਰਟੀ ਅਕਵਾਇਰ ਕਰ ਸਕਦੇ ਹੋ, ਠੀਕ ਹੈ. ਤਾਂ ਇੱਥੇ ਜੋ ਮੇਰੀ ਆਬਜ਼ਰਵੇਸ਼ਨ ਹੈ ਜੀ, ਜਿਹੜੇ ਬੰਦੇ ਪ੍ਰੋਪਰਟੀ ਅਕਵਾਇਰ ਨਹੀਂ ਕਰ ਪਾ ਰਹੇ ਉਹ ਜ਼ਿਆਦਾ ਸਟ੍ਰੈਸਫੁਲ ਹੈ. ਉਹ ਦੇਖੀ ਜਾਂਦੇ ਨੇ ਦੂਜੀਆਂ ਪ੍ਰੋਪਰਟੀਆਂ ਵਧੀ ਜਾਂਦੀਆਂ ਨੇ. ਭਾਜੀ ਇਸ ਤਰ੍ਹਾਂ ਇੱਕ ਭਾਜੀ ਲਾਈਨ ਯਾਦ ਆਈ ਹੈ ਮੈਨੂੰ ਨਾ, ਇੱਕ ਉਹ ਕਹਿੰਦੇ मैंने दरवाजे को ताला लगा के भी देख लिया, मैंने दरवाजे को ताला लगा के भी देख लिया, गम फिर भी समझ आता है मैं घर में ही हूँ. ਤੇ ਭਾਜੀ ਨਹੀਂ ਤੁਸੀਂ ਠੀਕ ਕਹਿ ਰਹੇ ਹੋ, ਬਟ ਭਾਜੀ ਇੱਕ ਕੁਐਸਚਨ ਤੁਹਾਡੀ ਕਨਵਰਸੇਸ਼ਨ ਤੋਂ ਆਈ ਵਾਂਟ ਟੂ ਆਸਕ, ਵਾਟ ਇਜ਼ ਦ ਰਾਈਟ ਟਾਈਮ ਟੂ ਇਨਵੈਸਟ ਭਾਜੀ? ਐਗਜ਼ਾਮਪਲ, ਆਈ ਲਿਟਲ ਬਿਟ ਮੋਰ ਡਿਟੇਲ ਦ ਕੁਐਸਚਨ. ਹਾਂਜੀ, COVID was tough time. I mean, my question is more related to interest rates. They go ups and down, and for a person in Melbourne specifically, what is the right time to buy another property or maybe investing? Is this the right time? ਦੇਖੋ ਇਹਦੇ ਵਿੱਚ ਪ੍ਰੋਪਰਟੀ ਲੈਣ ਵਾਲਾ ਬੰਦਾ ਕੌਣ ਹੈ ਜੀ, ਕੀ ਉਹ ਪ੍ਰੋਪਰਟੀ ਆਪਣੇ ਖੁਦ ਲਈ ਰਹਿਣ ਲਈ ਲੈ ਰਿਹਾ ਹੈ, ਫਿਰ ਤਾਂ ਡੈਫੀਨਿਟਲੀ ਉਹਦੀ ਨੈਸੈਸਿਟੀ ਹੈ. ਆਪਾਂ ਹਮੇਸ਼ਾ ਸੁਣਦੇ ਆਏ ਹਾਂ, ਆਪਣੇ ਹਿੰਦੀ ਦੇ ਵਿੱਚ ਇੱਕ ਚੀਜ਼ ਕਹਿੰਦੇ ਆ, 3 ਚੀਜ਼ਾਂ ਬਹੁਤ ਜ਼ਿਆਦਾ ਬੇਸਿਕ ਨੈਸੈਸਿਟੀਜ਼ ਹੈ, ਰੋਟੀ ਕੱਪੜਾ ਮਕਾਨ, ਠੀਕ ਹੈ. ਜਿੰਨੇ ਬੰਦੇ ਨੇ ਰਹਿਣਾ ਹੈ, ਚੌਥੀ ਵੀ ਹੈ ਹੁਣ ਫੋਨ, ਕੱਪੜਾ ਰੋਟੀ ਕੱਪੜਾ ਮਕਾਨ ਦੇ ਨਾਲ ਚੌਥੀ ਹੈਗੀ, ਠੀਕ ਹੈ. ਤਾਂ 5ਵੀਂ ਕਾਰ ਵੀ ਆ ਗਈ ਜੀ, ਠੀਕ ਹੈ. ਗੋਇੰਗ ਬੈਕ, ਅਗਰ ਬੰਦੇ ਨੇ ਘਰ ਆਪਣੇ ਰਹਿਣ ਲਈ ਲੈਣਾ ਹੈ ਤਾਂ ਉਹਦੀ ਨੈਸੈਸਿਟੀ ਹੈਗੀ ਹੈ, ਠੀਕ ਹੈ. ਤਾਂ ਉਹਨੂੰ ਇਮੋਸ਼ਨਲੀ ਤਾਂ ਉਹਨੂੰ ਆਪਣੇ ਰੈਂਟ ਬਚਾਉਣ ਲਈ ਉਹਨੂੰ ਪ੍ਰੋਪਰਟੀ ਲੈਣੀ ਪਊਗੀ, ਠੀਕ ਹੈ. ਹੁਣ ਜੋ ਇਨਵੈਸਟਰਸ ਹੈ, ਅਗਰ ਤੁਸੀਂ ਮੈਲਬਰਨ ਦੀ ਸਪੈਸੀਫਿਕ ਗੱਲ ਕਰ ਰਹੇ ਹੋ, ਹੁਣ ਡੇਟਾ ਪੁਆਇੰਟ ਆਪਾਂ ਦੇਖਣਾ ਹੈ ਕਿ ਮੈਲਬਰਨ ਦੇ ਗਰੋਥ ਦੇ ਚਾਂਸਿਸ ਕਿੰਨੇ ਹੈ, ਠੀਕ ਹੈ. ਔਰ ਇਸੇ ਕਰਕੇ ਜੋ ਇਹ ਬਾਇਰਸ ਦਾ ਕਨਸੈਪਟ ਆਇਆ ਹੈ, ਅਗਰ ਮੈਲਬਰਨ ਗਰੋਥ ਦੇ ਚਾਂਸਿਸ ਨਹੀਂ ਲੱਗ ਰਹੇ, ਫੋਰ ਐਗਜ਼ਾਮਪਲ, ਠੀਕ ਹੈ, ਔਰ ਇਨਵੈਸਟਰ ਕੋਲੇ ਮੰਨ ਲਓ ਬੋਰਿੰਗ ਹੈਗੀ ਹੈ, ਠੀਕ ਹੈ, ਡਿਪੋਜ਼ਿਟ ਹੈਗਾ ਹੈ, ਠੀਕ ਹੈ, ਸਿਰਫ ਇਹ ਸੋਚ ਰਿਹਾ ਹੈ ਕਿ ਕੋਈ ਇੱਦਾਂ ਦੀ ਚੀਜ਼ ਆ ਜਾਏ ਕਿ ਮੈਂ ਕੋਈ ਕੋਵਿਡ ਆਇਆ ਸੀਗਾ ਕਿ ਮੈਂ ਇਸ ਕਰਕੇ ਨਾ ਲਵਾਂ, ਲੇਕਿਨ ਅਗਰ ਰਿਐਲਿਟੀ ਦੇ ਵਿੱਚ ਅਗਰ ਉਹ ਨਹੀਂ ਲੈਂਦਾ ਤਾਂ ਉਹ ਵੈਸੇ ਹੀ ਪਿੱਛੇ ਰਹਿ ਜਾਊਗਾ, ਹੈ ਨਾ. ਉਹਨੂੰ ਇਹ ਚੀਜ਼ ਦੇਖਣੀ ਹੈ ਕਿ ਕਿੱਥੇ ਉਹ ਲੈ ਸਕਦਾ ਹੈ, ਚਾਹੇ ਉਹ ਮੈਲਬਰਨ ਹੈ ਚਾਹੇ ਮੈਲਬਰਨ ਤੋਂ ਬਾਹਰ ਹੈ, ਠੀਕ ਹੈ. ਤਾਂ ਇਹਦਾ ਕੁਐਸਚਨ ਦਾ ਜਸਟ ਸ਼ਾਰਟ ਆਨਸਰ ਹੈ ਕਿ ਵੈਨ ਯੂ ਆਰ ਰੈਡੀ ਦੈਟ ਇਜ਼ ਦ ਬੈਸਟ ਟਾਈਮ. ਵੈਰੀ ਟਰੂ. that makes ਤੇ sense. ਭਾਜੀ ਹਮੇਸ਼ਾ ਦੇਰ ਆਰ ਮਾਰਕੀਟਸ ਵਿਚ ਆਰ ਗਰੋਇੰਗ ਇਨ ਆਸਟ੍ਰੇਲੀਆ. ਜੇ ਮੈਲਬਰਨ ਨਹੀਂ ਗਰੋ ਕਰ ਰਿਹਾ ਸੀ, ਪਰਥ ਐਡਲੇਡ, ਬ੍ਰਿਸਬਨ ਵਾਸ ਗਰੋਇੰਗ ਨਾ, ਕੁਇਨਸਲੈਂਡ ਦੇ ਰੀਜਨਲ ਪੌਕਟਸ ਵਾਸ ਗਰੋਇੰਗ ਵੈਰੀ ਫਾਸਟ. ਸਾਈਕਲਿਕ ਮਾਰਕੀਟਸ ਨੇ ਅੱਜ ਕੱਲ੍ਹ, ਇੰਨਾ ਡਾਟਾ ਅਵੇਲੇਬਲ ਹਰ ਇੱਕ ਕੋਲ ਹੈ, ਹਰ ਕੋਈ. ਤੁਸੀਂ ਇੰਜੀਨੀਅਰਿੰਗ ਬੋਰਡ ਨਾ ਵਿੱਚ ਪਾ ਦਿੰਦੇ ਸਾਈਕਲ ਭਾਜੀ ਹੁਣ ਇੰਨੇ ਸਾਲ ਪੜ੍ਹਾਈ ਕੀਤੇ ਹੋਣ ਨਾ, ਉਹ ਟੱਚ ਆਈ ਜਾਂਦਾ ਤੇ ਨਾ. ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਦ ਮੈਂ ਆਪਣਾ ਬਿਜ਼ਨਸ, ਜਦ ਮੈਂ ਆਪਣੀ ਪ੍ਰੋਪਰਟੀ ਪਰਥ ਬਾਈ ਕੀਤੀ ਨਾ, ਉਹ ਤੋਂ ਪਹਿਲਾਂ ਐਡਲੇਡ ਦਾ ਸਾਈਕਲ ਸੀਗਾ, ਉਹ ਤੋਂ ਪਹਿਲਾਂ ਰੀਜਨਲ ਵਿਕਟੋਰੀਆ ਪਲੱਸ ਟੈਜ਼ੀ ਸਾਈਕਲ, ਤਸਮਾਨੀਆ ਦਾ ਸਾਈਕਲ ਸੀ. ਅਤੇ ਰੀਜਨਲ ਵਿਕਟੋਰੀਆ ਦੇ ਬੈਂਡੀਗੋ ਬੈਲਟ ਮਾਰਕੀਟਸ ਵਾਸ ਗਰੋਇੰਗ ਵੈਰੀ ਫਾਸਟ. ਫਿਰ ਉਹ ਤੋਂ ਬਾਅਦ ਕੀ ਹੋਣ ਲੱਗ ਗਿਆ, ਅਤੇ ਟੈਜ਼ੀ ਮਾਰਕੀਟਸ ਆਪਣਾ ਡੈਵਨਪੋਰਟ, ਬਰਨੀ, ਇੱਧਰ ਹੋਬਾਰਟ, ਇਟ ਵਾਸ ਗਰੋਇੰਗ ਸੁਪਰ ਫਾਸਟ. ਅਗਲਾ ਆਇਆ ਐਡਲੇਡ ਦਾ ਸਾਈਕਲ, ਠੀਕ ਹੈ. ਐਡਲੇਡ ਗਰੋ ਕੀਤਾ $2.5 ਲੱਖ, ਹੈ ਨਾ. ਡਿਊਰਿੰਗ ਵੈਨ ਜਦ ਐਡਲੇਡ ਅਤੇ ਬ੍ਰਿਸਬਨ ਗਰੋ ਕਰ ਰਹੇ ਸੀ, ਫਿਰ ਆਇਆ ਪਰਥ ਦਾ 2021 ਦੇ ਵਿੱਚ, ਜਿੱਥੇ ਮੈਂ ਆਪਣਾ ਬਿਜ਼ਨਸ ਸ਼ੁਰੂ ਕੀਤਾ ਅਤੇ ਬਹੁਤ ਕਲਾਇੰਟਸ ਨੂੰ ਬਾਏ ਕਰਕੇ ਦਿੱਤੀ. ਪਰਥ ਦਾ ਸਾਈਕਲ ਹੁਣ ਚੱਲਿਆ 2-2.5 ਸਾਲ. ਹੁਣ ਵਿੱਚ ਉਸ ਤੋਂ ਪਹਿਲਾਂ ਇਹ ਰੀਜਨਲ ਕੁਇਨਸਲੈਂਡ, ਜੋ ਮੈਂ ਦੱਸ ਕੇ ਹਟਿਆ ਵੀ ਸੀ, ਬਹੁਤ ਪ੍ਰੋਪਰਟੀਜ਼ ਬਾਏ ਕੀਤੀਆਂ. ਅੱਜ ਕੱਲ੍ਹ ਕਿਹੜਾ ਸਾਈਕਲ ਚੱਲ ਰਿਹਾ, ਦੈਟਸ ਅਗੇਨ ਵਿਕਟੋਰੀਆ ਸਾਈਕਲ, ਬਿਕੋਜ਼ ਇਟਸ ਅ ਬਾਟਮ ਆਫ ਦਾ ਸਾਈਕਲ, ਠੀਕ ਹੈ.
Belred, Bendigo, Shepparton, these markets are good. The regional New South Wales ਦੀ Albury ਹੋ ਗਈ ਜਿਵੇਂ, ਠੀਕ ਹੈ, ਵਾਗਾ ਡੱਬੋ, these markets are good. ਤੇ ਆਉਣ ਵਾਲਾ ਟਾਈਮ ਮੋਸਟ ਲਾਈਕਲੀ ਹੋਬਾਰਟ ਲੁਕਸ ਸਟਰੋਂਗ, ਰਾਈਟ? ਤੇ ਹੁਣ ਲੋਕ ਉੱਧਰ ਨੂੰ ਆਪਣਾ ਰੁਖ ਕਰ ਰਹੇ ਨੇ। ਚੰਗਾ ਬਾਹਰ ਏਜੰਟ ਉਹੀ ਹੈ ਜਿਹੜਾ ਮਾਰਕੀਟਸ ਮੂਵ ਕਰਦਾ ਰਹੇ ਆਪਣੀਆਂ, ਰਾਈਟ? ਮਾਰਕੀਟ ਨੂੰ ਐਨਾਲਾਈਜ਼ ਕਰਕੇ ਕਿਹੜੀ ਮਾਰਕੀਟਸ ਬੈਟਰ ਹੈ ਜਿੱਥੇ ਪ੍ਰੋਪਰਟੀ ਗਰੋ ਕਰ ਸਕਦੀ ਹੈ। ਯੈਸ, ਰਾਈਟ। ਮਨੀਸ਼ ਜੀ, ਕੁਐਸਚਨ ਮੇਰਾ ਇਹ ਐਕਚੁਅਲੀ ਨਾ, ਜਦੋਂ ਮੈਂ 2-3 ਲੋਕਾਂ ਨੂੰ ਅੱਜ ਮੈਸੇਜ ਕੀਤਾ ਸੀਗਾ ਕਿ ਆਈ ਹੈਵ ਅ ਪੋਡਕਾਸਟ ਵਿਦ ਬਾਇਰ ਏਜੰਟਸ, ਦੇ ਸਪੈਸੀਫਿਕਲੀ ਆਸਕ ਦਿਸ ਕੁਐਸਚਨ ਟੂ ਮੀ, ਕੀ ਟਰਗਨੀਨਾ ਐਂਡ ਟਾਰਨੇਟ ਦੀ ਮਾਰਕੀਟ ਗਰੋ ਕਰਨੀ ਹੈ? ਦੇਖੋ, ਗਰੋ ਕਰਨੀ ਹੈ ਜਾਂ ਨਹੀਂ ਕਰਨੀ, ਉਸ ਤੋਂ ਪਹਿਲਾਂ ਇਹ ਸੋਚਿਆ ਜਾਵੇ ਜਾਂ ਦੇਖਿਆ ਜਾਵੇ ਕਿ ਉਸ ਦੋਨੋਂ ਸਬਬਸ ਦਾ ਜਾਂ ਉਸਦੇ ਬਾਕੀ ਜਿਹੜੇ ਸਬਬਸ ਹੈ, ਵਿੰਡਰਵੇਲ, ਮੇਨਰ ਲੇਕਸ, ਇਹਨਾਂ ਦੇ ਫੰਡਾਮੈਂਟਲਸ ਕੀ ਕਹਿ ਰਹੇ ਹੈ, ਠੀਕ ਹੈ? ਹੁਣ ਆਸਟ੍ਰੇਲੀਆ ਐਜ਼ ਸੱਚ ਕੰਟਰੀ ਬਹੁਤ ਵੱਡਾ ਹੈ, ਲੈਂਡ ਬਹੁਤ ਜ਼ਿਆਦਾ ਉਹਨਾਂ ਕੋਲ ਹੈ। ਲੈਂਡ ਦੇ ਵਿੱਚ ਵੀ ਦੋ ਚੀਜ਼ਾਂ ਆ ਰਹੀਆਂ, ਵਨ ਇਜ਼ ਐਗਰੀਕਲਚਰ ਲੈਂਡ ਹੈ, ਇੱਕ ਹੈ ਕਿ ਲੈਂਡ ਨੂੰ ਜਿਹਨੂੰ ਆਪਾਂ ਦੁੱਖ ਸੁਣ ਰਹੇ ਹਾਂ PSP ਕਨਵਰਟ ਹੋ ਗਈ ਹੈ, ਉਹ ਵਾਪਸ ਉਸ 'ਤੇ ਇਸ ਨਵੀਂ ਸਟੇਟਾਂ ਬਣ ਰਹੀ ਹੈ, ਠੀਕ ਹੈ? ਹੁਣ ਟਾਰਨੇਟ, ਟਰਗਨੀਨਾ, ਵਿੰਡਰਵੇਲ, ਮੇਨਰ ਲੇਕਸ, ਵੈਰੀਬੀ, ਰਾਈਟ? ਤਾਂ ਵੈਰੀਬੀ ਦਾ ਜ਼ਿਆਦਾ ਨਹੀਂ ਹੈ, ਕੁਛ ਪੋਰਸ਼ਨ ਟੂਵਰਡਸ ਅ ਮੈਂਬਰੇਨ, ਠੀਕ ਹੈ? ਅਗਰ ਆਪਾਂ ਦੇਖਦੇ ਹਾਂ ਉੱਥੇ ਨਵੀਂ ਸਟੇਟਾਂ ਆ ਰਹੀ ਹੈ। ਮੇਰੀ ਖੁਦ ਦੀ ਫਸਟ ਪਰਚੇਸ ਜੋ ਮੈਂ ਪਹਿਲਾਂ ਦੱਸਿਆ ਸੀਗਾ, ਦੈਟ ਵਾਜ਼ ਇਨ 2009, ਟਾਰਨੇਟ ਹੋਈ ਸੀਗੀ, ਠੀਕ ਹੈ? ਅਤੇ ਅੱਜ ਵੀ ਮੈਂ ਗੂਗਲ ਮੈਪ ਖੋਲ੍ਹਦਾ ਹੈ, ਟਾਰਨੇਟ ਦੇ ਵਿੱਚ ਅੱਜ ਤੱਕ ਵੀ ਸਟੇਟ ਆਉਣੀ ਬੰਦ ਨਹੀਂ ਹੋਈ ਹੈ, ਜਿਹਦਾ ਮਤਲਬ ਕੀ ਹੈ, ਸਪਲਾਈ ਹੋ ਰਹੀ ਹੈ। ਹੁਣ ਹਮੇਸ਼ਾ ਇਹੀ ਕੰਸੈਪਟ ਹੈ, ਡਿਮਾਂਡ ਐਂਡ ਸਪਲਾਈ ਹੋਊਗੀ ਤਾਂ ਡਿਮਾਂਡ 'ਤੇ ਇੰਪੈਕਟ ਹੋਊਗਾ, ਠੀਕ ਹੈ? ਉਹਨੂੰ ਆਫਸੈਟ ਕਰਨ ਲਈ ਕੁਛ ਇਨਫਰਾਸਟਰਕਚਰ ਆਇਆ ਹੈ, ਟਾਰਨੇਟ ਸਟੇਸ਼ਨ ਵੀ ਆ ਗਿਆ, ਟਰਗਨੀਨਾ ਫੂਡ ਪਾਰਕ ਪੂਰਾ ਫੂਡੀ ਹੱਬ ਬਣ ਚੁੱਕਿਆ ਹੈ, ਰੈਸਟੋਰੈਂਟ ਹੀ ਆ ਰਹੇ ਨੇ, ਰੈਸਟੋਰੈਂਟ ਸਾਰੇ ਆ ਗਏ, ਬੁਖਾਰਾ, ਅੰਗਾਰਾ, ਜਿਹਦਾ ਵੀ ਨਾਮ ਲਓ ਸਾਰੇ ਉੱਥੇ ਹੈਗੇ ਹੈ, ਵਿਚ ਇਜ਼ ਗੁੱਡ, ਠੀਕ ਹੈ? ਲੇਕਿਨ ਪ੍ਰੋਪਰਟੀ ਪੁਆਇੰਟ ਆਫ ਵਿਊ ਨਾਲ ਡਿਮਾਂਡ ਔਰ ਸਪਲਾਈ ਆਪਸ ਫॉर योर बिजनेस these are some parameters to ਜੀ, decide. ਮਤਲਬ ਪੈਰਾਮੀਟਰਸ ਦੀ ਗੱਲ ਆਉਂਦੀ ਹੈ ਕਿ ਜੋ ਮੇਜਰ ਆਪਾਂ ਕਹਿੰਦੇ ਹਾਂ ਕਿ ਵੈਕੈਂਸੀ ਰੇਟ, ਹੁਣ ਵੈਕੈਂਸੀ ਰੇਟ ਕੀ ਹੈ ਕਿ ਕਿੰਨਾ ਡਿਮਾਂਡ ਆ ਉੱਥੇ ਟੈਨੈਂਟਸ ਦੇ ਲਈ, ਠੀਕ ਹੈ? ਕਿੰਨੀ ਪ੍ਰੋਪਰਟੀ ਖਾਲੀ ਰਹੂਗੀ ਜਦੋਂ ਕੋਈ ਟੈਨੈਂਟ ਮੂਵ ਕਰਦਾ ਹੈ। ਅਗਰ ਵੈਕੈਂਸੀ ਰੇਟ ਘੱਟ ਹੈ, ਉਨਾ ਹੀ ਪ੍ਰੋਪਰਟੀ ਦਾ ਟਾਈਮ ਘੱਟ ਲੱਗੂਗਾ ਨਵਾਂ ਟੈਨੈਂਟ ਲੱਭਣ ਨੂੰ। ਅਗਰ ਆਪਾਂ ਪ੍ਰੋਪਰਟੀ ਬਾਏ ਕਰ ਰਹੇ ਐਸੇ ਇਨਵੈਸਟਰ, ਦੇਖਿਆ ਤਾਂ ਉਹ ਬਿਜ਼ਨਸ ਹੈ। ਹੁਣ ਬਿਜ਼ਨਸ ਦਾ ਕੰਸੈਪਟ ਕੀ ਹੈ, ਬਿਜ਼ਨਸ ਤਾਂ ਹੀ ਚੱਲੂਗਾ ਉਹਦਾ ਰੈਂਟ ਟਾਈਮ 'ਤੇ ਆਉਂਦਾ ਰਹੂਗਾ, ਉਹਦੇ ਵਿੱਚ ਬ੍ਰੇਕ ਨਹੀਂ ਲੱਗਣਗੇ, ਠੀਕ ਹੈ? ਹੁਣ ਟਾਰਨੇਟ, ਟਰਗਨੀਨਾ, ਵਿੰਡਰਵੇਲ, ਮੇਨਰ ਲੇਕਸ, ਅਗਰ ਮੈਲਟਨ ਵੀ ਕਰ ਲਓ ਨਾਲ ਹੀ ਕਾਊਂਟ। ਮੈਲਟਨ ਦੇ ਵਿੱਚ ਕੁਝ ਪਾਕਟਸ ਹਜੇ ਬੈਟਰ ਹੋ ਚੁੱਕੀ ਹੈ, ਰਾਈਟ, ਠੀਕ ਹੈ? ਤੁਸੀਂ ਰੌਕ ਬੈਂਕ ਕਰ ਸਕਦੇ ਹੋ, ਠੀਕ ਹੈ? ਟਰਗਨੀਨਾ ਦਾ ਜਿਹੜਾ ਏਰੀਆ ਮਾਊਂਟ ਐਂਡ ਕਿੰਸਨ, ਤੁਸੀਂ ਉਹਨੂੰ ਇੰਕਲੂਡ ਕਰ ਲਓ, ਠੀਕ ਹੈ? ਕਿਉਂਕਿ ਇਹਨਾਂ ਦੀ ਜਿਹੜੀ ਵੈਕੈਂਸੀ ਰੇਟ ਬਹੁਤ ਹਾਈ ਹੈ। ਮੇਕਸ ਸੈਂਸ। ਜਦੋਂ ਵੈਕੈਂਸੀ ਰੇਟ ਹਾਈ ਹੈ, ਮਤਲਬ ਨੰਬਰ ਆਫ ਪ੍ਰੋਪਰਟੀਜ਼ ਮਾਰਕੀਟ ਦੇ ਵਿੱਚ ਰੈਂਟ ਲਈ ਇੰਨੀ ਜ਼ਿਆਦਾ ਹੈਗੀ ਹੈ ਕਿ ਟੈਨੈਂਟ ਕੋਲ ਬਹੁਤ ਸਾਰੇ ਆਪਸ਼ਨਸ ਹੈ। ਤਾਂ ਟੈਨੈਂਟ ਕੋਲ ਆਪਸ਼ਨਸ ਹੈ ਤਾਂ ਰੈਂਟ ਨਹੀਂ ਵਧ ਰਿਹਾ। ਹੁਣ ਇਨਵੈਸਟਰ ਕੀ ਚਾਹੂਗਾ ਉਹਦੇ ਬਿਜ਼ਨਸ ਲਈ, ਰੈਂਟ ਚੰਗਾ ਮਿਲੇ, ਲਾਸ ਆਫ ਰੈਂਟ ਨਾ ਹੋਵੇ, ਉਹ ਇਹ ਸਬਬ ਨੂੰ ਹਜੇ ਹੋ ਰਿਹਾ। ਸਬਸਕ੍ਰਾਈਬ ਵਧੀਆ ਐਕਸਪਲੇਨ ਕਰਤਾ ਮੈਨੂੰ, ਠੀਕ ਹੈ? ਲੇਕਿਨ ਸ਼ਾਰਟ ਆਨਸਰ ਕੀ ਹੈ? I was expecting yes or no, but you explained very well. ਭਾਜੀ ਇਹਨਾਂ ਮਾਰਕੀਟਸ ਨੇ ਨਾ ਇਵੈਂਚੁਅਲੀ ਜਦ ਪੂਰਾ ਮੈਲਬਨ ਗਰੋ ਕਰਨਾ, ਇਹਨਾਂ ਮਾਰਕੀਟਸ ਨੇ ਵੀ ਗਰੋ ਕਰਨਾ ਹੈ, ਐ ਸੱਚ ਨਹੀਂ ਹੈ। ਬਟ ਗੱਲ ਕੀ ਹੈ ਵੀ ਜਦ ਵੀ ਕੋਈ ਡਾਟਾ ਫੰਡਾਮੈਂਟਲਸ 'ਤੇ ਸਟਰੋਂਗ ਮਾਰਕੀਟ ਨਹੀਂ ਹੁੰਦੀ, ਜਦ ਵੀ ਮਾਰਕੀਟ ਠੰਡੀ ਹੁੰਦੀ ਹੈ ਨਾ, ਇੰਪੈਕਟ ਸਭ ਤੋਂ ਪਹਿਲਾਂ ਇਹਨਾਂ ਮਾਰਕੀਟਸ 'ਤੇ ਹੀ ਆਉਣਾ। ਗਰੋ ਵੀ ਹੈ, ਜਿਵੇਂ ਹੁਣ ਕ੍ਰਿਗੀਬਨ ਚੱਲ ਪਿਆ ਹਜੇ, ਕਲਕਾਲੋ ਮੇਕਲਮ ਹਜੇ ਇੰਨਾ ਨਹੀਂ ਚੱਲਿਆ, ਹੌਲੀ ਹੌਲੀ ਉਹ ਵੀ ਚੱਲ ਪੈਣਾ, ਉਹਨਾਂ ਨੇ ਵੀ ਵੱਧ ਜਾਣਾ, ਰਾਈਟ? ਬਟ ਜਦ ਡਾਊਨ ਟਰਨ ਆਉਣਾ, ਰਾਈਟ, ਅਤੇ ਫਿਰ ਸਭ ਤੋਂ ਪਹਿਲਾਂ ਕ੍ਰਿਗੀਬਨ ਬਾਅਦ 'ਚ ਇੰਪੈਕਟ ਆਉਣਾ, ਪਹਿਲਾਂ ਉੱਥੇ ਜਿੱਥੇ ਸਪਲਾਈ ਜ਼ਿਆਦਾ ਉੱਥੇ ਇੰਪੈਕਟ ਆਉਣਾ, ਰਾਈਟ? ਫਿਰ ਦੈਟਸ ਵੇਅਰ ਨਾ ਆਪਾਂ ਤਾਂ ਹੀ ਥੋੜ੍ਹੇ ਸਿਲੈਕਟਿਵ ਹੋ ਜਾਂਦੇ ਸਬਬਸ ਵਾਸਤੇ। ਅਤੇ ਦਿਨੇਸ਼ ਜੀ, ਕੁਐਸਚਨ ਹੈਗਾ ਮੇਰਾ, ਤੁਸੀਂ ਨਾ ਸਟਾਰਟਿੰਗ 'ਚ ਗੱਲ ਕਹੀ ਸੀ ਇੱਕ ਕਿ ਮੋਰਟਗੇਜ ਬ੍ਰੋਕਰ ਜੋ ਤੁਸੀਂ ਕਹਿ ਲਓ 100 ਨੇ, 100 ਨੇ, ਹੈ ਨਾ, ਉਹਦੇ ਵਿੱਚ ਕਾਮਯਾਬ 10 ਨੇ ਜਾਂ 15 ਨੇ, ਹੈ ਨਾ? I want to ask you a question. Real estate agents ਭਾਜੀ ਬਹੁਤ ਨੇ, ਸਪੈਸ਼ਲੀ ਵੈਸਟ 'ਚ। How prop experts is different? ਦੇਖੋ, ਬਾਇਰ ਏਜੰਸੀਜ਼ ਦੇ ਵਿੱਚ ਵੀ ਆਰ ਰੀਅਲ ਏਸਟੇਟ ਏਜੰਟਸ ਐਜ਼ ਵੈਲ, ਬਟ ਅ ਬਾਇਰਸ ਏਜੰਟ, ਰਾਈਟ? ਹਾਂ, ਦੇਖੋ ਥੋੜ੍ਹੇ ਰਿਜ਼ਲਟਸ ਬੋਲਣੇ ਚਾਹੀਦੇ ਨੇ। ਅਸੀਂ 300 ਪ੍ਰੋਪਰਟੀਆਂ ਬਾਏ ਆਲਮੋਸਟ ਕਰ ਚੁੱਕੇ ਹਾਂ ਆਲ ਓਵਰ ਆਸਟ੍ਰੇਲੀਆ। ਵੀ claim that not a single property, if you pick up 6 months old properties which we purchase, क्योंकि 6 महीने का टाइम देना चाहिए ਤੁਹਾਨੂੰ, not a single one which hasn't grown so far। 2.5-3 ਲੱਖ ਪ੍ਰੋਪਰਟੀਆਂ ਗਰੋ ਕਰੀਆਂ ਸਾਡੀਆਂ 3 ਸਾਲਾਂ ਦੇ ਵਿੱਚ, ਰਾਈਟ? ਸਾਡੇ ਕੋਲ ਐਕਸਪੀਰੀਅੰਸ ਹੈ ਉਹ ਸਮਾਰਟ ਬਾਇੰਗ ਦਾ। ਵੀ ਆਰ ਦਾ ਆਲਵੇਜ਼
most likely the first ones to pick up the market, right? ਜਦ ਮੈਨੇ ਪਹਿਲਾਂ ਗਿਆ ਸੀ ਮੈਂ ਸੁਣਦੇ ਹੀ ਨਹੀਂ 2 ਵਜੇ ਤੱਕ ਹਾਂ ਮੈਂ 2 ਵਜੇ ਤੱਕ ਭਾਈ ਪ੍ਰਾਪਰਟੀਆਂ ਦੇਖਦਾ ਸੀ। ਪਿਕ ਕਰ ਹੀ ਲੈਣਾ, ਬਾਕੀ ਸਾਰੇ ਬੰਦੇ ਨੇ 8 ਵਜੇ ਉੱਠਣਾ, ਤੁਸੀਂ ਪਹਿਲਾਂ ਰਾਤ ਨੂੰ ਪਿਕ ਕਰ ਲੈਣੀ। ਮੇਰਾ ਸਾਈਕਲ ਹੀ ਐਵੇਂ ਦਾ ਭਾਜੀ, ਮੈਂ ਜਦ ਸਾਰਾ ਪਰਿਵਾਰ ਸੋ ਜਾਂਦਾ, ਸੌਰੀ ਮੈਂ ਜਦ ਮੈਂ ਵਿਹਲਾ ਹੋ ਜਾਂਦਾ ਰਾਈਟ, ਉਹ ਬੈਸਟ ਟਾਈਮ ਹੈ। ਜਿਵੇਂ ਮੈਂ ਹੋਬਾਰਟ ਪਿਛਲੇ 3 ਮਹੀਨੇ ਤੋਂ ਸਟੱਡੀ ਕਰ ਰਿਹਾ, ਅਸੀਂ ਬਾਏ ਨਹੀਂ ਕਰ ਰਹੇ ਉੱਤੇ, ਹਜੇ ਵੀ ਨਹੀਂ ਕੁਝ ਬਾਏ ਕੀਤਾ। ਤੁਸੀਂ ਜਾਂਦੇ ਵੀ ਹੋ ਭਾਜੀ ਜਿੱਦਾਂ ਹੋਬਾਰਟ? ਹਾਂ, ਵੀ ਪ੍ਰੈਫਰ ਗੋਇੰਗ ਸਮਟਾਈਮਸ ਰਾਈਟ। ਤੇ ਜ਼ਰੂਰੀ ਨਹੀਂ ਅਸੀਂ ਪਹਿਲਾਂ ਹੀ ਚਲੇ ਜਾਈਏ, ਐਂ ਵੀ ਹੁੰਦਾ ਪ੍ਰੋਪਰਟੀ ਬਾਏ ਕਰਨ ਤੋਂ ਬਾਅਦ ਜਾਈਏ। ਹਾਂ, ਡੂਇੰਗ ਰਿਸਰਚ ਵੀ ਟਰਾਈ ਟੂ ਗੋ ਐਂਡ ਲੁੱਕ ਦੋਸ ਮਾਰਕੀਟਸ। ਤੇ ਉਹ ਪਰ ਜਦ ਤੁਸੀਂ ਨਵੀਂ ਮਾਰਕੀਟ ਖੋਲ੍ਹ ਰਹੇ ਹੋ ਨਾ, ਤੁਸੀਂ ਉਹਦੀ ਸਟੱਡੀ 2-3 ਮਹੀਨੇ ਪਹਿਲਾਂ ਸ਼ੁਰੂ ਕਰ ਦਿੰਦੇ ਹੋ ਵੀ ਹਾਂ ਕਿਵੇਂ ਜਿਵੇਂ ਤੁਸੀਂ ਨਾ ਇੱਕ ਪ੍ਰੋਪਰਟੀ ਸਿਲੈਕਟ ਕਰ ਲਈ ਕਿ ਦਿਸ ਇਜ਼ ਲੁਕਿੰਗ ਗੁੱਡ ਔਨ ਮਾਈ ਰਡਾਰ, ਲਾਈਕ ਮੇਰੇ ਪੈਰਾਮੀਟਰ ਸਟਿਕ ਕਰ ਰਹੇ ਆ। ਤੁਸੀਂ ਬਾਏ ਨਹੀਂ ਕਰਨੀ, ਤੁਸੀਂ ਪਿਕ ਕਰ ਲਈ, ਤੁਸੀਂ ਹਫ਼ਤੇ ਕੇ ਬਾਅਦ ਦੇਖਣਾ ਵੀ ਇਟਸ ਅੰਡਰ ਆਫਰ। ਦੈਟ ਗਿਵਸ ਯੂ ਕੌਨਫੀਡੈਂਸ ਕਿ ਵਟ ਯੂ ਆਰ ਪਿਕਿੰਗ ਇਜ਼ ਗੋਇੰਗ ਵੈਰੀ ਕੁਇਕਲੀ ਰਾਈਟ। ਫਿਰ ਤੁਸੀਂ ਏਜੰਟਸ ਨੂੰ ਕਾਲ ਕਰਨੀ ਹੈ ਕੀ ਹੋ ਰਿਹਾ। ਏਜੰਟਸ ਕਹਿਣਾ ਵੀ ਆਰ ਗੈਟਿੰਗ ਹੰਡਰਡਸ ਆਫ ਕਾਲਸ ਨਾਓ, ਦੇਰ ਇਜ਼ ਲੋਟ ਆਫ ਬਾਇਰ ਏਜੰਟਸ ਇਨ ਦ ਮਾਰਕੀਟ ਰਾਈਟ। ਸਮਝ ਲਓ ਮਾਰਕੀਟ ਉਹ ਚੱਲ ਪਈ ਰਾਈਟ। ਤਾਂ ਉਹ ਪਰ ਅਸੀਂ ਕਈ ਵਾਰ ਕੀ ਕਰਦੇ ਹਾਂ ਵੀ ਬਿਫੋਰ ਐਵਰੀਵਨ ਜੰਪਸ ਇਨਟੂ ਦੇਅਰ ਰਾਈਟ, ਅਸੀਂ ਪਹਿਲਾਂ ਜੰਪ ਕਰ ਜਾਂਦੇ ਹਾਂ। ਬਟ ਯੂ ਰਿਸਰਚ ਪ੍ਰੀਟੀ ਵੈਲ ਜੀ। ਉਹਦੇ ਲਈ ਰਿਸਰਚ ਚਾਹੀਦੀ ਹੈ ਭਾਈ, ਤੁਹਾਨੂੰ ਰਿਸਰਚ ਐਕਸਪੀਰੀਅੰਸ ਚਾਹੀਦਾ, ਰਿਸਰਚ ਚਾਹੀਦੀ ਆ ਹੈ ਨਾ, ਮਾਰਕੀਟ ਅੰਡਰਸਟੈਂਡਿੰਗ। ਅਤੇ ਕਿਸੇ ਵੀ ਮਾਰਕੀਟ ਤੋਂ ਤੁਸੀਂ ਚੰਗੀ ਪ੍ਰਾਈਸ 'ਤੇ ਮਾੜੇ ਪ੍ਰਾਈਸ 'ਤੇ ਵੀ ਬਾਏ ਕਰ ਸਕਦੇ ਹੋ। ਜਿਵੇਂ ਅੱਜ ਵੀ ਤੁਸੀਂ ਜੇ ਪਰਥ ਬਾਏ ਕਰੋਗੇ, ਸਟਿਲ ਯੂ ਕੈਨ ਬਾਏ ਗੁੱਡ ਐਸੈਟਸ ਇਨ ਅ ਗੁੱਡ ਪ੍ਰਾਈਸ ਰਾਈਟ। ਐ ਨਹੀਂ ਵੀ ਇਟਸ ਲੇਟ ਇਨ ਦ ਸਾਈਕਲ, ਇਸ ਕਲਾਇੰਟ ਲਈ ਇੱਕ ਸਪੈਸੀਫਿਕ ਰਿਕੁਆਇਰਮੈਂਟ ਸੀ ਵੀ ਪਰਥ ਹੀ ਬਾਏ ਕਰਨਾ, ਈਵਨ ਦੋ ਵੀ ਡੋਂਟ ਪ੍ਰੈਫਰ ਨਾਓ ਬਿਕੋਜ਼ 3-4 ਲੱਖ ਦੀ ਗਰੋਥ ਆ ਗਈ, we still bought a very good asset for them there right ਹੈ ਨਾ। ਤੇ ਉਹ ਚੀਜ਼ ਹੈ। ਵਿਸ਼ਾਲ ਜੀ, ਤੁਸੀਂ ਮੁਝੇ ਨਾ ਜਿਹੜੇ ਰੈਫਰੈਂਸ ਕੀਤਾ ਸੀਗਾ ਵੈਸਟ ਦੇ ਵਿੱਚ ਸੈਲਿੰਗ ਏਜੰਟ ਬਹੁਤ ਹੈ ਜੀ, ਠੀਕ ਹੈ। ਥੋੜਾ ਜਿਹਾ ਮੈਂ ਇਸ 'ਤੇ ਐਡ ਅਪ ਕਰਨਾ ਚਾਹ ਰਿਹਾ ਕਿ ਸੈਲਿੰਗ ਏਜੰਟ ਦਾ ਜੋ ਰੋਲ ਹੈ ਨਾ, ਦੇ ਆਲਵੇਜ਼ ਵਰਕ ਇਨ ਦ ਬੈਸਟ ਇੰਟਰਸਟ ਆਫ ਦੇਅਰ ਸੈਲਰ, ਕਿਉਂਕਿ ਉਹਨਾਂ ਨੂੰ ਜੋ ਉਹਨਾਂ ਦੀ ਫੀਸ ਜਾਂ ਕਮਿਸ਼ਨ ਹੈ ਉਹ ਉਹਨਾਂ ਤੋਂ ਮਿਲ ਰਿਹਾ। ਹੁਣ ਐਸ ਏ ਬਾਇਰ ਲੈਟਸ ਸੇ ਮੇਰੇ ਕੋਈ ਪ੍ਰੋਪਰਟੀ ਲੱਗੀ ਹੈ ਮਾਰਕੀਟ ਦੇ ਵਿੱਚ, ਮੇਕ ਸੈਂਸ ਭਾਜੀ, ਮੈਂ ਵੈਸੇ ਹੀ ਕੋਈ ਕੁਐਸਚਨ ਪੁੱਛ ਲੈਣਾ ਯਾਰ ਕਿ ਇਹ ਪ੍ਰੋਪਰਟੀ ਦਾ ਬੈਨੀਫਿਟ ਕੀ ਹੈ। ਡੈਫੀਨੇਟਲੀ ਇਹ ਪ੍ਰੋਪਰਟੀ ਅੱਛੀ ਹੈ, ਇਹ ਸਬਬ ਵੀ ਅੱਛਾ ਹੈ, ਦੈਟਸ ਆਟੋ ਰਿਸਪੌਂਸ ਯੂ ਕੈਨ ਗੈਟ ਇਟ। ਲੇਕਿਨ ਬਾਇਰਸ ਏਜੰਟ ਦਾ ਜੋ ਮੇਨ ਰੋਲ ਹੈ, ਇੱਕ ਕਲਾਇੰਟ ਦਾ ਅੰਡਰਸਟੈਂਡਿੰਗ ਲੈ ਕੇ, ਠੀਕ ਹੈ, ਕਿ ਉਹਨਾਂ ਨੂੰ ਐਜੂਕੇਟ ਕਰਨਾ ਹੈ ਕਿ ਯਾਰ ਵਾਕਈ ਇਹ ਪ੍ਰੋਪਰਟੀ ਵਿੱਚ ਕੋਈ ਰੈੱਡ ਫਲੈਗ ਹੈ ਜਾਂ ਨਹੀਂ ਹੈ। ਇਸ ਪ੍ਰੋਪਰਟੀ ਦੇ ਇਸ ਏਰੀਆ ਦੇ ਜਾਂ ਇਸ ਸਟਰੀਟ 'ਚ ਲੈਣ ਤੋਂ ਬਾਅਦ ਤੁਹਾਡਾ ਪੈਸਾ ਗਰੋ ਕਰੂਗਾ ਕਿ ਨਹੀਂ ਕਰੂਗਾ। ਸੋ ਇਨ ਸ਼ਾਰਟ, ਅਗਰ ਪ੍ਰੋਪਰਟੀ ਸਾਨੂੰ ਅੱਛੀ ਲੱਗ ਰਹੀ ਹੈ ਜਾਂ ਨਹੀਂ ਲੱਗ ਰਹੀ, ਅਗਰ ਇਮੋਸ਼ਨਲੀ ਅਸੀਂ ਕਦੇ ਅਟੈਚ ਨਹੀਂ ਹੋਣਾ। ਕਿਉਂ? ਇਨਵੈਸਟਰਸ ਲਈ ਚੀਜ਼ ਕੀ ਚਾਹੀਦੀ ਹੈ? ਨੰਬਰਸ। ਕਿ ਅਗਰ ਉਹਨਾਂ ਨੰਬਰਸ ਮੀਟ ਕਰ ਰਹੇ ਹੈ ਇਸ ਪ੍ਰੋਪਰਟੀ ਦੇ ਪਰਚੇਜ਼ ਤੋਂ, ਵੀ ਵਿਲ ਹੈਲਪ them out। ਮੇਕ ਸੈਂਸ। ਥੈਂਕ ਯੂ ਸੋ ਮਚ ਭਾਜੀ। ਭਾਜੀ ਇੱਕ ਕੁਐਸਚਨ, ਤੁਸੀਂ ਇੰਡੀਆ ਵੀ ਕੰਮ ਕੀਤਾ ਨਾ ਰੀਅਲ ਏਸਟੇਟ ਦਾ? ਨਹੀਂ ਭਾਜੀ, ਇੰਜੀਨੀਅਰਿੰਗ ਸਟੂਡੈਂਟਸ ਫੈਮਿਲੀ ਨੇ ਕੀਤਾ। ਯੈਸ ਭਾਜੀ, ਮੇਰੇ ਕੋਲ 2-3 ਨਾ ਟਰਮਸ ਨੇ, ਤੁਸੀਂ ਉਹਨਾਂ ਦੀ ਨਾ ਹਿੰਦੀ ਦੱਸਣੀ ਹੈ ਮੈਨੂੰ, ਠੀਕ ਹੈ? ਇੱਦਾਂ ਹੀ ਮੈਂ ਪੁੱਛ ਰਿਹਾ ਹਾਂ ਤੁਸੀਂ, ਕਿਉਂਕਿ ਦੇਖੋ ਰੀਅਲ ਏਸਟੇਟ ਪ੍ਰੋਪਰਟੀ ਡੀਲਰਸ ਕਹਿੰਦੇ ਆਪਾਂ ਇੰਡੀਆ 'ਚ, ਹੈ ਨਾ? ਹਾਂਜੀ, ਬਸ ਪ੍ਰੋਪਰਟੀ ਡੀਲਰ ਚੰਗਾ ਲੱਗਦਾ ਕਿ ਹੋਰ ਕੁਛ ਵੀ ਵਰਡ ਕਰਦੇ, ਲੇਕਿਨ ਉਹ ਨਹੀਂ, ਵੈਸੇ ਤਾਂ ਬਹੁਤ ਸਾਰੇ ਭਾਜੀ ਜਦੋਂ ਇੰਡੀਆ ਜਾਂਦੇ ਆ ਲਿਖਿਆ ਹੁੰਦਾ ਪਲਾਟ ਹੀ ਪਲਾਟ, ਲੋਟ ਆਫ ਥਿੰਗਸ ਰਾਈਟ ਭਾਜੀ। ਵਟ ਇਜ਼ ਦ ਹਿੰਦੀ ਆਫ ਪਲਾਟ ਫॉर ਸੇਲ? ਇਹ ਜ਼ਮੀਨ ਬਿਕਾਊ ਹੈ। ਬੈਂਗ ਔਨ, ਦੈਟਸ ਗੁੱਡ। ਹਾਂਜੀ ਕਰੈਕਟ। ਭਾਜੀ ਤੁਸੀਂ ਬਾਇਰ ਏਜੰਟ ਹੋ ਜੀ, what do you think, what is the Punjabi of buyer agent? ਓਰੇ ਦੇਖੋ, ਬਾਇਰ ਏਜੰਟ ਦਾ ਕਨਸੈਪਟ ਹਜੇ ਇੰਡੀਆ ਜਾਂ ਪੰਜਾਬ 'ਚ ਨਹੀਂ ਹੈ, ਲੇਕਿਨ ਅਗਰ ਆਪਾਂ ਵੈਸੇ ਦੀ ਇੱਕ ਵੈਸੇ ਪੰਜਾਬੀ ਹਿੰਦੀ ਦੱਸ ਦਿਓ। ਬਾਇਰ ਵੈਸੇ ਚਲੋ ਆਪਾਂ ਦੀ ਕਨਵਰਸੇਸ਼ਨ ਕਨਵਰਟ ਕਰਦੇ ਹਾਂ ਆਪਾਂ। ਬਾਇਰ ਏਜੰਟ, ਖਰੀਦਦਾਰ ਵਾਲਾ ਏਜੰਟ। ਉਹ ਵਰਡ ਕੁਝ ਮੇਰੇ ਦਿਮਾਗ 'ਚ ਆ ਰਿਹਾ, ਮੈਂ ਕਹਿਣਾ ਨਹੀਂ ਚਾਹੁੰਦਾ। ਖਰੀਦਦਾਰ ਦਲਾਲ ਭਾਜੀ, ਇਹਦਾ ਰਾਈਟ ਹਿੰਦੀ ਹੈਗੀ ਬਾਇਰ ਏਜੰਟ ਦੀ, ਖਰੀਦਦਾਰ ਹਾਂਜੀ ਪ੍ਰਤੀਨਿਧੀ। ਉਹ ਪ੍ਰਤੀਨਿਧੀ ਰਿਪਰੈਜ਼ੈਂਟ ਕਰਨ ਵਾਲਾ ਬੰਦਾ। ਅੱਛਾ ਭਾਜੀ, ਬਹੁਤ ਵਧੀਆ ਤੁਸੀਂ ਐਕਸਪਲੇਨ ਕੀਤਾ ਬਾਇਰ ਏਜੰਟਸ ਦਾ ਰੋਲ, ਫਾਈਨੈਂਸ਼ੀਅਲ ਫਰੀਡਮ, SMSF ਜਿਹੜਾ ਵੀ ਤੁਸੀਂ। ਭਾਜੀ ਇੱਕ ਕੁਐਸਚਨ ਮੇਰਾ ਹੈ ਕਿ ਪ੍ਰੋਪ ਐਕਸਪਰਟਸ ਦਾ what is the vision in next 3 to 5 years? What do you think where your company will be? We want to be Australia's leading buyer agency। ਭਾਈ ਕਿਤੋਂ ਸ਼ੁਰੂ ਕੀਤੇ ਸੀ ਅਸੀਂ, ਪਾਰਟ ਟਾਈਮ ਮੈਨੇ ਕੀਤਾ, ਮਨੀਸ਼ ਜੀ ਨੇ ਜੁਆਇਨ ਕੀਤਾ, ਅਤੇ
ਜਿਹੜਾ ਵਿਜ਼ਨ ਸਟਾਰਟਿੰਗ 'ਚ ਸੀ ਨਾ, ਉਹ ਵਨ ਆਫ ਦ ਲੀਡਿੰਗ ਬਾਰ ਏਜੰਸੀ ਦਾ ਸੀਗਾ ਇਨ ਆਸਟ੍ਰੇਲੀਆ, ਰਾਈਟ। ਹੁਣ ਜਿੱਥੇ ਅਸੀਂ ਪੋਜੀਸ਼ਨ ਆ ਫਰੋਮ 0 to now ਟੀਮ ਆਫ 10 ਏਜੰਟਸ, ਰਾਈਟ। ਅਤੇ ਅਸੀਂ ਹੁਣ 19 ਕੁ ਵੋਲੀਅਮ 'ਤੇ ਆ ਗਏ। ਵੀ ਕੈਨ ਸੇ ਕਿ ਵਿਕਟੋਰੀਆ ਦੇ ਆਪਾਂ ਦੂਜੇ ਤੀਜੇ ਨੰਬਰ 'ਤੇ ਵੀ ਸਟੈਂਡਸ, ਰਾਈਟ। ਅਸੀਂ ਇਸ ਬ੍ਰਾਂਡ ਨੂੰ ਆਸਟ੍ਰੇਲੀਆ ਲੀਡਿੰਗ ਬਾਰ ਏਜੰਸੀ ਬਣਾਉਣਾ, right? We won't say we are best bar agency at the moment, or we are the best ones, but we are not the leading bar agency as yet, right? ਤੇ ਸਾਡਾ ਏਜੰਡਾ ਹੈਗਾ ਐਜੂਕੇਟ ਕਰਨ ਦਾ ਜੀ। ਅਸੀਂ ਸਾਡੇ ਤੋਂ ਬਾਏ ਕਰੋ ਨਾ ਕਰੋ, ਸਾਡੇ ਵੈਬੀਨਾਰਸ ਦੇਖੋਗੇ ਤੁਸੀਂ, ਦੇ ਆਰ ਗੈਟਿੰਗ 500-600 ਰਜਿਸਟ੍ਰੇਸ਼ਨਸ, 200-250 ਬੰਦਾ ਅਟੈਂਡ ਕਰਦਾ। ਅਸੀਂ ਫ੍ਰੀ ਐਜੂਕੇਸ਼ਨ ਬਹੁਤ ਡਿਸਟਰੀਬਿਊਟ ਕਰ ਰਹੇ ਹਾਂ, ਮੇਕ ਸੈਂਸ, ਰਾਈਟ। ਅਤੇ ਉਹ ਸਾਡਾ ਉਹ ਏਜੰਡਾ। ਅਤੇ ਉਹਦੇ ਵਿੱਚ ਜਦ ਤੁਸੀਂ ਵਿਦਆਊਟ ਐਨੀ, ਮਤਲਬ ਅਸੀਂ ਵਾਪਸ ਦੀ ਇੱਛਾ ਨਹੀਂ ਕਰ ਰਹੇ ਅਤੇ ਤੁਸੀਂ ਦੇ ਰਹੇ ਹੋ ਨਾ, ਕਮਿਊਨਿਟੀ ਆਪਣੇ ਆਪ ਪਿਆਰ ਦਿੰਦੀ ਹੈ ਸਾਨੂੰ, ਰਾਈਟ। ਅਤੇ ਉਹ ਪਿਆਰ ਇੰਨਾ ਕੁ ਮਿਲ ਰਿਹਾ ਭਾਅ ਜੀ। ਅਤੇ ਐਜ਼ ਆਈ ਸੈਡ ਕਿ ਸਾਨੂੰ ਟੱਚਵੁੱਡ ਅਸੀਂ ਸਿਲੈਕਟਿਵ ਹਾਂ, ਕਿਹਦੇ ਨਾਲ ਕੰਮ ਕਰਨਾ ਨਹੀਂ ਕਰਨਾ, ਮੇਕ ਸੈਂਸ, ਰਾਈਟ। ਅਤੇ ਅਸੀਂ ਇਸ ਲੈਵਲ 'ਤੇ ਸਾਨੂੰ ਉਹੀ ਜਿੱਥੇ ਅਸੀਂ ਪਹੁੰਚ ਗਏ ਹਾਂ, ਟੱਚਵੁੱਡ। ਅਸੀਂ ਹੁਣ ਪਿੱਛੇ ਜਿਹੇ I've shared that in I know my Facebook feed as well. ਅਸੀਂ ਗੁਰਦਾਸ ਮਾਨ ਜੀ ਦਾ ਇਵੈਂਟ ਅਸੀਂ ਸਪੋਂਸਰ ਕੀਤਾ, ਰਾਈਟ। ਤੇ ਵੀ ਵਰ ਵਨ ਆਫ ਦਾ ਗੋਲਡ ਸਪੋਂਸਰਸ ਫॉर ਦਾ ਇਵੈਂਟ, ਹੈ ਨਾ। ਮੈਂ ਉੱਥੇ ਕਰਾਊਡ 'ਚ ਬੈਠਾ, ਆਪਾਂ ਮਿਲੇ ਵੀ ਹਾਂ ਉਸ ਦਿਨ। ਉਹੀ ਸੋਚ ਰਿਹਾ ਸੀ ਵੀ ਕੀ ਲੈ ਕੇ ਆਏ ਸੀ। ਮਨੀਸ਼ ਜੀ ਨੇ ਕਿਹਾ ਸੀ 2 ਟਿੱਚੀ ਲੈ ਕੇ ਆਏ ਸੀ, ਰਾਈਟ। ਮੈਂ $2000 ਲੈ ਕੇ ਆਇਆ ਸੀ ਭਾਅ ਜੀ, 30 ਲੱਖ ਰੁਪਏ ਦਾ ਲੋਨ ਲੈ ਕੇ ਆਇਆ ਸੀ, ਹੈ ਨਾ। 60,000 ਦਾ ਲੋਨ ਉਹ ਸੀ, $60,000 ਦਾ 2000। ਅਤੇ ਅੱਜ ਕਿਰਪਾ ਨਾਲ ਕੰਪਨੀ ਵੀ ਆਰ ਗੋਇੰਗ, ਤੁਹਾਡਾ ਨਾਂ ਸਕਰੀਨ 'ਤੇ ਆ ਹਾਂ, ਇਟਸ ਨੇਮ ਔਨ ਦ ਬਿਗ ਸਕਰੀਨ, ਰਾਈਟ। ਅਤੇ ਉੱਥੇ ਨਹੀਂ ਲਿਮਿਟ ਕਰਨਾ ਅਸੀਂ। ਦੇਖੋ ਇਹਦੇ ਵਿੱਚ ਇੱਕ ਚੀਜ਼ ਹੋਰ ਐਡ ਕਰਨਾ ਚਾਹੂੰਗਾ। ਐਜੂਕੇਸ਼ਨ ਜੋ ਚੀਜ਼ ਹੈ, ਉਹ ਅਗਰ ਉਹ ਫ੍ਰੀ ਮਿਲ ਰਹੀ ਹੈ ਤਾਂ ਕਿਉਂ ਨਾ ਉਹਨੂੰ ਗ੍ਰੈਬ ਕੀਤੀ ਜਾਵੇ, ਮੇਕ ਸੈਂਸ, ਠੀਕ ਹੈ ਨਾ। ਕਾਫੀ ਲੋਕੀ ਹੈ ਜੋ ਨਹੀਂ ਦੇ ਰਹੇ, ਉਹ ਕਹਿਣਾ ਚਾਹੁੰਦੇ ਕਿ ਅਸੀਂ ਦੇਵਾਂਗੇ ਸਾਡੇ ਬਿਜ਼ਨਸ 'ਤੇ ਇੰਪੈਕਟ ਹੋਊਗਾ। ਸਾਡੀ ਸਾਈਡ 'ਤੇ ਅਸੀਂ ਇੰਨੀ ਫ੍ਰੀ ਨੌਲੇਜ ਦੇ ਰਹੇ ਹਾਂ, ਠੀਕ ਹੈ। ਕੋਈ ਕਾਲਸ ਹੈ, ਮੈਸੇਜਿਸ ਹੈ, ਚਾਹੇ ਉਹਨਾਂ ਨੇ ਸਾਡੇ ਤੋਂ ਸਰਵਿਸ ਲੈਣੀ ਜਾਂ ਨਹੀਂ ਲੈਣੀ, ਅਸੀਂ ਫਿਰ ਵੀ ਦੇ ਰਹੇ ਹਾਂ, ਮੇਕ ਸੈਂਸ, ਠੀਕ ਹੈ। ਵੈਬੀਨਾਰ ਜੋ ਐਗਜ਼ਾਮਪਲ ਹੈ, ਸਾਡੇ ਹਰ ਇੱਕ ਵੈਬੀਨਾਰ ਇੰਨੇ ਹਿੱਟ ਜਾ ਰਹੇ ਹੈ ਕਿ ਲੋਕਾਂ ਨੂੰ ਫ੍ਰੀ 'ਚ ਇਨਫੋਰਮੇਸ਼ਨ ਮਿਲ ਰਹੀ ਹੈ। ਇੱਕ ਐਗਜ਼ਾਮਪਲ ਹੋਇਆ 3 ਦਿਨ ਪਹਿਲਾਂ, ਮੈਨੂੰ ਫੋਨ ਕਾਲ ਆਇਆ ਸਿਰਫ ਥੈਂਕ ਯੂ ਕਹਿਣ ਲਈ ਕਿ ਮਨੀਸ਼, ਦਿਨੇਸ਼, ਤੁਹਾਨੂੰ ਦੋਨੋਂ ਨੂੰ ਅਸੀਂ ਫੋਲੋ ਕਰਕੇ ਅਸੀਂ ਤੁਹਾਨੂੰ ਇੰਗੇਜ ਨਹੀਂ ਕੀਤਾ, ਲੇਕਿਨ ਜੋ ਤੁਸੀਂ ਫ੍ਰੀ ਨੌਲੇਜ ਦੇ ਕੇ ਅਸੀਂ ਪ੍ਰੋਪਰਟੀ ਬਾਏ ਕੀਤੀ ਹੈ। ਥੈਂਕ ਯੂ ਕਰਨ ਲਈ ਫੋਨ ਆਇਆ ਕਿ ਉਹਨਾਂ ਦੀ ਪ੍ਰੋਪਰਟੀ 1 ਲੱਖ ਵੱਧ ਚੁੱਕੀ ਹੈ। ਮੇਕ ਸੈਂਸ, ਵੈਰੀ ਵੈਲ ਡਨ। ਭਾਜੀ ਜਾਂਦੇ ਜਾਂਦੇ ਇੱਕ ਲਾਸਟ ਕੁਐਸਚਨ ਭਾਜੀ, ਦਿਨੇਸ਼ ਜੀ, ਮਨੀਸ਼ ਜੀ, ਹਾਂਜੀ, ਹਾਊ ਵਾਜ਼ ਯਰ ਐਕਸਪੀਰੀਅੰਸ ਵਿਦ ਦ ਪੋਡਕਾਸਟ? ਵਾਜ਼ ਅਮੇਜ਼ਿੰਗ ਭਾਅ ਜੀ, ਅਮੇਜ਼ਿੰਗ, ਰਾਈਟ। ਜਿਹੜੀਆਂ ਚੀਜ਼ਾਂ ਨੈਚੁਰਲੀ ਨਿਕਲਦੀਆਂ ਨਾ, ਉਹਦੀ ਕੋਈ ਰੀਸ ਨਹੀਂ ਹੈਗੀ, ਰਾਈਟ। ਜਿਹੜੇ ਤੁਸੀਂ ਕੁਐਸਚਨਸ ਯੂ ਡਿਡ ਸਟੱਡੀ, ਅਤੇ ਅਸੀਂ ਕੀ ਬਿਜ਼ਨਸ, ਸਾਡਾ ਬਿਜ਼ਨਸ ਕੀ ਹੈ, ਸਾਡੀ ਜਰਨੀਜ਼ ਕੀ ਹੈ, ਯੂ ਆਲਰੇਡੀ ਨਿਊ ਦੈਟ ਬਿਫੋਰ ਵੀ ਵਾਕ ਇਨ, ਰਾਈਟ। Very good experience. I've done, this is my 4th or 5th podcast, right? I really enjoyed this one. ਜੀ ਮਨੀਸ਼ ਜੀ, do you want to say something? ਸਰ ਬਹੁਤ ਵਧੀਆ ਲੱਗਿਆ ਜੀ। ਵੀ ਵਰ ਨੈਚੁਰਲ, ਤੁਸੀਂ ਵੀ ਨੈਚੁਰਲ ਸੀਗੇ, ਕੁਐਸਚਨਸ ਬਹੁਤ ਬੜੇ ਪਿਆਰ ਨਾਲ ਬੋਲਦੇ ਤੁਸੀਂ ਭਾਜੀ। ਨਹੀਂ ਭਾਜੀ, ਥੈਂਕ ਯੂ ਸੋ ਮਚ, ਯੂਰ ਐਕਸਪੀਰੀਅੰਸ ਇਜ਼ ਵੈਲਿਊਏਬਲ ਐਂਡ ਥੈਂਕ ਯੂ ਸੋ ਮਚ ਫॉर ਬੀਇੰਗ ਹੇਅਰ and it's a great honor to sit in front of you. ਤੇ ਹੁਣ ਆਪਾਂ ਚੱਲਦੇ ਹਾਂ and hopefully we'll see you next time. So this was a podcast with director of Prop Experts, Australia's best buyer agency, and which gonna become leading buyer agency soon. And ਚੱਲਦੇ ਹਾਂ ਜੀ ਹੁਣ। ਸਤਿ ਸ਼੍ਰੀ ਅਕਾਲ ਭਾਜੀ। ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਥੈਂਕ ਯੂ ਸੋ ਮਚ। ਰਿਮੋਟ ਚੱਕ ਲੈਣਾ ਬਾਅਦ 'ਚ, ਪਹਿਲਾਂ ਪੂਰਾ ਐਪੀਸੋਡ ਦੇਖ। ਥੈਂਕ ਯੂ ਸੋ ਮਚ।